ਲਓ ਜੀ। ਹਾਂਜੀ ਲਾਈਵ ਆ। ਹਾਂਜੀ ਹਾਂਜੀ ਸਰੋਤਿਓ ਸਾਰਿਆਂ ਨੂੰ ਦਾਸ ਇੰਦਰਜੀਤ ਸਿੰਘ ਬੱਲੋਵਾਲੀਆ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਾਲ ਆਪਣੇ ਅੱਜ ਸਾਥੀ ਮਿੱਤਰ ਹਨ ਜੋ ਬੜੇ ਹੀ ਸਰਗਰਮ, ਬੜੇ ਹੀ ਚੜ੍ਹਦੀ ਕਲਾ ਵਾਲੇ ਔਰ ਨੇਕ ਇਨਸਾਨ, ਜਿਹੜੇ ਕਿਸਾਨ ਮਜ਼ਦੂਰ ਅੰਦੋਲਨ ਦੇ ਬੜੇ ਸਰਗਰਮ ਯੋਧੇ ਆ। ਸਰਦਾਰ ਹਰਭਜਨ ਸਿੰਘ ਖਾਲਸਾ ਜੀ ਧਾਲੀਵਾਲ ਸਾਹਿਬ ਕਪੂਰਥਲਾ ਜ਼ਿਲ੍ਹਾ ਤੋਂ, ਤੇ ਨਾਲ ਹਨ ਹਰਪਾਲ ਸਿੰਘ ਸਿੱਧੂ ਜੀ। ਦੋਨੋਂ ਵੀਰ ਚੜ੍ਹਦੀ ਕਲਾ ਵਾਲੇ ਆ ਔਰ ਹਮੇਸ਼ਾ ਸਮਾਜ ਦੇ ਹਰ ਅਗਾਂਹ ਵਧੂ ਸੋਚ ਵਾਲੇ ਕੰਮਾਂ ਦੇ ਵਿੱਚ ਵੱਧ ਚੜ੍ਹ ਕੇ ਆਪਣਾ ਯੋਗਦਾਨ ਪਾਉਂਦੇ ਰਹਿੰਦੇ ਹਨ। ਤੇ ਆਓ ਆਪਾਂ ਗੱਲਬਾਤ ਕਰਦੇ ਹਾਂ, ਡਿਸਕਸ਼ਨ ਕਰਾਂਗੇ ਜਿਹੜਾ ਕਿਸਾਨ ਮਜ਼ਦੂਰ ਅੰਦੋਲਨ ਚੱਲ ਰਿਹਾ, ਜਿਹੜਾ ਕਿ ਇੱਕ ਇਸ ਵੇਲੇ ਜਨ ਅੰਦੋਲਨ, ਇੱਕ ਲੋਕ ਲਹਿਰ, ਮਹਾ ਅੰਦੋਲਨ ਬਣ ਚੁੱਕਿਆ। ਇਤਿਹਾਸ ਦੇ ਅੰਦਰ, ਵਰਲਡ ਦੇ, ਦੁਨੀਆ ਦੇ ਇਤਿਹਾਸ ਦੇ ਵਿੱਚ ਆਪਣਾ ਨਾਂ ਸੁਨਹਿਰੀ ਅੱਖਰਾਂ ਦੇ ਵਿੱਚ ਲਿਖਵਾ ਚੁੱਕਿਆ ਹੈ। ਹਾਂਜੀ ਵੈਲਕਮ ਜੀ, ਸਵਾਗਤ ਆ ਹਰਭਜਨ ਸਿੰਘ ਖਾਲਸਾ ਜੀ ਆਪ ਜੀ ਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਰਿਆਂ ਨੂੰ। ਹਾਂਜੀ ਹਰਪਾਲ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਤੇ ਇੰਦਰਜੀਤ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਅੱਜ ਦੀ ਵਾਰਤਾਲਾਪ ਦਾ ਤੁਸੀਂ ਜੋ ਜ਼ਰੀਆ ਬਣਾਇਆ ਹੈਗਾ ਮੈਸੇਂਜਰ ਦੇ ਥਰੂ, ਤੇ ਆਪਣੇ ਭਾਜੀ ਹਰਭਜਨ ਸਿੰਘ ਜੀ ਖਾਲਸਾ ਜੀ ਉਹਨਾਂ ਦੇ ਬਹੁਤ ਬਹੁਤ ਧੰਨਵਾਦ। ਇਹਨਾਂ ਨੇ ਕਪੂਰਥਲੇ ਤੋਂ ਸ਼ਿਰਕਤ ਕਰ ਰਹੇ ਨੇ। ਸੋ ਚਲੋ ਗੱਲਬਾਤ ਸ਼ੁਰੂ ਕਰਦੇ ਹਾਂ ਜੀ। ਹਾਂਜੀ ਭਜਨ ਸਿੰਘ ਜੀ, ਪਹਿਲਾਂ ਤਾਂ ਇਹ ਜਾਣਕਾਰੀ ਸਾਂਝੀ ਕਰਦੇ ਹਾਂ ਬਈ ਮੋਰਚਾ ਚੜ੍ਹਦੀ ਕਲਾ ਦੇ ਵਿੱਚ ਹੈ ਨਾ, ਉਹਦੇ ਬਾਰੇ ਚਰਨਾ ਪਾਓ। ਮੋਰਚੇ ਦੇ ਵਿੱਚ ਜਿਹੜੇ ਆਪਣੇ ਨਾ ਨੌਜਵਾਨ ਸਾਥੀ ਜੁੜੇ ਹੋਏ ਆ, ਉਹਨਾਂ ਦੇ ਵਿੱਚ ਬਜ਼ੁਰਗ ਵੀ ਸਾਡੇ ਉਹਨਾਂ ਦੇ ਨਾਲ ਹੀ ਆ। ਉਹਨਾਂ ਨੇ ਐਲਾਨ ਕਰ ਦਿੱਤਾ ਹੈ ਕਿ ਅਗਰ ਕਿਸੇ ਵੀ ਇੱਥੇ ਜਿਹੜੇ ਬਣੇ ਹੋਏ ਪ੍ਰਧਾਨ ਆਪਣੇ ਪੰਜਾਬ ਚੋਂ 31-32, ਉਹਨਾਂ ਦੇ ਵਿੱਚੋਂ ਆਪਸ ਵਿੱਚ ਉਹ ਹਮਕੋ ਤੁਮਕੋ ਕਰਕੇ ਕਿਸੇ ਨੂੰ ਸਸਪੈਂਡ ਕਰਤਾ, ਕਿਸੇ ਨੂੰ ਐਂਟਰ ਕਰ ਲਿਆ। ਇਹ ਚੀਜ਼ਾਂ ਨੂੰ ਦੇਖ ਕੇ ਨੌਜਵਾਨ ਮੁੰਡੇ ਜਿਹੜੇ ਉਹਨਾਂ ਨੇ ਇਹ ਵਿਚਾਰ ਵਟਾਂਦਰੇ ਚੱਲ ਰਿਹਾ ਕਿ ਅਗਰ ਇਹ ਸਾਨੂੰ ਛੱਡ ਕੇ ਕੱਲ ਨੂੰ ਗੌਰਮੈਂਟ ਨਾਲ ਮਿਲ ਕੇ ਕੋਈ ਇੱਥੋਂ ਤਿਲਕਣ ਦੀ ਵੀ ਕੋਸ਼ਿਸ਼ ਕਰਨਗੇ ਤਾਂ ਮੁੰਡੇ ਇਹ ਮੋਰਚਾ ਜਿਹੜਾ ਆਪਣੇ ਮੋਢਿਆਂ ਦੇ ਉੱਤੇ ਆਪਣੇ ਤੌਰ ਦੇ ਉੱਤੇ ਇਹਨੂੰ ਸੰਭਾਲ ਲੈਣਗੇ। ਇਸ ਲਈ ਮੋਰਚਾ ਜਿਹੜਾ ਹੈ ਨਾ, ਇਸ ਲਈ ਜਨਤਾ ਦਾ ਮੋਰਚਾ ਹੈ, ਪਬਲਿਕ ਦਾ ਮੋਰਚਾ ਹੈ। ਇਹ ਜਿਹੜਾ ਗੌਰਮੈਂਟ ਜੇ ਇਹ ਸੋਚਦੀ ਹੈ ਕਿ ਵੀ ਇਹਨਾਂ ਦੇ ਵਿੱਚੋਂ ਕੁਝ ਖਰੀਦ ਕੇ ਜਾਂ ਲੱਖਾ ਸਿਧਾਣਾ ਜਾਂ ਸਿੱਧੂ ਉਹਨਾਂ ਨੂੰ ਅਰੈਸਟ ਕਰਕੇ ਮੋਰਚਾ ਜਿਹੜਾ ਖਤਮ ਕਰ ਦਿੱਤਾ ਜਾਊਗਾ, ਤੇ ਉਹਨਾਂ ਦੀ ਬਹੁਤ ਵੱਡੀ ਨਲਾਇਕੀ ਤੇ ਔਰ ਗਲਤ ਫਹਿਮੀ। ਅੱਛਾ ਵੀਰ ਜੀ, ਮੈਂ ਇੱਕ ਗੱਲ ਜਿਹੜੀ ਕੱਲ ਇਲੈਕਸ਼ਨਾਂ ਦੇਖੀਆਂ ਤੇ ਮੈਨੂੰ ਮੌਕਾ ਮਿਲਿਆ, ਮੈਂ ਵਿੱਚ ਐਡ ਕਰਦਿਆਂ ਜਿਹੜਾ ਬਹੁਤ ਜ਼ਰੂਰੀ ਗੱਲ ਆ ਆਪਣੇ ਸਾਰੇ ਸਰੋਤਿਆਂ ਨਾਲ ਕਰਨ ਵਾਲੀ। ਉਹ ਜੋ ਤੁਸੀਂ ਟੀਵੀ ਦੇ ਉੱਤੇ ਵੀ ਦੇਖਿਆ ਹੋਊਗਾ, ਵਰਲਡ ਲੈਵਲ ਦੇ ਉੱਤੇ ਟੀਵੀ ਆਪਣਾ ਅੱਜ ਕੱਲ੍ਹ ਚੱਲਦਾ ਹੈ ਕਿ ਵੋਟਾਂ ਦੇ ਵਿੱਚ ਛਤਰਪੋਲਾ ਬੜਾ ਚੱਲਿਆ, ਗੋਲੀਆਂ ਵੀ ਚੱਲੀਆਂ, ਲੋਕ ਜ਼ਖਮੀ ਵੀ ਹੋਏ ਆ। ਔਰ ਇੱਕ ਦੋ ਜਗ੍ਹਾ ਦੇ ਵਿੱਚ ਤੇ ਸਾਡੀਆਂ ਨੌਜਵਾਨ ਬੱਚੀਆਂ ਜਿਹੜੀਆਂ ਵੋਟਾਂ ਪਾਉਣ ਗਈਆਂ ਸੀ, ਉਹਨਾਂ ਦੇ ਚਪੂੜਾ ਵੀ ਮਾਰੀਆਂ ਉੱਥੇ ਜਿਹੜੀ ਮੰਡੀਰ ਸੀਗੀ। ਮੇਰਾ ਕਹਿਣ ਦਾ ਮਤਲਬ ਸਾਰਾ ਕੁਛ ਇਹ ਗੱਲ ਤੁਹਾਨੂੰ ਨਾਲ ਸਾਂਝੀ ਕਰਨ ਦਾ ਇਹ ਹੈ ਕਿ ਇਹ ਮੋਦੀ ਦੀ ਵਜ੍ਹਾ ਨਾਲ ਸਾਡਾ ਕਿਤੇ ਜਿਹੜਾ ਲੋਕਾਂ ਦਾ ਵਿਸ਼ਵਾਸ ਇਹ ਵੋਟ ਤੰਤਰ ਦੇ ਉੱਤੇ ਆ ਜਾਂ ਵੋਟ ਸਿਸਟਮ ਤੇ ਆ, ਇਹ ਖਤਮ ਨਾ ਹੋ ਜਾਏ। ਇਹ ਮੈਨੂੰ ਲੱਗਦਾ ਹੈ ਕਿ ਹੌਲੀ ਹੌਲੀ ਇਹ ਜਿਹੜਾ ਹੈ ਨਾ ਇੱਕ ਡੰਡਾ ਤੰਤਰ ਜਿਹੜਾ ਇਹਨਾਂ ਨੇ ਸ਼ੁਰੂਆਤ ਕਰ ਲਈ ਹੈ ਕਿ ਜਿਹਦੀ ਗੌਰਮੈਂਟ ਆ ਉਹਦਾ ਡੰਡਾ। ਦੂਸਰੇ ਬੰਦੇ ਵਿਚਾਰੇ ਆਪਣੇ ਪੇਪਰ ਵੀ ਆਰਾਮਦਾਰੀ ਦੇ ਨਾਲ ਨਹੀਂ ਭਰ ਪਾਉਂਦੇ, ਜਾਂ ਉਹਨਾਂ ਦੇ ਜਿਹੜੇ ਕੈਂਡੀਡੇਟ ਆ ਉਹਨਾਂ ਨੂੰ ਛਿੱਤਰ ਮਾਰੇ ਜਾਂਦੇ ਆ। ਇਹ ਚੀਜ਼ਾਂ ਜਿਹੜੀਆਂ ਹੌਲੀ ਕੱਲ ਇਹ ਗੱਲਾਂ ਉੱਥੇ ਵੀ ਚੱਲੀਆਂ ਜਦੋਂ ਕਿ ਵੋਟਿੰਗ ਹੋ ਰਹੀ ਸੀ। ਮੈਂ ਉੱਥੇ ਗਿਆ ਸੀ ਤੇ ਕੁਛ ਬੀਬੀਆਂ ਤੇ ਕੁਛ ਸਿਆਣੇ ਬੰਦੇ ਜਿਹੜੇ ਮੇਰੇ ਨਾਲ ਬੈਠੇ, ਉਹ ਇਹ ਕਹਿੰਦੇ ਵੀ ਜ਼ਿਆਦਾਤਰ ਡਰਦੇ ਮਾਰੇ ਲੋਕ ਵੋਟ ਇਸੇ ਕਰਕੇ ਨਹੀਂ ਪਾਉਣ ਆਉਂਦੇ ਵੀ ਉੱਥੇ ਪੱਗਾਂ ਲੱਥਣੀਆਂ। ਉਹ ਮੈਨੂੰ ਇਹ ਖਦਸ਼ਾ ਹੈ, ਮੈਨੂੰ ਇਹ ਡਰ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਵੋਟ ਵਾਲਾ ਸਿਸਟਮ ਆ ਇਹ ਲੋਕਾਂ ਦੇ ਮਨ ਦੇ ਵਿੱਚੋਂ ਕਿਤੇ ਨਿਕਲ ਨਾ ਜਾਵੇ। ਇਹ ਜਿਹੜਾ ਸਾਡਾ ਮੁਲਕ ਜਿਹੜਾ ਉਹ ਕਿਸ ਪਾਸੇ ਨੂੰ ਜਾ ਰਿਹਾ। ਤੁਹਾਡੀ
ਗੱਲ ਬਿਲਕੁਲ ਸਹੀ ਗੱਲ ਆ। ਅਗਰ ਆਊਟ ਆਫ ਪੰਜਾਬ ਆਪਾਂ ਦੇਖੀਏ ਨਾ, ਯੂਪੀ, ਬਿਹਾਰ, ਰਾਜਸਥਾਨ, MP, ਉੱਤਰਾਖੰਡ, ਉਧਰਲੀਆਂ ਸਟੇਟਾਂ ਦੇ ਵਿੱਚ ਉਹ ਧੱਕੇ ਨਾਲੇ ਵੋਟ ਪਵਾਉਂਦੇ ਆਏ ਆ ਹੁਣ ਹੁਣ ਉੱਥੇ ਤਾਂ ਉਹ ਪੰਜਾਬ 'ਚ ਸ਼ੁਰੂ ਹੋ ਗਿਆ। ਹਾਂ, ਉੱਥੇ ਡੰਡੇ ਦੇ ਨਾਲ, ਜੁੱਤੀ ਦੇ ਜ਼ੋਰ ਦੇ ਨਾਲ ਗਰੀਬਾਂ ਤੋਂ ਉਹ ਵੋਟ ਪਵਾਉਂਦੇ ਆ ਰਹੇ ਆ। ਫਿਰ ਹੁਣ ਤਾਂ ਉਹਨਾਂ ਕੋਲ ਸੌਖਾ ਤਰੀਕਾ EVM ਦਾ ਹੈਗਾ ਹੁਣ ਤਾਂ, ਪਰ ਫਿਰ ਵੀ ਉਹ ਆਪਣੀ ਇੱਕ ਦਹਿਸ਼ਤ, ਇੱਕ ਡਰ, ਇੱਕ ਸਹਿਮ, ਇੱਕ ਟੈਰਰ ਪੈਦਾ ਕਰਨ ਵਾਸਤੇ ਉਹ ਆਪਣਾ ਡੰਡੇ ਦੇ ਜ਼ੋਰ ਨਾਲ ਬਦਮਾਸ਼ੀ, ਗੁੰਡਾਪੁਣਾ ਦਿਖਾਉਂਦੇ ਆ ਕਿ ਲੋਕਾਂ ਦੇ ਵਿੱਚ ਇੱਕ ਦਹਿਸ਼ਤ ਜਿਹੀ ਬਣੀ ਰਹੇ ਕਿ ਇਹਨਾਂ ਦਾ ਇੱਕ ਰੋਬ ਪਿਆ ਰਹੇ। ਜਿੱਦਾਂ ਆਪਾਂ ਜਿੱਦਾਂ ਮੈਂ ਤੁਹਾਨੂੰ ਕੰਪੇਅਰ ਕਰਦਾ ਇਸ ਚੀਜ਼ ਨੂੰ, ਜਿੱਦਾਂ ਇੱਕ ਗਾਂ ਦਾ ਮਸਲਾ ਬਹੁਤ ਉੱਠਿਆ ਹੋਇਆ ਨਾ ਪਹਿਲਾਂ, ਚਲੋ ਹੁਣ ਥੋੜਾ ਅੰਦੋਲਨ ਕਰਕੇ ਥੋੜਾ ਉਹ ਬਾਹਲੀ ਗੱਲ ਨਹੀਂ ਬਈ ਗਾਈਆਂ ਆਵਾਗਾਉਣ ਛੱਡੀਆਂ ਖੁੱਲੀਆਂ, ਲੋਕਾਂ ਦੇ ਐਕਸੀਡੈਂਟ ਹੁੰਦੇ ਆ, ਮਰਦੇ ਵੀ ਆ ਨਾ, ਜਦੋਂ ਕਿ ਜ਼ਿਮੀਂਦਾਰ ਲੋਕ ਜਿਹੜੇ ਆ ਉਹਦੇ ਟੈਕਸ ਵੀ ਦਿੰਦੇ ਆ, ਪੱਠੇ ਵੀ ਦਿੰਦੇ ਆ, ਗਊਸ਼ਾਲਾਂ 'ਚ ਜਾ ਕੇ ਉਹਨੂੰ ਛੱਡ ਕੇ ਵੀ ਆਉਂਦੇ, ਕੋਲੋਂ ਪੱਠਿਆਂ ਦੀਆਂ ਪੰਡਾਂ ਬੰਨ ਕੇ ਭਰੀਆਂ ਵੱਢ ਕੇ ਚਰੀ ਦੀਆਂ ਜਾਂ ਬਾਜਰੇ ਦੀਆਂ ਦਿੰਦੇ ਆ ਨਾ, ਤੂੜੀ ਦੀਆਂ ਟਰਾਲੀਆਂ ਪਹੁੰਚਦੀਆਂ। ਹਾਂਜੀ ਹਾਂਜੀ ਜੀ। ਪਰ ਕਹਿਣ ਤੋਂ ਭਾਵ ਇਹ ਆ ਵੀ ਦੇਖੋ, ਸਭ ਤੋਂ ਜ਼ਿਆਦਾ ਟੇਕ ਕੇਅਰ ਗਾਂ ਦੀ ਕੌਣ ਕਰਦਾ? ਜ਼ਿਮੀਂਦਾਰ, ਜਿਨ੍ਹਾਂ ਨੇ ਰੱਖੀਆਂ ਆ, ਪਾਲੀਆਂ, ਦੁੱਧ ਵੀ ਲੋਕਾਂ ਨੂੰ, ਆਪਣਾ ਰੁਜ਼ਗਾਰ ਵੀ ਜੋ ਤੋਰਿਆ ਆ ਉਹਨਾਂ ਨੇ, ਔਰ ਦੁੱਧ ਵੀ ਲੋਕਾਂ ਨੂੰ ਵੀ ਪਿਲਾਉਂਦੇ ਆ, ਰਾਈਟ। ਪਰ ਇੱਕ ਟੈਰਰ ਆ ਕਿ ਗਾਂ ਨੂੰ ਤੁਸੀਂ ਖੁੱਲੀਆਂ ਛੱਡ ਦਿੱਤੀਆਂ ਵੀ ਇਹ ਤੁਹਾਡੇ ਫਸਲਾਂ ਵੀ ਜਾਣਗੀਆਂ, ਤੁਹਾਡੇ ਟੱਕਣਾ ਵੀ ਮਾਰਨਗੀਆਂ, ਐਕਸੀਡੈਂਟ ਵੀ ਕਰਨਗੀਆਂ, ਮੌਤਾਂ ਵੀ ਕਰਨਗੀਆਂ, ਪਰ ਤੁਸੀਂ ਉਹਨੂੰ ਕੁਛ ਕਹਿ ਨਹੀਂ ਸਕਦੇ, ਰਾਈਟ। ਉਹਦਾ ਕਾਰਨ ਕੀ ਹੈ? ਇੱਕ ਉਹਨਾਂ ਨੇ, ਹਿੰਦੂਤਵਾ ਨੇ ਇੱਕ ਟੈਰਰ, ਇੱਕ ਦਹਿਸ਼ਤ ਪੈਦਾ ਕਰ ਦਿੱਤੀ। ਜਿੱਦਾਂ ਪੁਰਾਣੇ ਸਮੇਂ ਦੇ ਵਿੱਚ ਖਾਲਸਾ ਜੀ ਅਸ਼ਵਮੇਧ ਯੱਗ ਕਰਨ ਵਾਸਤੇ ਘੋੜਾ ਛੱਡਿਆ ਜਾਂਦਾ ਸੀ। ਜਦੋਂ ਕੋਈ ਯੁੱਧ ਹੁੰਦਾ, ਯੁੱਧ ਤੋਂ ਪਹਿਲਾਂ ਅਸ਼ਵਮੇਧ ਯੱਗ, ਅਸ਼ਵ ਦਾ ਮਤਲਬ ਘੋੜਾ ਛੱਡਿਆ ਜਾਂਦਾ ਸੀਗਾ ਤੇ ਐਲਾਨ ਕੀਤਾ ਜਾਂਦਾ ਸੀ ਵੀ ਜਿਹਦੇ 'ਚ ਹਿੰਮਤ ਆ ਉਹ ਇਸ ਘੋੜੇ ਨੂੰ ਫੜੂਗਾ ਨਾ, ਜਾਂ ਫੜ ਕੇ ਦਿਖਾ ਲੇ, ਪਰ ਜਿਹਨੇ ਫੜਿਆ ਉਹ ਫਿਰ ਸਾਡੇ ਨਾਲ ਜੰਗ ਕਰੂਗਾ। ਉਹ ਇੱਕ ਟੈਰਰ, ਮੁਲਕ ਦੀ ਹੱਦ ਬਣਾਉਣ ਦਾ, ਮੁਲਕ ਦੀ ਹੱਦ। ਹੁਣ ਉਹੀ ਚੀਜ਼ ਇਹ ਆ, ਉਹਨਾਂ ਨੇ ਕੋਈ ਦਹਿਸ਼ਤ ਤੇ ਟੈਰਰ ਪੈਦਾ ਕਰਨ ਵਾਸਤੇ, ਲੋਕਾਂ ਦੇ ਮਨਾਂ ਦੇ ਵਿੱਚ ਆਪਣਾ ਰੋਹ ਪੈਦਾ ਕਰਨ ਵਾਸਤੇ ਗਾਂ ਛੱਡੀ ਵੀ ਜਿਹਦੀ ਹਿੰਮਤ ਆ ਇਹਨੂੰ ਫੜ ਕੇ ਦਿਖਾ ਲਓ, ਇਹਨੂੰ ਹੱਥ ਲਾ ਕੇ ਦਿਖਾ ਲਓ, ਜੇ ਫੜੂਗੇ ਤਾਂ ਆ ਜਾਓ, ਫਿਰ ਇੱਧਰ ਹੀ ਸਾਡੇ ਨਾਲ ਜੰਗ ਕਰਨੀ ਪਊਗੀ। ਇਹ ਸੇਮ ਹੂ ਉਹੀ ਇੱਕ ਹਿਸਟਰੀ ਨੂੰ ਰਿਪੀਟ ਕਰ ਰਹੇ ਆ। ਠੀਕ ਹੈ ਜੀ, ਠੀਕ ਹੈ, ਠੀਕ ਨਹੀਂ? ਤੁਸੀਂ ਹਰ ਚੀਜ਼ ਨੂੰ ਕੰਪੇਅਰ ਕਰਕੇ ਦੇਖਿਓ, ਜੋ ਪੁਰਾਣੇ ਇਤਿਹਾਸ ਦੇ ਵਿੱਚ ਮਨੂ ਸਮਰਤੀ ਦੇ ਅੰਡਰ ਸਾਡੇ ਤੇ ਜ਼ੁਲਮ ਹੁੰਦੇ ਆਏ ਨੇ, ਹੂ ਹੁਣ ਉਹੀ ਚੀਜ਼ ਇਹ ਉਸ ਚੀਜ਼ ਨੂੰ ਐਸਟੈਬਲਿਸ਼ ਕਰ ਰਹੇ ਆ, ਲਿਆ ਰਹੇ ਆ। ਜਿੱਦਾਂ ਕਿ ਤੁਸੀਂ ਗੱਲ ਕੀਤੀ ਸੀ ਕਿਸਾਨਾਂ ਦੀ ਵੀ, ਉਹ ਕਹਿੰਦਾ ਕਿਸਾਨ ਪੜ੍ਹੇ ਲਿਖੇ ਨਹੀਂ ਹੁੰਦੇ, ਇਹ ਸਾਫ਼ ਸੁਥਰੇ ਕੱਪੜੇ ਨਹੀਂ ਪਾ ਸਕਦੇ, ਇਹਨਾਂ ਨੂੰ ਇੰਗਲਿਸ਼ ਨਹੀਂ ਪੜ੍ਹਨੀ ਆਉਂਦੀ, ਇਹ ਤਾਂ ਖੇਤਾਂ 'ਚ ਰਹਿੰਦੇ ਹੁੰਦੇ ਆ, ਇਹ ਵਧੀਆ ਖਾਣਾ, ਇਹ ਤਾਂ ਬਦਾਮ ਖਾਂਦੇ ਆ, ਇੱਥੇ ਮਸਾਜ ਦੀਆਂ ਮਸ਼ੀਨਾਂ ਰੱਖੀਆਂ ਹੋਈਆਂ। ਉਹਨਾਂ ਦਾ ਇਸ਼ਾਰਾ ਕੀ ਸੀ ਵੀ ਕਿਸਾਨ ਉਹ ਇੱਕ ਗੁਲਾਮ ਸੀ, ਸਾਡਾ ਸ਼ੂਦਰ ਲੋਕ ਸੀਗੇ ਵੀ ਉਹ ਤਾਂ ਖੇਤਾਂ 'ਚ ਰਹਿਣ ਵਾਲੇ ਆ, ਇਹ ਕਿਸਾਨ ਇਹ ਨਹੀਂ ਹੋ ਸਕਦੇ। ਉਹਨਾਂ ਦਾ ਇਸ਼ਾਰਾ ਉਹੀ ਆ ਵੀ ਤੁਹਾਨੂੰ ਅਸੀਂ ਪਹਿਲੇ ਵਾਲੀ ਸਟੇਜ ਤੇ ਹੀ ਲਿਆ ਕੇ ਸਿੱਟਾਂਗੇ, ਸਿੱਟਣ ਵਾਸਤੇ ਅਗਲਾ ਕਾਨੂੰਨ ਲੈ ਕੇ ਆਏ ਹੋਏ, ਲਾਗੂ ਕਰਨ ਵਾਸਤੇ ਉਹਨੇ ਬਣਾਏ ਹੋਏ ਆ ਨਾ। ਮਤਲਬ ਉਹ ਇੱਕ ਇਸ ਸੰਵਿਧਾਨ ਨੂੰ ਖਤਮ ਕਰਕੇ, ਜਿਹੜਾ ਉਹਨਾਂ ਦਾ ਸੰਵਿਧਾਨ ਹੈ ਮਨੂ ਸਮਰਤੀ, ਉਹਨੂੰ ਲਾਗੂ ਕਰਨ ਉਹ ਜਾ ਰਹੇ ਆ। ਇਹੀ ਚੀਜ਼ ਕਰਕੇ ਇਲੈਕਸ਼ਨਾਂ ਦੇ ਵਿੱਚ ਜਿਹੜੀ ਤੁਸੀਂ ਗੱਲ ਕੀਤੀ ਹੈ, ਉੱਥੇ ਵੀ ਇੱਕ ਦਹਿਸ਼ਤ, ਇੱਕ ਟੈਰਰ ਪੈਦਾ ਕਰਨ ਵਾਸਤੇ ਉਹ ਡਾਂਗਾ ਸੋਟੇ ਜਾਂ ਮਾਰ ਰਹੇ ਆ, ਜਾਂ ਜ਼ਬਰਦਸਤੀ ਜਿਹੜੀਆਂ ਵੋਟਾਂ ਪਵਾ ਰਹੇ ਆ। ਕਿਉਂ ਹਰਪਾਲ ਸਿੰਘ ਜੀ? ਬਿਲਕੁਲ ਜੀ, ਜਿਹੜਾ ਤੁਸੀਂ ਅਸ਼ਵਮੇਧ ਯੱਗ ਜਿਹੜਾ ਕਰਦੇ ਸੀ, ਘੋੜੇ ਦੀ ਤੁਲਨਾ ਤੁਸੀਂ ਅੱਜ ਦੀ ਗਾਂ ਨਾਲ ਕੀਤੀ ਹੈ। ਸੋ ਮੇਰੇ ਹਿਸਾਬ ਨਾਲ ਵੀ ਉਹਨਾਂ ਨੇ ਆਪਣਾ ਉਹ ਜਿਹੜਾ ਜਾਨਵਰ ਬਦਲ ਦਿੱਤਾ, ਤੇ ਜਿਹੜਾ ਮਕਸਦ ਉਹ ਬਿਲਕੁਲ ਉਹੀ ਮਕਸਦ ਹੈ ਕਿ ਚੈਲੰਜ ਕਰਨਾ, ਤੇ ਜਿਹੜਾ ਇਹਨੂੰ ਕਬੂਲ ਹੋਊਗਾ ਉਹ ਸਾਡੇ ਨਾਲ ਹੈ, ਜਿਹੜਾ ਇਹਦੇ ਨਾਲ ਕੋਈ ਛੇੜਖਾਨੀ ਕਰੇਗਾ ਜਾਂ ਕਿਸੇ ਵੀ ਤਰ੍ਹਾਂ ਦੀ ਉਸਨੂੰ ਫੜਨ ਦੀ, ਹਟਾਉਣ ਦੀ ਕਰੇਗਾ, ਉਹ ਸਾਡੇ ਖਿਲਾਫ ਹੈ। ਸੋ ਇਹਦੇ ਨਾਲ ਇੱਕ ਤਾਂ ਤੁਹਾਨੂੰ ਪਤਾ ਚੱਲ ਜਾਂਦਾ ਕਿ ਸਾਡੇ ਨਾਲ ਕੌਣ ਹੈ ਔਰ ਸਾਡੇ ਅਗੇਂਸਟ ਕੌਣ ਹੈ। ਪਰ ਮੈਂ ਇਹਦੇ ਵਿੱਚ ਇੱਕ ਦੂਸਰੇ ਪਾਸੇ ਦੀ ਗੱਲ ਮੈਂ ਇਹ ਕਰਨੀ ਚਾਹਾਂਗਾ, ਅਗਰ ਆਪਾਂ ਇਸ ਦੇ ਉੱਤੇ ਹੀ ਗੱਲ ਕਰਨੀ ਹੈ, ਫਿਰ ਇਲੈਕਸ਼ਨ ਤੋਂ ਪਾਸੇ ਚਲੇ ਜਾਣੀ ਹੈ। ਪਰ ਮੇਰਾ ਇੱਕ ਸਵਾਲ ਹੈ ਥੋੜਾ ਜਿਹਾ
ਤੇ ਕੀ ਪੰਜਾਬ ਦੇ ਆਪਾਂ ਪੰਜਾਬ ਦੀ ਗੱਲ ਕਰੀਏ, ਆਪਾਂ ਬਾਹਰ ਨਾ ਜਾਈਏ, ਪੰਜਾਬ ਦੇ ਵਿੱਚ ਇੱਥੇ ਲਾ ਲਓ, ਆਪਾਂ ਕਪੂਰਥਲੇ ਦੀ ਗੱਲ ਕਰ ਲਿਆ, ਭਾਜੀ ਕਪੂਰਥਲੇ ਦੇ ਆ, ਜਲੰਧਰ ਹੈ, ਉੱਥੇ ਗਾਇਆਂ ਐ ਭੱਜੀਆਂ ਫਿਰਦੀਆਂ। ਹਾਂ, ਸਾਡੇ ਗੰਗਾਨਗਰ ਵਿੱਚ ਮੈਂ ਰਿਹਾ ਨਾ, ਉੱਥੇ ਵੀ ਗਾਈਆਂ ਮਤਲਬ ਬਹੁਤ ਤੁਰੀਆਂ ਫਿਰਦੀਆਂ। ਆਪਾਂ ਨੂੰ ਮੱਝ ਨਹੀਂ ਦਿਸਦੀ ਕਦੀ ਕੋਈ, ਠੀਕ ਹੈ ਨਾ ਜੀ। ਨੋਟ ਕਰਨ ਵਾਲਾ ਪੁਆਇੰਟ ਹੈ, ਬਿਲਕੁਲ ਸਹੀ ਗੱਲ। ਮੱਝ ਨਹੀਂ ਦਿਸਦੀ। ਦੂਜੇ ਪਾਸੇ ਆਪਾਂ ਨੂੰ ਕੀ ਕਹਿੰਦੇ ਹੁੰਦੇ ਆ, ਬਲਦ ਨਹੀਂ ਦਿਸਦਾ ਕੋਈ, ਬੱਕਰੀ ਨਹੀਂ ਦੀਦੀ। ਹਾਂ, ਬਲਦ ਬੱਕਰੀ ਕੁੱਕੜ ਨਹੀਂ ਦੀਦਾ, ਸੂਰ ਨਹੀਂ ਦੀਦਾ, ਭੇਡ ਨਹੀਂ ਦੀਦੀ, ਛੱਡੀਓ ਏਦਾਂ। ਹਾਂਜੀ, ਇਸ ਨੂੰ ਥੋੜਾ ਜਿਹਾ ਮਨੋਵਾਦ ਤੋਂ ਥੋੜਾ ਅਲੱਗ ਕਰਕੇ ਆਪਾਂ ਇਨਸਾਨੀਅਤ ਦੇ ਤੌਰ ਨਾਲ ਦੇਖੀਏ ਕਿ ਅਸੀਂ ਜਿਹੜੀ ਸਾਨੂੰ ਜਿਹੜਾ ਬਲਦ ਹੈ ਉਹ ਸਾਡੇ ਖੇਤਾਂ ਦੇ ਗੱਡਿਆਂ ਦੇ ਹਲ ਵਾਹੁਣ ਨੂੰ ਕੰਮ ਆਉਂਦਾ, ਗੱਡੇ ਜੋੜਨ ਦੇ ਕੰਮ ਆਉਂਦਾ, ਅਸੀਂ ਉਹਨੂੰ ਪਾਲਦੇ ਹਾਂ। ਦੂਜੇ ਪਾਸੇ ਮੱਝ ਸਾਨੂੰ, ਕਿਉਂਕਿ ਪੰਜਾਬ 'ਚ ਅਸੀਂ ਜ਼ਿਆਦਾਤਰ ਮੱਝ ਦਾ ਦੁੱਧ ਪੀਂਦੇ ਹਾਂ ਤੇ ਮੱਝ ਨੂੰ ਅਸੀਂ ਪਾਲਦੇ ਹਾਂ ਤੇ ਗਾਵਾਂ ਨੂੰ ਛੱਡ ਦਿੰਦੇ ਹਾਂ। ਤੇ ਇਸੇ ਤਰ੍ਹਾਂ ਹੀ ਮੈਨੂੰ ਯਾਦ ਹੈ ਵੀ ਮੈਂ ਗੰਗਾਨਗਰ ਹੁੰਦਾ ਸੀ, ਮੇਰੀ ਸਾਡੇ ਜਦੋਂ ਕੱਟਾ ਹੋਣਾ ਨਾ, ਤੇ ਮਾਸੀ ਨੇ ਨਾ ਕੱਟੇ ਨੂੰ ਕਹਿਣਾ ਵੀ ਇਹਨੂੰ ਛੱਡ ਗਿਆ, ਦੂਰ ਪਰਾਂ ਛੱਡਿਆ ਕਿਤੇ, ਉਹਨੂੰ ਮੈਂ ਸੰਗਲ ਫੜ ਕੇ 2-4 ਕਿਲੋਮੀਟਰ ਛੱਡ ਜਾਣਾ ਹਨਾ। ਉਹਨੇ ਵਿਚਾਰੇ ਨੇ ਫੇਰ ਲੱਭਦੇ ਸੁੰਘਦੇ ਨੇ, ਆਪਣੀ ਮਾਂ ਵੱਲ ਆਉਂਦਾ ਉਹਨੇ ਫੇਰ ਆ ਜਾਣਾ ਜੀ, ਉਹ ਫੇਰ ਛੱਡ ਆਉਣਾ। ਸੋ ਇਹਦੇ ਹਿਸਾਬ ਨਾਲ ਮੈਂ ਇਹ ਕਰਾਂ ਕਿ ਜਿਹੜੀ ਕੁਛ ਜ਼ਿੰਮੇਵਾਰ ਅਸੀਂ ਵੀ ਆ ਨਾ, ਜਿਹੜੀਆਂ ਹੁਣ ਇਹ ਚੀਜ਼ਾਂ ਜਿਹੜੀਆਂ ਅਸੀਂ ਛੱਡ ਦਿੰਦੇ ਹਾਂ, ਜਿਹੜੀ ਸਾਨੂੰ ਚੀਜ਼ ਦੀ ਲੋੜ ਹੈ ਉਹ ਰੱਖ ਲੈਂਦੇ, ਦੂਜੀ ਨੂੰ ਛੱਡ ਦਿੰਦੇ ਹਾਂ। ਸੋ ਇਹ ਇਨਸਾਨੀਅਤ ਨਹੀਂ ਨਾ। ਹੁਣ ਜਿਵੇਂ ਆਪਾਂ ਬੱਚੇ ਦੀ ਗੱਲ ਕਰਦੇ, ਆਪਣੇ ਜੋ ਪੰਜਾਬ ਦੇ ਵਿੱਚ ਆ, ਪਹਿਲਾਂ ਅੱਜ ਕੱਲ੍ਹ ਤੇ ਬਦਲ ਗਿਆ ਮਾਹੌਲ, ਧੀਆਂ ਪੁੱਤ ਬਰਾਬਰ ਨੇ, ਆਪਾਂ ਪੁੱਤ ਨੂੰ ਖਵਾਉਣੇ ਆ, ਧੀ ਦੁੱਧ ਉਹਨੂੰ ਪਿਆਉਣੇ, ਉਹਨੂੰ ਮੂੰਹ ਤੋਂ ਕੱਢ ਕੇ। ਸੋ ਇਸੇ ਤਰ੍ਹਾਂ ਹੀ ਜੋ ਇਨਸਾਨੀਅਤ ਇਹ ਕਹਿੰਦੀ ਹੈ ਕਿ ਜਿਹੜਾ ਤੁਸੀਂ ਜੋ ਵੀ ਤੁਹਾਡੇ ਉਹਦੇ ਵਿੱਚ ਹਾਤੇ ਵਿੱਚ ਜਾਂ ਤੁਹਾਡੀ ਹਵੇਲੀ ਵਿੱਚ ਜਾਂ ਤੁਹਾਡੇ ਘਰ ਵਿੱਚ ਅਗਰ ਕੋਈ ਕੱਟਾ ਹੁੰਦਾ ਹੈ, ਕੱਟੀ ਹੁੰਦੀ ਹੈ ਤੇ ਬੱਚਾ ਹੁੰਦਾ ਹੈ, ਬੱਚੀ ਹੁੰਦੀ ਹੈ, ਸਭ ਨੂੰ ਤੁਸੀਂ ਬਰਾਬਰ ਦਾ ਉਹ ਸਨਮਾਨ ਦਿਓ, ਸਭ ਦੀ ਬਰਾਬਰ ਦੀ ਪਾਲਣ ਪੋਸ਼ਣ ਕਰੋ, ਔਰ ਤੁਹਾਡੇ ਘਰ ਵਿੱਚ ਪੈਦਾ ਹੋਇਆ ਤੇ ਉਹਦੀ ਜ਼ਿੰਮੇਵਾਰੀ ਲਓ ਤੁਸੀਂ। ਬਿਲਕੁਲ ਬਿਲਕੁਲ, ਉਹ ਗੱਲ ਤੁਹਾਡੀ ਸਹੀ ਆ ਵੀ ਇੱਕ ਸਿਸਟਮ ਇਹੋ ਜਿਹਾ ਆ, ਜਿਸ ਸਿਸਟਮ ਨੇ ਇੱਕ ਸੋਚ ਨੇ ਲੋਕਾਂ ਦੀ ਸੋਚ ਨੂੰ ਹਜ਼ਾਰਾਂ ਸਾਲਾਂ ਤੋਂ ਜੰਗਾਲ ਲਗਾ ਦਿੱਤਾ ਗਿਆ, ਸੋਚ ਜਿਹੜੀ ਜੰਗਾਲੀ ਹੋਈ ਆ। ਪਰ ਜਦੋਂ ਗੁਰੂ ਸਾਹਿਬ ਜੀ ਮਹਾਰਾਜ ਦਾ ਆਪਾਂ ਉੱਧਰ ਜਦੋਂ ਜੁੜਦੇ ਆ, ਫਿਰ ਆ ਤੁਹਾਡੇ ਵਾਲੀਆਂ ਕਈਆਂ ਹੋਈਆਂ ਜਿਹੜੀਆਂ ਗੱਲਾਂ ਆ ਇਹ ਹੋਣੀਆਂ ਨਹੀਂ ਚਾਹੀਦੀਆਂ, ਪਰ ਅਸੀਂ ਕਰਦੇ ਰਹਿੰਦੇ ਆ, ਕਰ ਜਾਂਦੇ ਫੇਰ ਹੀ, ਪਰ ਕਰਨੀਆਂ ਨਹੀਂ ਚਾਹੀਦੀਆਂ। ਵੀਰ ਜੀ ਇਹਦੇ ਚ ਮੈਂ ਐਡ ਕਰਦੇ ਆ ਕਿ ਇਹ ਜਿਹੜਾ ਅਸੀਂ ਧੀ ਤੇ ਪੁੱਤ ਦਾ ਫਰਕ ਕਰਦੇ ਆ, ਜਾਂ ਜਿਹੜੀ ਚੀਜ਼ ਦੀ ਸਾਨੂੰ ਲੋੜ ਨਹੀਂ ਅਸੀਂ ਉਹਦੀ ਬੇਕਦਰੀ ਕਰ ਦਿੰਦੇ ਆ, ਇਹ ਜ਼ਿਆਦਾਤਰ ਇਨਸਾਨ ਦੇ ਵਿੱਚ ਹੀ ਪਾਇਆ ਜਾਂਦਾ। ਕਦੀ ਜਾਨਵਰ ਵੀ, ਉਹਨੇ ਵੱਛੀ ਨੂੰ ਜਨਮ ਦਿੱਤਾ ਹੋਵੇ, ਉਹਨੇ ਬੱਚੇ ਨੂੰ ਜਨਮ ਦਿੱਤਾ ਹੋਵੇ, ਗਾਂ ਨੇ ਕਦੀ ਉਹਨਾਂ ਦੋ ਚ ਫਰਕ ਕਰਦੇ ਦੇਖਿਆ ਉਹਨਾਂ ਨੂੰ? ਇਹ ਸਿਰਫ ਤੇ ਸਿਰਫ ਅਸੀਂ ਇਨਸਾਨ ਆਪਣੇ ਆਪ ਨੂੰ ਉੱਚਮ ਧਰਤੀ ਦੇ ਉੱਤੇ ਸਾਰਿਆਂ ਜੀਵਾਂ ਦੇ ਉੱਤੇ ਜੀਵ ਮੰਨਿਆ ਜਾਂਦਾ ਇਨਸਾਨ ਨੂੰ, ਮਗਰ ਇਹ ਕ੍ਰਿਤੀਆਂ ਜਿਹੜੀਆਂ ਨਾ ਸਾਡੇ ਸਮਾਜ ਦੇ ਵਿੱਚੋਂ, ਸਾਡੇ ਜਨਮ ਤੋਂ ਸਾਡੀਆਂ ਜਿਹੜੀਆਂ ਦਾਦੀਆਂ ਮਾਈਆਂ ਦਾਦੇ ਪਿਓ ਸੀਗੇ, ਉਹਨਾਂ ਦੀਆਂ ਜੋ ਗੱਲਾਂ ਬਾਤਾਂ ਸੀ ਉਹੀ ਦੇਖ ਦੇਖ ਕੇ ਗਾਂ ਦੀ ਗਾਂ ਆਪਣੇ ਨਿਆਣਿਆਂ ਚੋਂ ਜਨਰੇਟ ਕਰਦੇ ਆ, ਉਹ ਚੱਲਦਾ ਆ ਰਿਹਾ ਹਜੇ ਤੱਕ। ਪਰ ਇੱਥੋਂ ਆਪਾਂ ਅਖੀਰ ਦੇ ਵਿੱਚ ਇਹੀ ਗੱਲ ਕਹਾਂਗੇ ਇਸ ਟੌਪਿਕ ਤੇ ਆਧਾਰਿਤ, ਬਈ ਬੰਦਾ ਸਭ ਤੋਂ ਇਸ ਧਰਤੀ ਦੇ ਉੱਪਰ ਇੱਕ ਖਤਰਨਾਕ ਜਾਨਵਰ ਆ। ਬਿਲਕੁਲ ਖਤਰਨਾਕ, ਖੂੰਖਾਰ, ਨਿਰਦਈ, ਜ਼ਾਲਮ ਜੀਵ ਆ ਇੱਕ ਇਹ, ਮਤਲਬ ਠੀਕ ਨੇ। ਇੱਕ ਸੌਰੀ ਮੈਂ ਤੁਹਾਨੂੰ ਵਿੱਚੋਂ ਟੋਕ ਰਿਹਾ, ਅੱਜ ਸਵੇਰੇ ਨਾ ਤੁਹਾਡੇ ਆ ਕਾਲ ਆਉਣ ਤੋਂ ਪਹਿਲਾਂ ਇੱਕ ਮੈਂ ਵੀਡੀਓ ਦੇਖੀ ਹੈ ਕਿ ਉਹਦੇ ਵਿੱਚ ਉਹਨਾਂ ਦੱਸਿਆ ਹੈ ਕਿ ਇੱਕ ਬਜ਼ੁਰਗ ਬੰਦਾ, ਉਹਦੇ ਸਕੇ ਭਰਾਵਾਂ ਨੇ ਤੇ ਉਹਦੇ ਭਤੀਜਿਆਂ ਨੇ 3.5 ਕਿੱਲੇ ਜ਼ਮੀਨ ਉਹਦੇ ਕੋਲ ਖੋਹ ਕੇ ਤੇ ਉਹਨੂੰ ਸ਼ਮਸ਼ਾਨ ਘਾਟ ਦੇ ਵਿੱਚ ਸਿੱਟ ਦਿੱਤਾ, ਔਰ ਉਹਦੇ ਕੋਈ ਵਿਚਾਰੇ ਦੇ ਅੰਦਰੂਨੀ ਕੁਛ ਜ਼ਖਮ ਇਹੋ ਜਿਹਾ ਹੈ ਜਿਹਦੇ ਨਾਲ ਕੈਂਸਰ ਸ਼ੁਰੂ ਹੋ ਗਈ। ਪਿੰਡ 'ਚ ਕੋਈ ਰੋਟੀ ਦੇ ਜਾਂਦਾ ਸੀ, 4-5 ਦਿਨ ਕੋਈ ਨਹੀਂ ਦਿੰਦਾ ਸੀ ਤੇ ਭੁੱਖਾ ਹੀ ਰਹਿੰਦਾ ਸੀ। ਅਖੀਰ ਇੱਕ ਸੰਸਥਾ ਨੂੰ ਉਹਦਾ ਫੋਨ ਗਿਆ ਤਾਂ ਉਹਨਾਂ ਨੇ ਚੱਕ ਕੇ ਉਹਦਾ ਆਪਰੇਸ਼ਨ ਕਰਵਾਇਆ, ਆਪਰੇਸ਼ਨ ਕਰਾ ਕੇ 5-6 ਮਹੀਨੇ ਸਾਂਭ ਕੇ, ਤਾਂ ਅੱਜ ਉਹਨੂੰ ਆਪਣੇ ਰਾਜਸਥਾਨ ਵਾਲੀ ਉਹਦੀ ਕੋਈ ਭੈਣ ਵਿਆਹੀ ਹੋਈ, ਉਹਦੇ ਘਰ ਉਹਨਾਂ ਨੇ ਗੱਡੀ 'ਚ ਬਿਠਾਉਂਦੇ ਹੁੰਦੇ ਵੀਡੀਓ ਪਾਈ ਆ। ਔਰ ਮੈਨੂੰ ਬੜੀ ਹੈਰਾਨਗੀ ਹੋਈ ਉਹ ਵੀਡੀਓ ਦੇਖ ਕੇ ਕਿ ਜ਼ਮੀਨ ਜਾਇਦਾਦ ਤਾਂ ਉਹਦੀ ਉਹਨਾਂ ਨੇ ਨਾਂ ਲਵਾ ਲਈ, ਮਗਰ ਉਹਨੂੰ 2 ਰੋਟੀਆਂ ਨਹੀਂ ਸਰੀਆਂ। ਜਾਨੀ ਅਸੀਂ ਫਾਇਦੇ ਵਾਲੀ ਚੀਜ਼ ਇਕੱਲੀ ਜਾਨਵਰ 'ਚ ਹੀ ਨਹੀਂ ਵੀ ਸਾਨੂੰ ਜਾਨਵਰ 'ਚ ਫਾਇਦਾ ਕਿ ਨੁਕਸਾਨ, ਅਸੀਂ ਆਪਣੇ ਭੈਣ ਭਰਾਵਾਂ ਦੇ ਵਿੱਚ ਵੀ ਫਾਇਦਾ ਨਫਾ ਨੁਕਸਾਨ ਵਿਕਾਸ ਲੱਭਦੇ ਢੂੰਡਦੇ ਰਹਿੰਦੇ ਆ। ਹਾਂਜੀ ਬਿਲਕੁਲ ਬਿਲਕੁਲ ਬਿਲਕੁਲ, ਉਹੀ ਖੂਨ ਸਫੈਦ ਹੋ ਗਿਆ ਜਦੋਂ ਖੂਨ ਦਾ ਰੰਗ ਬਦਲ ਜਾਵੇ ਨਾ। ਆਪਣੇ ਹੋਰ
ਖਾਲਸਾ ਜੀ ਬਈ ਜਿਹੜਾ ਅੰਦੋਲਨ ਇਸ ਵੇਲੇ ਕਿਵੇਂ ਇਸ ਵੇਲੇ 26 ਤੋਂ ਬਾਅਦ ਡਾਮਾਡੋਲ ਹੋਇਆ, ਥੋੜਾ ਥਿੜਕਿਆ, ਹਾਂਜੀ ਅੱਜ ਦੇ ਹਾਲਾਤ ਕੀ ਆ? ਅੱਜ ਦੇ ਹਾਲਾਤ ਇਹਨਾਂ ਤਾਰੀ ਨਾਲ ਵੀ ਮੇਰੀ ਗੱਲਬਾਤ ਟੈਲੀਫੋਨ ਤੇ ਹੁੰਦੀ ਰਹਿੰਦੀ ਆ, ਤੇ ਉੱਥੇ ਇਸ ਵੇਲੇ ਮੋਰਚੇ 'ਚ ਪਹੁੰਚੇ ਹੋਏ ਆ। ਉਹ ਹਮੇਸ਼ਾ ਹੀ ਉੱਥੇ ਰਹਿੰਦਾ, ਮੋਰਚੇ ਤੇ ਰਹਿੰਦਾ ਉਹ। ਅੱਛਾ। ਇੱਥੇ ਪੀਤਾ ਤੇ ਮਿੱਠੇਪੁਰੀਆ ਪੀਤਾ ਔਰ ਮੈਂ, ਅਸੀਂ ਇੱਥੇ ਕਪੂਰਥਲੇ ਦਾ ਸਾਰਾ ਪ੍ਰੋਗਰਾਮ ਜਿਹੜਾ ਉਹ ਸੰਭਾਲਦੇ ਆ। ਔਰ ਜਿੱਦਾਂ ਉੱਥੋਂ ਸਾਨੂੰ ਹੁਕਮ ਆਉਂਦਾ ਸੰਯੁਕਤ ਮੋਰਚੇ ਕਿਸਾਨ ਤੋਂ, ਅਸੀਂ ਉਹਦੀ ਪਾਲਣਾ ਕਰਦੇ ਹਾਂ ਪੂਰੀ। ਤੇ ਜਿੱਦਾਂ ਰਾਤ ਉਹਨਾਂ ਨੇ ਕੈਂਡਲ ਮਾਰਚ ਦਾ ਕਿਹਾ ਸੀ, ਤੇ ਅਸੀਂ ਇੱਥੋਂ ਸਾਨੂੰ ਡਿਪਟੀ ਦਾ ਕੱਲ ਫੋਨ ਆ ਗਿਆ ਸਵੇਰੇ ਕਿ ਦਫਾ 44 ਲੱਗੀ ਹੋਈ ਆ, ਵੋਟਾਂ ਕਰਕੇ ਤੁਸੀਂ ਸ਼ਹਿਰ ਦੇ ਵਿੱਚ ਨਹੀਂ ਕਰ ਸਕਦੇ। ਤੇ ਫਿਰ ਜਦ ਪ੍ਰਸ਼ਾਸਨ ਹਜੇ ਸਾਡਾ ਸਾਥ ਦੇ ਰਿਹਾ ਤਾਂ ਸਾਨੂੰ ਵੀ ਫਿਰ ਇਹ ਸੋਚ ਬਣੀ ਕਿ ਵੀ ਅਸੀਂ ਜਿੱਥੇ 44 ਨਹੀਂ ਹੈ ਤਾਂ ਉੱਥੇ ਕਰ ਲੈਂਦੇ ਹਾਂ। ਉਹ ਰੇਲਵੇ ਕੋਚ ਫੈਕਟਰੀ ਫਿਰ ਵਧੀਆ ਜਗ੍ਹਾ ਸਾਨੂੰ ਲੱਗੀ, ਤੇ ਅਸੀਂ ਕੱਲ ਉੱਥੇ ਤਕਰੀਬਨ 5-6 ਕਿਲੋਮੀਟਰ ਦਾ ਉਹ ਆਪਣਾ ਕੀਤਾ। ਹਾਂਜੀ, ਇਹ ਜਿਹੜਾ ਦਿੱਲੀ ਵਾਲਾ ਸੰਘਰਸ਼ ਹੈ ਜੀ, ਇਕੱਲਾ ਦਿੱਲੀ ਵਾਲਾ ਨਹੀਂ, ਹੁਣ ਇਹ ਪੰਜਾਬ ਦਾ ਨਹੀਂ ਰਹਿ ਗਿਆ, ਇਹ ਵਰਲਡ ਲੈਵਲ ਹੋ ਗਿਆ। ਇਹ ਮੈਨੂੰ ਜਿੱਥੋਂ ਤਾਈਂ ਮੇਰੇ ਦਿਮਾਗ ਦੇ ਵਿੱਚ ਜੋ ਸਵਾਲ ਹੈ ਇਹ ਆ ਰਿਹਾ ਆ ਕਿ ਇਹ ਬਾਕੀ ਦੇ ਮੁਲਕਾਂ 'ਚ ਵੀ ਜਿਹੜੇ ਕਿਸਾਨ ਦੁਖੀ ਆ, ਇਸ ਮੋਰਚੇ ਨੂੰ ਦੇਖ ਕੇ ਹੋ ਸਕਦਾ ਕਿ ਸਾਡੇ ਭਾਰਤ ਤੋਂ ਬਾਹਰ ਵਰਲਡ ਲੈਵਲ ਤੇ ਹੋਰ ਮੁਲਕਾਂ 'ਚ ਵੀ ਸ਼ੁਰੂ ਹੋ ਜਾਵੇ। ਇਹ ਗੱਲ ਸਿਆਣੀ ਆ, ਕਿਉਂ ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ। ਕੀ ਖਿਆਲ ਹੈ ਹਰਪਾਲ ਸਿੰਘ ਜੀ ਤੁਹਾਡਾ ਇਹਦੇ ਬਾਰੇ? ਦੇਖੋ ਜੀ, ਜਿਹੜਾ ਤੁਸੀਂ ਸਵਾਲ ਪੁੱਛਿਆ ਸੀਗਾ ਵੀ ਕਿਸਾਨ ਅੰਦੋਲਨ ਇਸ ਵਕਤ ਕਿੱਥੇ ਕਿਤੇ ਖੜਾ ਹੈ, ਉਹ ਜੋਸ਼ ਪਹਿਲੇ ਵਾਲਾ ਬਰਕਰਾਰ ਹੈ ਜਾਂ ਕੁਝ ਘਟਿਆ, ਜਾਂ ਅਗਰ ਤੁਸੀਂ ਕਹਿ ਲਓ ਕਿ ਉਹਦੀ ਕੋਈ ਦਿਸ਼ਾ ਪਰਿਵਰਤਨ ਹੋਇਆ ਹੈ ਜਾਂ ਨਹੀਂ ਹੋਇਆ। ਤੇ ਉਹਦੇ ਜਿੱਥੋਂ ਤੱਕ ਭਾਜੀ ਜਿਹੜੇ ਇਹਨਾਂ ਨੂੰ ਤਾਂ ਖੈਰ ਜ਼ਿਆਦਾ ਪਤਾ ਹੈਗਾ, ਉੱਥੇ ਰਹਿੰਦੇ ਆ, ਤੇ ਆਪਾਂ ਤਾਂ ਜਿੰਨਾ ਕਿ ਆਪਾਂ ਨੂੰ ਉੱਥੇ ਸੋਸ਼ਲ ਮੀਡੀਆ ਤੇ ਪਤਾ ਲੱਗਦਾ ਹੈ, ਉੱਥੋਂ ਆਪਾਂ ਨੂੰ ਜਾਣਕਾਰੀ ਮਿਲਦੀ ਹੈ। ਤੇ ਉਹਦੇ ਵਿੱਚ ਮੈਨੂੰ ਇਹ ਲੱਗ ਰਿਹਾ ਕਿ ਪਿਛਲੇ 2-3 ਦਿਨਾਂ ਦੇ ਅੰਦਰ ਜਦੋਂ 26 ਜਨਵਰੀ ਨੂੰ ਜੋ ਹੋਇਆ ਸੀਗਾ, ਰੌਲਾ ਰੱਪਾ ਹੋਇਆ ਉੱਥੇ, ਉਸ ਦਿਨ ਜਿਹੜੀ ਸੱਟ ਵੱਜੀ ਸੀਗੀ ਉਹ ਬਹੁਤ ਵੱਡੀ ਸੱਟ ਹੋ ਸਕਦੀ ਸੀ, ਲੇਕਿਨ ਉਹ ਜਿਸ ਤਰ੍ਹਾਂ ਵੀ ਉਹ ਆਪਣੇ ਟਕੈਤ ਰਕੇਸ਼ ਟਕੈਤ ਨੇ ਉਹਦੇ ਕਹਿੰਦੇ ਅਥਰੂ ਜੋ ਵੀ ਅਥਰੂ ਕਰਕੇ ਉਹ ਮੋੜਾ ਪਾ ਲਿਆ ਨਾ। ਔਰ ਬਲਕਿ ਮੈਂ ਕਹਿੰਦਾ ਕਿ ਉਸ ਤੋਂ ਵੀ ਜ਼ਿਆਦਾ ਉਹ ਜਿਹੜਾ ਉਹਦੇ ਅਥਰੂ ਨੇ ਇੱਕ ਸੁਨਾਮੀ ਜੀ ਲਿਆਤੀ। ਤੇ ਉਹ ਉਸ ਦਿਨ ਤੋਂ ਲੈ ਲਓ, 26 ਜਨਵਰੀ ਤੋਂ ਲੈ ਲਓ, ਤੇ ਪਿਛਲੇ 2 ਦਿਨ ਜਾਂ 3 ਦਿਨ ਪਹਿਲਾਂ ਤੱਕ ਲੈ ਲਓ, ਜੋ ਮੈਂ ਮਹਿਸੂਸ ਕਰ ਰਿਹਾ ਉਹ ਬਹੁਤ ਬਹੁਤ ਵਧੀਆ, ਬਹੁਤ ਜ਼ਿਆਦਾ ਸਟਰੋਂਗ ਹੈ। ਤੇ ਏਕੇ ਵਿੱਚ ਨੇ ਲੋਕ, ਔਰ ਜਿਹੜੀ ਉਹਨਾਂ ਦੀ ਜੋ ਨਿਸ਼ਾਨਾ ਹੈ ਆਪਣੇ ਨਿਸ਼ਾਨੇ ਦੇ ਉੱਤੇ। ਪਰ ਪਿਛਲੇ 2-3 ਦਿਨਾਂ ਤੋਂ ਮੈਂ ਥੋੜਾ ਜਿਹਾ ਇਹ ਮਹਿਸੂਸ ਕਰ ਰਿਹਾ ਕਿ ਲੱਗਦਾ ਕਿ ਥੋੜਾ ਜਿਹਾ ਠਹਿਰਾਵ ਆ ਗਿਆ। ਮਤਲਬ ਮੈਂ ਇਹ ਨਹੀਂ ਕਹਿ ਰਿਹਾ ਕਿ ਉਹ ਪਾਣੀ ਥੱਲੇ ਚਲਾ ਗਿਆ ਜਾਂ ਉੱਤੇ ਚਲਾ ਗਿਆ, ਜਾਂ ਨਾ ਏਦਾਂ ਲੱਗਦਾ ਥੋੜਾ ਜਿਹਾ ਠਹਿਰਾਵ ਆ ਗਿਆ। ਠਹਿਰਾਵ ਤੋਂ ਮੇਰਾ ਭਾਵ ਇਹ ਆ ਗਿਆ, ਜਦੋਂ ਪਾਣੀ ਠਹਿਰ ਜਾਂਦਾ ਹੈ ਤੇ ਫਿਰ ਪਾਣੀ ਗੰਦਲਾ ਹੋਣਾ ਸ਼ੁਰੂ ਹੋ ਜਾਂਦਾ ਹੈ, ਔਰ ਉਹਦਾ ਕਾਰਨ 26 ਜਨਵਰੀ ਤੋਂ ਸ਼ੁਰੂ ਹੁੰਦਾ ਹੈ। ਪਿਛਲੇ 2-3 ਦਿਨਾਂ ਤੋਂ ਮੈਂ ਇਹ ਦੇਖ ਰਿਹਾ ਕਿ ਧੜੇ ਥੋੜੇ ਜਿਹੇ ਬਣ ਰਹੇ ਨੇ, ਔਰ ਜਿਹਦੇ ਵਿੱਚ ਮੈਂ ਕੋਈ ਸੰਕੋਚ ਨਹੀਂ ਕਰਾਂਗਾ ਦੀਪ ਸਿੱਧੂ ਦਾ ਨਾਮ ਲੈਣ ਦੇ ਵਿੱਚ। ਔਰ ਦੀਪ ਸਿੱਧੂ ਤੇ 2 ਬ੍ਰੈਕਟ ਚ ਵੰਡੀਏ, ਦੀਪ ਸਿੱਧੂ ਨੂੰ ਮੈਂ ਕਹਿੰਦਾ ਯੰਗਸਟਰ, ਜਿਹੜੇ ਨੌਜਵਾਨ ਪੀੜ੍ਹੀ ਹੈ, ਜਿਹੜਾ ਆਪਣਾ ਸੰਯੁਕਤ ਮੋਰਚਾ ਹੈ, ਉਹ ਮੈਚੁਰ ਬੰਦੇ ਕਹਿ ਲਓ, ਜਿਨ੍ਹਾਂ ਨੇ ਦੁਨੀਆ ਦੇਖੀ ਹੈ, ਹੰਡਾਈ ਹੈ। 80 ਮਤਲਬ ਕਹਿਣ ਤੋਂ ਭਾਵ 40 ਸਾਲ ਤੋਂ ਲੈ ਕੇ 80 ਸਾਲ 90 ਸਾਲ ਤੱਕ ਦੇ ਵੀ ਉਹਦੇ ਵਿੱਚ ਸ਼ਖਸ ਨੇ, ਜਿਨ੍ਹਾਂ ਨੇ ਉਹ ਕਹਿੰਦੇ ਨਾ, ਆਪਾਂ ਵੀ ਕਹਿੰਦੇ ਜਿਹੜੀ ਆਪਣੀ ਆਮ ਕਹਾਵਤ ਹੈ ਕਿ ਜਿਹੜੇ ਵਾਲ ਧੁੱਪ 'ਚ ਨਹੀਂ ਸਫੇਦ ਕੀਤੇ। ਔਰ ਮੈਂ ਸਮਝਦਾ ਕਿ ਉਹਨਾਂ ਨੂੰ ਜੋਸ਼ ਦਾ ਵੀ ਪਤਾ ਹੈ, ਔਰ ਉਹਨਾਂ ਨੂੰ ਹੋਸ਼ ਦਾ ਵੀ ਪਤਾ ਹੈ। ਉਹਨਾਂ ਨੂੰ ਇਹ ਵੀ ਪਤਾ ਹੈ ਕਿ ਸਭ ਤੋਂ ਪਹਿਲਾਂ ਤੇ ਅਸੀਂ ਹੋਸ਼ ਨਾਲ ਗੱਲ ਕਰਨੀ ਹੈ, ਹੋਸ਼ ਨਾਲ ਕੋਈ ਮੁਹਿੰਮ ਚਲਾਉਣੀ ਹੈ, ਔਰ ਜਿੱਥੇ ਜੋਸ਼ ਲੋੜ ਚਾਹੀਦਾ ਹੁੰਦਾ ਉੱਥੇ ਜੋਸ਼ ਵੀ ਵਰਤਣਾ ਪੈਂਦਾ ਹੈ। ਪਰ ਜਿਹੜਾ ਦੂਸਰਾ ਧੜਾ ਲੱਗ ਰਿਹਾ ਮੈਨੂੰ, ਉਹ ਇਸ ਤਰ੍ਹਾਂ ਲੱਗ ਰਿਹਾ ਕਿ ਉਹਦੇ ਵਿੱਚ ਪਰਸਨਲ ਵਿਅਕਤੀਗਤ ਜਿਹੜੀ ਹੈਗੀ ਹੈ ਲਾਲਸਾ, ਵਿਅਕਤੀਗਤ ਭੁੱਖ, ਨਾਮ ਦੀ ਭੁੱਖ, ਪਹਿਚਾਨ ਦੀ ਭੁੱਖ,
ਔਰ ਥੋੜੀ ਜੀ ਮੈਂ ਦੂਜੇ ਸ਼ਬਦ ਵੈਸੇ ਵਰਤਦਾ ਨਹੀਂ ਹੁੰਦਾ ਕਿ ਫੁਕਰਾਪੰਥੀ ਆ ਜਾਂਦੀ ਹੈ ਉਹਦੇ ਵਿੱਚ। ਉਹਨਾਂ ਦੀ ਮੈਂ ਵੀ ਨਹੀਂ ਕਹਿਣਾ ਕਿ ਉਹਨਾਂ ਨੂੰ ਵੀ ਅਸੀਂ ਗਲਤ, ਉਹਨਾਂ ਨੂੰ ਅਸੀਂ ਇੰਨਾ ਦੋਸ਼ ਨਹੀਂ ਦੇ ਸਕਦੇ ਕਿਉਂਕਿ ਉਹਨਾਂ ਦੀ ਸਮਝ ਇੰਨੀ ਕੁ ਹੈ। ਉਹਨਾਂ ਦੀ ਸਮਝ 20-25 ਸਾਲ ਤੱਕ ਜੋ ਬੰਦਾ ਦਿਖਦਾ ਹੈ ਉਨੀ ਕੁ ਸਮਝ ਹੈਗੀ ਹੈ, ਤੇ ਉਸ ਦੇ ਹਿਸਾਬ ਨਾਲ ਉਹਨਾਂ ਨੂੰ ਉਹ ਗੱਲ ਸਹੀ ਲੱਗਦੀ ਹੈ। ਜਿਸ ਤਰ੍ਹਾਂ ਆਪਣੇ ਬੱਚੇ ਆ ਜਦੋਂ ਵੀ ਡਰਾਈਵਿੰਗ ਕਰਨੀ ਸ਼ੁਰੂ ਕਰ ਦਿੰਦੇ ਆ, 18 ਸਾਲ ਦੇ ਹੋ ਜਾਂਦੇ ਆ, ਤੇ ਇਹ ਆਪਣੇ ਹੱਥੋਂ ਵੱਸੋਂ ਬਾਹਰ ਹੋਣਾ ਸ਼ੁਰੂ ਹੋ ਜਾਂਦੇ ਵੀ ਸਾਨੂੰ ਜ਼ਿਆਦਾ ਪਤਾ ਹੈ ਮਾਂ ਪਿਓ ਨਾਲੋਂ। ਹਾਲਾਂਕਿ ਗੱਲ ਉਹ ਸਹੀ ਨਹੀਂ ਗੀ, ਅਸੀਂ ਇਹਨਾਂ ਦੀ ਪੜ੍ਹਾਈ ਵਾਸਤੇ ਹੀ ਕਹਿੰਦੇ ਆ। ਸੋ ਜੋ ਆਪਾਂ ਸੋਚ ਰਹੇ ਆ ਜਾਂ ਜੋ ਉੱਥੇ ਬੈਠੇ ਜਿਹੜੇ ਪੁਰਾਣੇ ਲੀਡਰ ਨੇ ਔਰ ਜੋ ਇਸ ਵਕਤ ਰਹਿਨੁਮਾਈ ਉਹਦੀ ਕਰ ਰਹੇ ਨੇ, ਉਹਨਾਂ ਨੂੰ ਜ਼ਿਆਦਾ ਪਤਾ ਹੈ ਔਰ ਉਹਨਾਂ ਨੇ ਜ਼ਿਆਦਾ ਦੁਨੀਆ ਦੇਖੀ ਹੈ। ਔਰ ਜਿਵੇਂ ਸ਼ੁਰੂ ਤੋਂ ਵੀ ਇਹ ਕਿਹਾ ਗਿਆ ਹੈ ਕਿ ਕੋਈ ਵੀ ਜਿਹੜਾ ਅੰਦੋਲਨ ਹੈ ਉਸ ਨੂੰ ਤੁਸੀਂ ਉਹਦੇ ਤੇ ਇੱਕ ਉਂਗਲ ਵੀ ਨਹੀਂ ਚੁੱਕ ਸਕਦੇ ਅਗਰ ਉਹ ਸ਼ਾਂਤੀਪੂਰਵਕ ਹੈ, ਉਹ ਅਹਿੰਸਾ ਦੇ ਉੱਤੇ ਹੈ। ਜਿਸ ਤਰ੍ਹਾਂ ਹੁਣ ਮਹਾਤਮਾ ਗਾਂਧੀ ਦੀ ਚਲੋ ਗੱਲ ਹਮੇਸ਼ਾ ਜਦੋਂ ਅਹਿੰਸਾ ਦੀ ਆਉਂਦੀ ਹੈ ਗੱਲ ਮਹਾਤਮਾ ਗਾਂਧੀ ਦੀ ਆ ਜਾਂਦੀ ਹੈ। ਕਿੱਥੇ ਉਹ ਸਹੀ ਸੀ ਕਿੱਥੇ ਉਹ ਗਲਤ ਸੀ, ਉਹਨਾਂ ਕਰਕੇ ਹਿੰਦੁਸਤਾਨ ਪਾਕਿਸਤਾਨ ਦੋ ਮੁਲਕ ਬਣ ਗਏ, ਉਹ ਆਪਾਂ ਉਹਦੇ ਵਿੱਚ ਨਹੀਂ ਜਾਣਾ। ਪਰ ਇੱਕ ਜਿਹੜਾ ਦੇਖੋ ਬਹੁਤ ਦਿਨਾਂ ਤੋਂ 1857 ਤੋਂ ਕ੍ਰਾਂਤੀਆਂ ਚੱਲਦੀਆਂ ਸੀਗੀਆਂ, 1700 ਤੋਂ ਕ੍ਰਾਂਤੀਆਂ ਜਦੋਂ ਤੇ ਵੀ ਅੰਗਰੇਜ਼ ਆਏ ਆ ਉਹ ਕ੍ਰਾਂਤੀ ਉਹ ਤੋਂ ਸ਼ੁਰੂ ਹੋ ਗਈ ਸੀ। ਉਹ ਲక్ష్ਮੀ ਬਾਈ 1857 ਦੇ, ਉਸ ਤੋਂ ਬਾਅਦ ਆਪਣਾ ਟੀਪੂ ਸੁਲਤਾਨ, ਇਧਰ ਸ਼ਿਵਾਜੀ ਜੋ ਵੀ ਸੀਗੇ, ਇਹਨਾਂ ਨੇ ਸੁਭਾਸ਼ ਚੰਦਰ ਬੋਸ, ਭਗਤ ਸਿੰਘ, ਵਿੱਚ ਜੋਸ਼ ਵੀ ਆਇਆ ਤੇ ਵਿੱਚ ਹੋਸ਼ ਵੀ ਆਇਆ। ਲੇਕਿਨ ਜਿਹੜਾ ਅਹਿੰਸਾ ਦਾ ਮਾਰਗ ਹੈ, ਸ਼ਾਂਤੀ ਦਾ ਮਾਰਗ, ਉਹ ਲੰਬਾ ਜ਼ਰੂਰ ਹੈ ਪਰ ਉਹਦੇ ਵਿੱਚ ਕਾਮਯਾਬੀ ਉਹਦੇ ਵਿੱਚ ਹੁੰਦੀ ਹੈ ਕਿਉਂਕਿ ਤੁਸੀਂ ਆਪਣਾ ਆਲਾ ਦੁਆਲਾ ਦੇਖ ਕੇ ਚੱਲਦੇ ਹੋ, ਆਪਣੀ ਸੂਝ ਬੂਝ ਨਾਲ ਚੱਲਦੇ ਹੋ, ਕਦੋਂ ਵਾਰ ਕਰਨਾ ਹੈ ਕਦੋਂ ਨਹੀਂ ਕਰਨਾ, ਕਦੋਂ ਅੱਗੇ ਕਦਮ ਚੁੱਕਣਾ ਹੈ, ਕਦੋਂ ਇੱਕ ਕਦਮ ਪਿੱਛੇ ਹਟਣਾ ਹੈ। ਕਿਉਂਕਿ ਜਦੋਂ ਲੋੜ ਹੁੰਦੀ ਹੈ ਨਾ, ਯੁੱਧ ਦਾ ਮੈਦਾਨ ਹੁੰਦਾ ਹੈ, ਉਦੋਂ ਤੁਹਾਨੂੰ ਕਈ ਵਾਰੀ 2 ਕਦਮ ਅੱਗੇ ਚੱਲਣੇ ਪੈਂਦੇ ਆ ਤੇ 1 ਕਦਮ ਪਿੱਛੇ ਵੀ ਆਉਣਾ ਪੈ ਜਾਂਦਾ। ਉਹਦੇ ਹਿਸਾਬ ਦੇ ਨਾਲ ਮੈਨੂੰ ਜਿਹੜਾ ਆਪਣੀ ਮੁੱਢਲੀ ਜਿਹੜੀ ਗੱਲ ਸੀਗੀ 2-3 ਦਿਨਾਂ ਤੋਂ ਇਹ ਲੱਗ ਰਿਹਾ ਹੈ ਕਿ ਦੂਸਰਾ ਜਿਹੜਾ ਧੜਾ ਬਣ ਰਿਹਾ ਹੈ ਔਰ ਮੈਨੂੰ ਲੱਗ ਰਿਹਾ ਕਿ ਉਹ ਵੱਧ ਰਿਹਾ ਹੈ। ਔਰ ਉਹਦੇ ਵਿੱਚ ਸੋਸ਼ਲ ਮੀਡੀਆ ਦੇ ਵਿੱਚ ਹੁਣ ਕਿਉਂਕਿ ਯੰਗਸਟਰ ਜਿਹੜੇ ਨੌਜਵਾਨ ਪੀੜ੍ਹੀ ਉਹ ਜ਼ਿਆਦਾ ਹੈਗੀ ਹੈ, ਉਹਨਾਂ ਨੂੰ ਉਹ ਜ਼ਿਆਦਾ ਜੋ ਵੀ ਹੈ ਉਸ ਨੂੰ ਅੱਗੇ ਫੈਲਾ ਰਹੇ ਨੇ, ਜਿਸ ਨੂੰ ਕਿ ਕਿਸੇ ਵਿਉਂਤ ਦੇ ਹਿਸਾਬ ਨਾਲ ਉਹਨਾਂ ਨੂੰ ਪਿਆਰ ਦੇ ਨਾਲ, ਉਹਨਾਂ ਨੂੰ ਆਪਾਂ ਮਾੜਾ ਨਹੀਂ ਕਹਿਣਾ, ਮਾੜਾ ਨਹੀਂ ਸੀ ਉਹਨਾਂ ਨੂੰ ਕਹਿਣਾ, ਉਹਨਾਂ ਨੂੰ ਜਿਵੇਂ ਆਪਣਾ ਬੱਚਾ ਕੋਈ ਗਲਤੀ ਕਰ ਲੈਂਦਾ ਤੇ ਉਹਨੂੰ ਆਪਾਂ ਐ ਨਹੀਂ ਹੈਗਾ ਵੀ ਇੱਕ ਤਾਂ ਤੁਸੀਂ 2 ਚਪੇੜਾ ਮਾਰ ਕੇ ਕਹੋ ਬਸ ਆਹ ਹੀ ਕਰਨਾ। ਜੇ ਉਹਨੂੰ ਤੁਸੀਂ ਖੜਾ ਕਰਕੇ ਕਹੋ ਵੀ ਤੂੰ ਆਹ ਕੰਮ ਕੀਤਾ, ਕੋਈ ਗੱਲ ਨਹੀਂ ਇਹ ਤੇਰੀ ਗਲਤੀ ਸੀ, ਪਰ ਅਗਾਂਹ ਤੋਂ ਆਪਣੀ ਗਲਤੀ ਤੋਂ ਸਿੱਖ ਵੀ ਆਹ ਗਲਤੀ ਕਰਕੇ ਆਹ ਕੰਮ ਹੁੰਦਾ ਹੈ। ਜੇ ਤੱਤੇ ਨੂੰ ਤੂੰ ਹੱਥ ਲਾਏਗਾ ਤੇਰੀ ਉਂਗਲ ਸੜਨੀ ਹੈ, ਅੱਗ ਵਿੱਚ ਹੱਥ ਪਾਏਗਾ ਤੇਰੇ ਮਤਲਬ ਜਲੇਗਾ ਤੇਰਾ ਸਰੀਰ। ਤੇ ਮਤਲਬ ਅਸੀਂ ਉਹਨਾਂ ਨੂੰ ਸਮਝਾਉਣਾ ਕਿ ਅਸੀਂ ਵੀ ਤੁਹਾਡੇ ਨਾਲ ਆ ਔਰ ਤੁਸੀਂ ਵੀ ਸਾਡੇ ਨਾਲ। ਜੋ ਏਕੇ ਦੇ ਵਿੱਚ ਗੱਲ ਹੈਗੀ ਹੈ ਉਹ ਅਲੱਗ-ਅਲੱਗ ਧੜਿਆਂ ਵਿੱਚ ਨਹੀਂ ਹੋ ਸਕਦੀ। ਤਾਂ ਮੇਰੀ ਤਾਂ ਤੁਹਾਡੇ ਇਸ ਮੰਚ ਦੇ ਜ਼ਰੀਏ ਇਹੀ ਗੁਜ਼ਾਰਿਸ਼ ਹੈ ਕਿ ਜਿਹੜੇ ਆਪਣੇ ਵੱਡੇ ਨੇ ਸੰਯੁਕਤ ਮੋਰਚਾ ਜਿਹੜੇ ਸਿੰਘੂ ਬਾਰਡਰ ਤੇ ਦੂਜੇ ਬਾਰਡਰ ਤੇ ਬੈਠੇ ਨੇ, ਉਹ ਵੀ ਕੋਸ਼ਿਸ਼ ਕਰਨ ਉਹਨਾਂ ਨੂੰ ਸੁਣਾਉਣ ਦੀ, ਸਮਝਾਉਣ ਦੀ। ਦੂਜੇ ਪਾਸੇ ਜਿਹੜੇ ਉਹ ਨੌਜਵਾਨ ਹੈ ਉਹ ਵੀ ਥੋੜਾ ਜਿਹਾ ਇੰਨਾ ਕਿ ਕਈ ਵਾਰੀ ਵੱਡਿਆਂ ਦੀ ਗੱਲ ਮੰਨ ਲਈਦੀ ਹੁੰਦੀ ਹੈ। ਇਹੀ ਮੇਰਾ ਆਪਣਾ ਸੁਝਾਅ ਹੈ ਜੀ। ਜੀ, ਇੱਕ ਤਾਂ ਤੁਸੀਂ ਗੱਲ ਬੜੀ ਕਮਾਲ ਦੀ ਕੀਤੀ ਆ ਬਈ ਰਕੇਸ਼ ਟਕੈਤ ਵਾਲੀ, ਵੀ ਜਿਹੜਾ ਉਹ ਟਰਨਿੰਗ ਪੁਆਇੰਟ ਆਇਆ ਉਦੋਂ ਅੰਦੋਲਨ ਠੀਕ ਆ ਉਤਰਾਅ ਚੜ੍ਹਾਅ ਆਉਂਦੇ ਆ, ਪਰ ਮੁੜ ਕੇ ਉਸ ਅੰਦੋਲਨ ਦੇ ਵਿੱਚ એનર્ਜੀ, ਉੱਚ ਪਾਵਰ, ਸ਼ਕਤੀ ਪੈਦਾ ਕਰਨ ਵਾਸਤੇ ਜੇ ਆਪਾਂ ਇਹਨੂੰ ਡੂੰਘਾਈ 'ਚ ਜਾ ਕੇ ਵੇਖੀਏ ਜਾਂ ਜਿਹੜੀ ਗੱਲ ਵਿੱਚੋਂ ਉੱਭਰ ਕੇ ਸਾਹਮਣੇ ਆਈ ਹੈ ਜਿਹੜੀ ਬਿਲਕੁਲ 100% ਸੱਚ ਆ, ਔਰ ਟਕੈਤ ਸਾਹਿਬ ਨੇ ਖੁਦ ਉਸ ਗੱਲ ਨੂੰ ਮਹਿਸੂਸ ਕੀਤਾ ਔਰ ਉਹ ਬੰਦੇ ਦੀ ਕੁਰਬਾਨੀ, ਉਹਦਾ ਜਜ਼ਬਾ, ਉਹਦੀ ਇਮਾਨਦਾਰੀ ਨੂੰ ਆਪਾਂ ਜੇ ਦੇਖੀਏ, ਇੱਕ ਬਹਾਦਾਰੀ, ਜਿਹੜੀ ਬਹਾਦਾਰੀ ਸ਼ਬਦ ਆਪਾਂ ਵਰਤਦੇ ਹਾਂ, ਕਿ ਜਦੋਂ 26 ਜਨਵਰੀ ਤੋਂ ਬਾਅਦ ਉਹਨਾਂ ਨੇ ਉਹ ਗਾਜੀਪੁਰ ਵਾਲੇ ਬਾਰਡਰ ਤੇ ਉਹਨੂੰ ਅਰੈਸਟ ਕਰਨ ਦੀ ਕੋਸ਼ਿਸ਼ ਕੀਤੀ, ਜਦੋਂ RSS ਦੇ ਗੁੰਡੇ ਚੜ ਕੇ ਨਾਲ ਆ ਗਏ ਤੇ ਨਾਲ ਫੋਰਸ ਆ ਗਈ, ਠੀਕ ਹੈ, ਨਾਲ ਉਹਨਾਂ ਦੇ ਲੀਡਰ ਆ ਗਏ, ਉਹਨਾਂ ਨੇ ਉਹਨੂੰ ਕਿਹਾ ਵੀ ਭਾਈ ਅਰੈਸਟ ਹੁਣ ਤੈਨੂੰ ਅਸੀਂ ਕਰਨਾ ਆ, ਤੂੰ ਆ ਜਾ, ਤੈਨੂੰ ਅਰੈਸਟ ਕਰ ਲੈਣਾ, ਬੰਦਾ ਬਣ ਕੇ ਇੱਧਰ ਆ ਜਾ, ਠੀਕ ਆ, ਵੀ ਤੂੰ ਛੱਡ ਦੇ ਹੁਣ ਮੈਦਾਨ, ਬਾਕੀਆਂ ਦਾ ਵੇਖੀ ਹੁਣ ਕੀ ਹਾਲ ਹੁੰਦਾ। ਉਹਦੇ ਬਾਕੀਆਂ ਦਾ ਇਸ਼ਾਰਾ ਸੀ ਸਿੱਖਾਂ ਵੱਲ,
ਜਦੋਂ ਬੰਦੇ ਦੇ ਉਹਨਾਂ ਨੇ ਹਾਂ ਗੱਲ ਉਹਨੂੰ ਕਹੀ, ਉਹ ਬੰਦੇ ਦਾ ਅੰਦਰੋਂ ਝੰਜੋੜਿਆ ਗਿਆ। ਦੇਖੋ ਇਨਸਾਨ ਦੀ ਵਫਾਦਾਰੀ, ਕੱਲ ਦਾ ਕੋਈ ਆਪਾਂ ਕਿਸੇ ਦੀ ਗਾਰੰਟੀ ਨਹੀਂ ਲੈ ਸਕਦੇ ਭਜਨ ਸਿੰਘ ਜੀ, ਵੀ ਬੰਦੇ ਨੇ ਕੱਲ ਨੂੰ ਛੜਕ ਜਾਣਾ ਜਾਂ ਵਿਕ ਜਾਣਾ, ਉਹ ਵੱਖਰੀ ਗੱਲ ਆ। ਪਰ ਜਦੋਂ ਉਸ ਵੇਲੇ ਉਸ ਬੰਦੇ ਨੇ ਇਸ ਗੱਲ ਨੂੰ ਮਹਿਸੂਸ ਕੀਤਾ ਕਿ ਇਹ ਮੈਨੂੰ ਕਹਿੰਦੇ ਵੀ ਤੈਨੂੰ ਅਸੀਂ ਅਰੈਸਟ ਕਰ ਲੈਣਾ, ਨਾਲ ਉਹਦੇ ਗੁੰਡੇ ਵੀ ਆਏ ਹੋਏ ਆ, ਵੀ ਬਾਕੀਆਂ ਦਾ ਦੇਖੀ ਸਿੱਖਾਂ ਦਾ ਕੀ ਹਾਲ ਕਰਨਾ, ਉਦੋਂ ਨਹੀਂ ਉਹ ਬੰਦਾ ਭੱਜ ਕੇ ਮੀਡੀਆ ਦੇ ਸਾਹਮਣੇ ਰੋ ਪਿਆ। ਉਹਦੇ ਅੰਦਰੋਂ ਉਹ ਦਰਦ ਜਿਹੜਾ ਆਇਆ ਨਿਕਲਿਆ। ਉਹ ਕਹਿੰਦਾ ਉਹ ਸਿੱਖਾਂ ਨੇ ਮੇਰੇ ਤੇ ਇੰਨਾ ਯਕੀਨ ਕੀਤਾ। ਤੁਸੀਂ ਉਹਦੀ ਗੱਲ 'ਚ ਦੇਖੋ ਰਾਜ ਛੁਪਿਆ ਹੋਇਆ ਦਰਦ। ਉਹ ਕਹਿੰਦਾ ਉਹ ਸਿੱਖਾਂ ਨੇ ਮੇਰੇ ਤੇ ਇੰਨਾ, ਸਰਦਾਰਾਂ ਨੇ ਮੇਰੇ ਤੇ ਇੰਨਾ ਯਕੀਨ ਕੀਤਾ, ਮੈਂ ਸਰਦਾਰਾਂ ਨੂੰ ਛੱਡ ਕੇ ਨਹੀਂ ਜਾ ਸਕਦਾ। ਨਹੀਂ ਕਹਿੰਦਾ ਮੈਂ ਸਰਦਾਰਾਂ ਨੂੰ ਛੱਡ ਕੇ ਨਹੀਂ ਜਾ ਸਕਦਾ, ਉਹਨਾਂ ਨੇ ਮੇਰੇ ਤੇ ਇੰਨਾ ਯਕੀਨ ਕੀਤਾ, ਜੇ ਮੈਂ ਛੱਡ ਕੇ ਚਲ ਗਿਆ ਇਹਨਾਂ ਨੇ ਸਰਦਾਰਾਂ ਨੂੰ ਮਾਰਨਾ ਆ, ਮੈਂ ਹੁਣ ਸਿੱਖਾਂ ਨੂੰ ਮਾਰ ਨਹੀਂ ਦੇਣਾ। ਇਹਨਾਂ ਨੂੰ ਬਦਨਾਮ ਕਰਨਾ ਚਾਹੁੰਦੇ ਆ, ਇਹ ਸਿੱਖਾਂ ਨੂੰ ਸਰਦਾਰਾਂ ਨੂੰ ਮਾਰਨਾ ਚਾਹੁੰਦੇ ਆ। ਇਸ ਗੱਲ ਦੇ ਵਿੱਚ ਕਿੰਨਾ ਦਰਦ ਤੇ ਕਿੰਨੀ ਉਹਦੀ ਵਫਾਦਾਰੀ ਸੀ। ਪਰ ਇਹ ਸੋਚੋ ਕਿ ਜੇ ਮੰਨ ਲਓ ਉਹ ਬੰਦੇ ਨੂੰ ਲੈ ਜਾਂਦੇ ਚੱਕ ਕੇ ਜਾਂ ਉਹ ਥੜਕ ਜਾਂਦਾ, ਇਹਨਾਂ ਨੇ ਸਿੱਖਾਂ ਦਾ ਹਾਲ ਉਹ ਕਰਨਾ ਸੀ ਜਿਹੜਾ 84 ਚ ਹੋਇਆ ਸੀ। ਮੈਂ ਮੰਨਦਾ ਸੀ ਬਹਾਦਰ ਆ, ਯੋਧੇ ਆ, ਪਰ ਅਗਲੇ ਦੇ ਕੋਲ ਫੋਰਸ ਆ, ਤੋਪਾਂ ਆ, ਬੰਦੂਕਾਂ ਆ, ਬੜੇ ਬੰਬ ਆ, ਠੀਕ ਨੇ। ਉਹਨਾਂ ਨੇ ਚੱਕ ਕੇ, ਸਾਡੇ ਉੱਥੇ ਬੱਚੇ ਵੀ, ਸਾਡੀਆਂ ਧੀਆਂ ਭੈਣਾਂ ਬਜ਼ੁਰਗ ਸਾਰੇ ਉੱਥੇ ਗਏ ਹੋਏ ਸੀਗੇ। ਇਹਨਾਂ ਨੇ 84 ਵਾਲਾ ਉੱਥੇ ਮਲੀਆ ਮੇਟ ਕਰਨਾ ਸੀਗਾ, ਕਿਉਂਕਿ ਬਹਾਨਾ ਮਿਲਿਆ ਹੋਇਆ ਸੀ ਐਵੇਂ ਲਾਲ ਕਿਲੇ ਦਾ। ਇਹਦੇ ਵਿੱਚ ਮੈਂ ਇੱਕ ਗੱਲ ਐਡ ਕਰਦਿਆਂ ਕਿ ਬਾਣੀ ਦੇ ਨਾਲ ਹੀ ਅਸੀਂ ਚੱਲਦੇ ਹਾਂ, ਤੇ ਬਾਣੀ ਨੂੰ ਹੀ ਸੁਣ ਕੇ ਸਮਝ ਕੇ ਆਪਣਾ ਜਿਹੜਾ ਜੀਵਨ ਆ ਉਹ ਸਾਫ਼ ਤੇ ਸੁਥਰਾ ਬਣਾਇਆ ਜਾ ਸਕਦਾ ਹੈ। ਤੇ ਇਹ ਜਿਹੜਾ ਨਾ ਕੈਦ ਸਾਹਿਬ ਦੀ ਤੁਸੀਂ ਗੱਲ ਕਰਦੇ ਆ, ਇਹ ਉਸਲੇ ਇਸ ਅੰਦੋਲਨ ਦੇ ਨਾਲ ਰੱਬ ਕਿਤੇ ਨਾ ਕਿਤੇ ਜੁੜਿਆ ਉਹ ਸਾਬਤ ਹੋਇਆ। ਸਹੀ ਗੱਲ ਹੈ। ਪਰਮਾਤਮਾ ਦੀ ਤਾਕਤ ਕੋਈ ਨਾ ਕੋਈ ਤਾਂ ਹੈ ਜਿਹੜੀ ਉਹਦੇ ਮਨ ਦੇ ਵਿੱਚ ਗੱਲ ਇਹ ਆਈ। ਤੇ ਹਾਲੇ ਕਿ ਉਹ ਜਿਹੜਾ ਬੰਦਾ ਸੀ ਨਾ ਰਕੇਸ਼, ਉਹ ਹਾਲੇ ਤਿਆਰ ਬੈਠਾ ਸੀਗਾ ਆਪਣੀ ਗ੍ਰਿਫਤਾਰੀ ਦੇਣ ਲਈ। ਉਹਨੇ ਮਨ ਬਣਾ ਲਿਆ ਸੀ, ਉਹਦਾ ਮਨ ਬਣਿਆ ਪਿਆ ਸੀਗਾ ਵੀ ਮੈਂ ਗ੍ਰਿਫਤਾਰੀ ਦੇ ਦੇਣੀ ਆ ਤੇ ਸ਼ੋਰ ਸ਼ਰਾਬਾ ਨਹੀਂ ਕਰਨਾ। ਮਗਰ ਪਰਮਾਤਮਾ ਵੱਲੋਂ ਉਹ ਜਿਹੜਾ ਬੰਦਾ ਉੱਥੇ ਇੱਕ ਇਹਨਾਂ ਦਾ ਗਿਆ MP, ਉਹਦੇ ਭੜਕਾਟ ਬਿਆਨ ਵੱਲੋਂ ਉਸ ਬੰਦੇ ਦੇ ਪਰਮਾਤਮਾ ਵੱਲੋਂ ਮਿਹਰ ਕਿਰਪਾ ਹੋਈ ਕਿ ਸਾਰੇ ਦਾ ਸਾਰਾ ਉਹ ਜਿਹੜਾ ਸਿਸਟਮ ਹੀ ਗੌਰਮੈਂਟ ਦਾ, ਗੌਰਮੈਂਟ ਬਹੁਤ ਕੋਝੀਆਂ ਜੀਆਂ ਚਾਲਾਂ ਜਿਹੜੀਆਂ ਨਾ, ਬਹੁਤ ਗੰਦੇ ਸਿਸਟਮ ਵਾਲਾ ਇੱਕ ਕਾਰਿਆਕਰਮ ਜਿਹੜਾ ਉਹ ਕਰਕੇ ਤੇ ਇਹਨੂੰ ਬਦਨਾਮ ਕਰਨਾ, ਇਹਨੂੰ ਖਾਲਿਸਤਾਨੀ ਦੱਸਣਾ, ਇਹਨੂੰ ਮਾਓਵਾਦੀ ਦੱਸਣਾ, ਉਹ ਕਰਦਾ ਹੈ। ਉਹ ਆਪਣੇ ਤੌਰ ਤੇ ਸਾਰਾ ਕੁਝ ਕਰੀ ਜਾਂਦੇ ਆ। ਮਗਰ ਮੇਰਾ ਵਿਸ਼ਵਾਸ ਜਿਹੜਾ ਪਰਮਾਤਮਾ ਤੇ ਵਾਹਿਗੁਰੂ ਦੇ ਉੱਤੇ ਏਦਾਂ ਕਿ ਵਾਹਿਗੁਰੂ ਇਸ ਅੰਦੋਲਨ ਦੇ ਵਿੱਚ ਕਿਤੇ ਨਾ ਕਿਤੇ ਆ ਕੇ ਆਪ ਖੜਾ ਵਿਚਰਦਾ ਹੈ। ਬਿਲਕੁਲ, ਉਹ ਇੱਕ ਕਰਿਸ਼ਮਾ ਹੀ ਸੀ। ਹਾਂਜੀ, ਜਿਹੜਾ ਕੈਦ ਸਾਹਿਬ ਦੀ ਏਡੀ ਤਕੜੀ ਵਫਾਦਾਰੀ, ਉਹ ਚੀਜ਼ ਉਹਨੇ ਮਹਿਸੂਸ ਕੀਤੀ। ਲੋਕਾਂ ਦਾ ਲੋਕਾਂ ਦਾ ਉਹਨੇ ਖੁਦ ਰੋਂਦੇ ਹੋਏ ਨੇ, ਉਹਨੇ ਸਰਦਾरों को ना मारना चाहते हैं, सिखों को बदनाम करना चाहते, कहना मैं सरदारां ने ना मैं नहीं ਛੱਡ ਕੇ ਜਾ ਸਕਦੇ। ਇੰਨੀ ਗੱਲ ਦੇ ਉੱਤੇ 2 ਘੰਟਿਆਂ ਦੇ ਵਿੱਚ ਲੋਕਾਂ ਦਾ ਹੜ ਆ ਜਾਣਾ, ਇਹ ਵੀ ਇੱਕ ਪਰਮਾਤਮਾ ਦੀ ਤਾਕਤ। ਬਿਲਕੁਲ ਬਿਲਕੁਲ ਬਿਲਕੁਲ। ਇਹ ਨਹੀਂ ਕਿ ਸਵੇਰ ਦਾ ਇੰਤਜ਼ਾਰ ਕੀਤਾ ਵੀ ਲੋਕਾਂ ਨੇ ਵੀ ਸਵੇਰੇ ਚੱਲਾਂਗੇ, ਵੀ ਰੋਂਦਾ ਹੁਣ ਰਾਤ ਨੂੰ ਆ ਤੇ ਆਪਾਂ ਕੱਲ ਸਵੇਰ ਨੂੰ ਚੱਲ ਜਾਗੇ, ਏਦਾਂ ਨਹੀਂ, ਉਸੇ ਵੇਲੇ ਉੱਠ ਕੇ ਤੁਰ ਪਏ ਲੋਕ। ਹੁਣ ਇਹਦਾ ਇੱਕ ਇਹ ਆ ਵੀ ਆਪਾਂ ਸਾਂਝੇ ਤੌਰ ਤੇ ਅਸੀਂ ਆਪਣੇ ਭਰਾਵਾਂ ਨੂੰ ਸੁਨੇਹਾ ਇਹ ਦਿੰਨੇ ਆ ਬਈ ਦੁਸ਼ਮਣ ਬੜਾ ਖਤਰਨਾਕ ਆ, ਬੜਾ ਸ਼ਕਤੀਸ਼ਾਲੀ ਆ, ਬਹਾਦਰ ਨਹੀਂ ਹੈਗਾ। ਉਹ ਬੁਝਦਲ ਤੇ ਕਾਇਰ ਆ, ਪਿੱਠ ਤੇ ਵਾਰ ਕਰਦਾ, ਬੁੱਕਲ 'ਚ ਬੈਠ ਕੇ ਮਾਰਦਾ ਆ। ਬਈ ਸਾਨੂੰ ਅਕਲ ਤੋਂ ਕੰਮ ਇਹ ਲੈਣਾ ਚਾਹੀਦਾ ਵੀ ਜਿਹੜੇ ਅਸੀਂ 2 ਫਾੜ, ਇੱਕ ਦੂਜੇ ਤੇ ਦੂਸ਼ਣਬਾਜ਼ੀ, ਉਹ ਬੰਦ ਕਰਨੀ ਚਾਹੀਦੀ ਆ। ਸੋਸ਼ਲ ਮੀਡੀਆ 'ਚ ਪੋਸਟਾਂ ਅਗਾਂਹ ਵਧੂ ਸੋਚ ਵਾਲੀਆਂ ਤੇ ਮੋਰਚਾ ਜਿੱਤਣ ਵਾਲੀਆਂ ਹੀ ਪਾਉਣੀਆਂ ਚਾਹੀਦੀਆਂ। ਦੂਜੇ ਪਾਸੇ ਨੂੰ ਕਾਮਰੇਡ ਆ ਜੀ, ਆ ਫਲਾਨਾ ਆ, ਇਹੋ ਜਿਹੀਆਂ ਗੱਲਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਵੀਰ ਜੀ ਜਿਹੜੀ ਤੁਸੀਂ ਅੱਛਾ ਦੱਸੋ, ਮੈਂ ਕਰੀ ਵਿੱਚ ਬੜੀ ਜੀ ਗੱਲ ਮੈਨੂੰ ਚੇਤੇ ਆਈ ਆ, ਜਿਹੜਾ ਤੁਸੀਂ ਦੱਸਿਆ ਕਿ ਇਹ ਜਿਹੜਾ ਦੁਸ਼ਮਣ ਹੈ ਸਾਡਾ ਬੜਾ ਕਾਇਰ ਹੈ, ਬੜੀਆਂ ਕੋਝੀਆਂ ਚਾਲਾਂ ਕਰਦਾ। ਮੈਂ ਕੱਲ ਦਾ ਇੱਕ ਵਾਕਿਆ ਤੁਹਾਡੇ ਨਾਲ ਸਾਂਝਾ ਕਰਨ ਲੱਗਾ ਜੀ। ਇਹ ਇਕੱਲਾ ਹੀ ਇੱਕ ਬੰਦਾ ਬੈਠਾ ਸੀਗਾ ਆਪਣਾ ਤੰਬੂ ਲਾ ਕੇ, BJP ਵਾਲਿਆਂ ਦਾ ਇੱਕੋ ਜਣਾ ਬੈਠਾ ਸੀ ਤੇ ਕੁਰਸੀਆਂ ਉਹਦੇ ਕੋਲੋਂ 20-25 ਰੱਖੀਆਂ
ਟੇਬਲ ਵੀ 2-3 ਜੋੜ ਕੇ ਰੱਖੇ ਸੀ ਤੇ ਉਹ ਨਾਲ ਬੰਦਾ ਕੋਈ ਨਾ ਗਿਆ ਸਾਰੀ ਦਿਹਾੜੀ। ਇੱਧਰ ਦੂਸਰੇ ਪਾਸੇ ਵੱਲ ਮੈਂ ਦੇਖਿਆ ਵੀ ਪਕੌੜੇ ਚੱਲਣ ਤੇ ਬ੍ਰੈਡ ਚੱਲਣ ਤੇ ਨਾਲ ਠੰਡੇ ਦੀਆਂ ਬੋਤਲਾਂ ਫੜੀ ਫਿਰਨ। ਉਹ ਇੱਕ ਜਸ਼ਨ ਦੇ ਮਾਹੌਲ ਦੇ ਵਿੱਚ ਸਾਰੇ ਲੱਗੇ ਸੀ। ਉਹ ਵਿਚਾਰਾ ਇਕੱਲਾ ਹੀ, ਤੇ ਮੇਰਾ ਦਿਲ ਕੀਤਾ ਵੀ ਇਹਦੇ ਨਾਲ ਵਿਚਾਰ ਵਟਾਂਦਰੇ ਕੀਤੇ ਜਾਣ। ਮੈਂ ਕੱਲ ਥੋੜੀ ਜਿਹੀ ਵੀਡੀਓ ਬਣਾ ਕੇ ਉਹ ਪਾਈ ਵੀ ਆ। ਮੁੜ ਕੇ ਮੈਂ ਉਹਦੇ ਕੋਲ ਜਦੋਂ ਗਿਆ ਨਾ ਤੇ ਉਹਦੇ ਨਾਲ ਗੱਲਾਂ ਬਾਤਾਂ ਚੱਲ ਪਈਆਂ। ਤਾਂ ਉਹਨੇ ਜਿਹੜੀ ਕੱਲ ਮੈਨੂੰ ਇੱਕ ਵੀਡੀਓ ਕਲਿੱਪ ਦਿਖਾਈ ਆ, ਬੜੀ ਖਤਰਨਾਕ ਆ। ਜਿਹੜੀ ਤੁਹਾਡੀ ਮੈਂ ਗੱਲ ਤੁਸੀਂ ਸੁਣੀ ਤੇ ਮੈਂ ਤੁਹਾਨੂੰ ਦੱਸਦਾ ਵੀ ਇੱਕ ਲੋਕ ਕਿੰਨੇ ਖਤਰਨਾਕ ਹੋ ਸਕਦੇ। ਸਾਰੀ ਦੁਨੀਆ ਨੇ ਦੇਖਿਆ ਕਿ ਲਾਲ ਕਿਲੇ ਦੇ ਉੱਤੇ ਜਿਹੜਾ ਮੁੰਡਿਆਂ ਨੇ ਝੰਡਾ ਚੜਾਇਆ, 2 ਝੰਡੇ ਚੜਾਏ ਉਹਨਾਂ ਨੇ, ਇੱਕ ਕਿਸਾਨੀ ਦਾ, ਇੱਕ 3 ਖੂੰਜੀ ਜਿਹੜਾ ਆਪਣੇ ਗੁਰਦੁਆਰਾ ਸਾਹਿਬ ਨਿਸ਼ਾਨ ਸਾਹਿਬ ਹੁੰਦਾ ਉਹ। ਮਗਰ ਜਿਹੜਾ ਕੱਲ ਇਸ ਬੰਦੇ ਨੇ ਮੈਨੂੰ ਕਲਿੱਪ ਕੱਢ ਕੇ ਦਿਖਾਈ ਆ ਬੀਜੇਪੀ ਵਾਲੇ ਨੇ, ਉਹ 4 ਖੂੰਜੀ ਝੰਡਾ ਪੀਲੇ ਰੰਗ ਦਾ, ਉਹਦੇ ਵਿੱਚ ਖੰਡੇ ਦਾ ਨਿਸ਼ਾਨ ਤੇ ਥੱਲੇ ਖਾਲਿਸਤਾਨ ਜਿੰਦਾਬਾਦ ਲਿਖਿਆ ਹੋਇਆ। ਇਹ ਨਾ ਇਹ ਗੱਲ ਤੁਹਾਡੇ ਤੱਕ ਪਹੁੰਚੀ ਅਜੇ, ਇਹ ਆ ਜੂਗੀ ਹੌਲੀ ਹੌਲੀ। ਉਹਨਾਂ ਨੇ ਅੱਜ ਕੱਲ ਕੰਪਿਊਟਰ ਦੇ ਵਿੱਚ ਮੈਂ ਬੋਲਣ ਡਿਆ ਤੇ ਮੇਰੇ ਮੂਹਰੇ ਮੂੰਹ ਤੇ ਜੋ ਮਰਜ਼ੀ ਲਾ ਦੇਣ ਜਾਂ ਮੇਰੇ ਮੋਢੇ ਦੇ ਉੱਤੇ ਜੋ ਮਰਜ਼ੀ ਫਿੱਟ ਕਰ ਦੇਣ, ਐਡੀਟਿੰਗ ਸਭ ਕੁਝ ਹੋ ਜਾਂਦਾ। ਹੋ ਜਾਂਦਾ। ਉਹਨੇ ਮੈਨੂੰ ਦਿਖਾਇਆ 4 ਖੂੰਜੀ ਝੰਡਾ ਪੀਲੇ ਰੰਗ ਦਾ, ਉੱਤੇ ਖੰਡਾ ਸਾਹਿਬ ਦਾ ਨਿਸ਼ਾਨ ਤੇ ਖੰਡਾ ਸਾਹਿਬ ਦੇ ਥੱਲੇ ਲਿਖਿਆ ਹੋਇਆ ਖਾਲਿਸਤਾਨ ਜਿੰਦਾਬਾਦ। ਕਹਿੰਦਾ ਸਰਦਾਰ ਜੀ, ਮੈਨੂੰ ਕਹਿੰਦਾ ਤੁਸੀਂ ਕਿੱਥੇ ਫਿਰਦੇ ਹੋ, ਆਹ ਦੇਖੋ ਆਹ ਝੰਡਾ ਚੜਾਇਆ। ਉਹ ਮੈਂ ਕਿਹਾ ਵੀ ਸਾਰੀ ਦੁਨੀਆ ਨੇ ਦੇਖਿਆ ਵੀ 3 ਖੂੰਜੀ ਝੰਡਾ ਉਹਨਾਂ ਨੇ 2 ਝੰਡੇ ਚੜਾਏ ਆ। ਇੱਕ ਕਿਸਾਨ, ਉਹਦੇ ਉੱਤੇ ਭੌਲਾਂ ਦਾ ਹਲ ਦਾ ਨਿਸ਼ਾਨ ਆ, ਤੇ ਇੱਕ ਜਿਹੜਾ ਆ ਉਹ 3 ਖੂੰਜੀ ਝੰਡਾ ਕੱਲਾ। ਗੁਰਦੁਆਰੇ ਜਿਹੜਾ ਕਿ ਉਹਨਾਂ ਨੇ 26 ਜਨਵਰੀ ਨੂੰ ਇੱਕ ਝਾਕੀ ਕੱਢੀ ਹੈ ਗੁਰੂ ਤੇਗ ਬਹਾਦਰ ਜੀ ਦੀ ਯਾਦ ਵਿੱਚ, ਉਹਦੇ ਵਿੱਚ ਵੀ ਉਹੀ ਝੰਡਾ ਲੱਗਾ ਹੋਇਆ ਸੀ। ਉਹ ਝਾਕੀ 'ਚ ਵੀ ਉੱਥੇ ਉਹ ਝੰਡਾ ਖਾਲਿਸਤਾਨੀ ਨਹੀਂ ਸੀਗਾ, ਇੱਥੇ ਆ ਕੇ ਉਹ ਖਾਲਿਸਤਾਨੀ ਬਣ ਗਿਆ। ਇਹ ਲੋਕ ਆਪਣੇ ਕੋਲੋਂ ਗਲਤ ਪਿਕਚਰਾਂ, ਗਲਤ ਵੀਡੀਓ, ਗਲਤ ਮੈਸੇਜ, ਗਲਤ ਗੱਲਾਂ ਬਾਤਾਂ ਕਰਕੇ ਲੋਕਾਂ, ਜਿਹੜੇ ਭੋਲੇ ਭਾਲੇ ਲੋਕ ਘਰੇ ਹੀ ਬੈਠੇ ਆ, ਉਹ ਉਹਨਾਂ ਗੱਲਾਂ ਦੇ ਉੱਤੇ ਇਤਬਾਰ ਕਰੀ ਜਾਂਦੇ ਆ। ਔਰ ਇਹ ਬੜਾ ਬਹੁਤ ਇੱਕ ਕੋਝੀ ਜੀ ਚਾਲ ਆ ਇੱਕ ਹੀ ਤਬਕੇ ਨੂੰ ਬਦਨਾਮ ਕਰਨਾ। ਹਾਂਜੀ, RSS ਦੇ ਨਾਲ ਜੰਗ ਆ। RSS ਦਾ ਹਜ਼ਾਰਾਂ ਸਾਲਾਂ ਦਾ ਇਤਿਹਾਸ ਆ, ਸੈਂਕੜੇ ਸਾਲਾਂ ਦਾ ਝੂਠ, ਡਿਵਾਈਡ ਐਂਡ ਰੂਲ, ਕੂੜ, ਛਲ ਕਪਟ ਦੇ ਉੱਪਰ ਹੀ ਰਾਜ ਕਰਦੇ ਆ। ਉਹਦੇ ਉੱਪਰ ਹੀ ਸਾਰੀਆਂ ਇਹ ਜਿੰਨੀਆਂ ਵੀ ਕਾਰਵਾਈਆਂ ਕਰਦੇ ਆ ਇਹਨਾਂ ਨੇ। ਜਿੱਦਾਂ ਹੁਣ ਜੇ ਆਪਾਂ ਗੱਲ ਮੜ ਜਿਹਾ ਇਸ਼ਾਰਾ ਮੜ ਜਿਹਾ ਕਰਦੇ ਆ, 47 ਦੇ ਵਿੱਚ ਅਸਲ ਦੇ ਵਿੱਚ ਜਿਹੜੇ ਦੰਗੇ ਭੜਕਾਏ ਸੀ ਉਹ RSS ਨੇ ਭੜਕਾਏ ਆ। ਹਾਂਜੀ ਹਾਂਜੀ, ਇਹ ਆਪੇ ਹੀ ਬੰਦੇ ਨੂੰ ਮਾਰ ਕੇ ਤੇ ਰੂਪ ਬਦਲ ਕੇ ਹੁਣ ਚੱਲ ਜਾਣਾ ਵੀ ਮੈਂ ਸਿੱਖ ਆ, ਉੱਥੇ ਸਿੱਖ ਬਣ ਕੇ ਮੁਸਲਮਾਨ ਮਾਰਨ ਤੇ ਇੱਧਰ ਮੁਸਲਮਾਨ ਬਣ ਕੇ ਸਿੱਖਾਂ ਨੂੰ ਵੱਢ ਦਿੱਤਾ। ਚਲੋ ਜਦੋਂ ਉਹਨਾਂ ਨੂੰ ਮਰਵਾਤਾ, ਪੜਾਤਾ, 10 ਲੱਖ ਬੰਦਾ ਭਰਾ ਨੇ ਭਰਾ ਵੱਢ ਦਿੱਤਾ। ਉਸ ਜ਼ਮਾਨੇ 'ਚ ਵੀ ਗਾਂ ਵੱਢ ਕੇ ਸਿੱਟਤੀ, ਸੂਰ ਵੱਢ ਕੇ ਸਿੱਟਤਾ, ਇਹ ਚਾਲਾਂ ਚੱਲਦੀਆਂ। ਗਾਂ ਵੱਢ ਕੇ ਸਾਈਟਾਂ ਸਿੱਟ ਦੇਣੀਆਂ, ਇਹ ਆ ਕੁਛ ਹੁਣ ਵੀ ਇਹੀ ਕਰਦੇ ਆ। ਇਹ ਇਹਨਾਂ ਦੇ DNA ਵਿੱਚ ਹੈ। ਬਿਲਕੁਲ, ਇਹਨਾਂ ਦੇ ਬਸ ਦੀ ਗੱਲ ਨਹੀਂ ਹੈ ਕਿ ਇਹ ਇੱਕ ਵਾਇਰਸ, ਇੱਕ ਤਾਂ ਹੀ ਤਾਂ ਹੈਗਾ ਇਹ ਇੱਕ ਜਿਹੜੀ ਸੋਚ ਆ ਨਾ ਮਨੂਵਾਦ ਦੀ, ਇਹ ਇੱਕ ਵਾਇਰਸ ਆ। ਜੀ ਜੀ ਜੀ, ਐਡਾ ਖਤਰਨਾਕ ਵਾਇਰਸ, ਜਿੱਦਾਂ ਤੁਸੀਂ ਕਹਿੰਦੇ ਵੀ ਕਰੋਨਾ ਵਾਇਰਸ ਤੋਂ ਵੀ ਭੈੜਾ ਆ। ਉਹ ਗੱਲ ਸੁਣਾਏ ਦਿਓ ਮੜ ਜੇ ਵੀ ਉਹ ਕਰੋਨਾ ਇੱਥੇ ਕੋਈ ਨੀ ਗਾ, ਇੱਥੇ ਤਾਂ ਮੋਦੀ ਨਾਂ ਦਾ ਕਰੋਨਾ ਆਇਆ ਹੋਇਆ। ਮੈਂ ਤੁਹਾਨੂੰ ਦੱਸਦਾ, ਜਿੱਦਾਂ ਉਹ ਕੁਦਰਤੀ ਨਾ, ਅਸੀਂ 2-3 ਜਣੇ ਸਟੇਜ ਦੇ ਪਿਛਲੇ ਪਾਸੇ ਗਏ, ਜਿਹੜੀ ਉੱਥੇ ਸੰਘੂ ਬਾਰਡਰ ਸਟੇਜ ਲੱਗੀ ਉਹਦੇ ਪਿੱਛੇ ਤੁਰੇ ਜਾਂਦੇ ਸੀ। ਤੇ ਇੱਕ ਟੀਵੀ ਐਂਕਰ ਜਨਾਨੀ, ਉਹ 2 ਬਜ਼ੁਰਗਾਂ ਦੇ ਉਹ ਕੋਈ ਮੋਦੀ ਬਾਰੇ ਖਿਆਲਾਤ ਪੁੱਛ ਰਹੀ ਸੀ। ਤੇ ਜਦੋਂ ਮੈਂ ਉਹਦੇ ਕੋਲ ਦੀ ਲੰਘਦਾ ਤੇ ਮੈਨੂੰ ਇਹ ਹੁੰਦਾ ਮਾੜਾ ਜਿਹਾ ਵੀ ਜਿੱਥੇ ਕਿਤੇ ਕੋਈ ਖਬਰ ਚੱਲ ਰਹੀ ਆ ਤਾਂ ਉਹਨੂੰ ਸੁਣਨਾ ਵੀ ਪਬਲਿਕ ਕੀ ਕਹਿ ਰਹੀ ਆ ਤੇ ਟੀਵੀ ਵਾਲਾ ਕੀ ਪੁੱਛ ਰਿਹਾ। ਉਹਨੇ ਮੇਰੇ ਮੂੰਹ ਵੱਲੋਂ ਮੈਂ ਕਰਕੇ ਨਾ ਕਹਿੰਦੀ, ਜੀ ਤੁਸੀਂ ਮੋਦੀ ਬਾਰੇ ਕੀ ਸੋਚਦੇ ਹੋ, ਮੋਦੀ ਬਾਰੇ ਤੁਹਾਡੇ ਕੀ ਵਿਚਾਰ ਆ? ਮੈਂ ਕਿਹਾ ਜੀ ਮੋਦੀ ਨਾਂ ਦਾ ਇੱਕ ਸਾਡੇ ਭਾਰਤ ਦੇਸ਼ ਵਿੱਚ ਕਰੋਨਾ ਆਇਆ ਹੋਇਆ, ਉਸ ਕਰੋਨਾ ਦੀ ਦਵਾਈ ਬਣਾਉਣ, ਵੈਕਸੀਨ ਬਣਾਉਣ ਵਾਸਤੇ ਅਸੀਂ ਸਾਰੇ ਕਿਸਾਨ ਇਕੱਠੇ ਹੋਏ ਆ। ਇਹ ਹੁਣ ਮੋਦੀ ਦੇ ਹੱਥ ਆ ਵੀ 2 ਮਹੀਨੇ ਲਾਉਂਦਾ, 4 ਮਹੀਨੇ ਲਾਉਂਦਾ, ਜਿੱਦਣ ਸਾਡੀ ਵੈਕਸੀਨ ਬਣ ਗਈ ਮੋਦੀ ਨਾਂ ਦਾ ਕਰੋਨਾ ਖਤਮ ਕਰ ਦਿਆਂਗੇ। ਇਹ ਵੀਡੀਓ ਕੁਦਰਤੀ ਇੱਕ ਤੁਰੇ ਜਾਂਦਿਆਂ ਕੋਈ ਹੋ ਗਈ ਰਿਕਾਰਡਿੰਗ, ਔਰ ਹੁਣ ਤਾਂ ਇਹ 2 ਕਰੋੜ ਤੋਂ ਵੱਧ ਲੋਕ ਦੇਖ ਹਟੇ ਆ। ਨਹੀਂ, ਉਹ ਬਹੁਤ ਤਕੜਾ ਇੱਕ ਵਿਅੰਗ ਸੀਗਾ। ਬਿਲਕੁਲ ਸਹੀ ਸੀਗਾ, ਬਹੁਤ ਸ਼ਾਨਦਾਰ, ਬਹੁਤ ਸ਼ਾਨਦਾਰ। ਹਾਂਜੀ ਹਰਪਾਲ ਸਿੰਘ ਜੀ, ਇੱਕ ਹਰਪਾਲ ਸਿੰਘ ਨੇ ਗੱਲ ਕੀਤੀ ਸੀ, ਪਤੇ ਦੀ ਗੱਲ ਆ, ਉਹ ਵੀ ਸਾਨੂੰ ਸਿੱਖਣੀ ਚਾਹੀਦੀ ਹੈ। ਸਾਡੇ ਜਿੰਨੇ ਵੀ ਸਾਡੇ ਵੀਰ, ਸਾਡੀਆਂ ਭੈਣਾਂ, ਮਾਤਾਵਾਂ, ਬਜ਼ੁਰਗ ਨਾਲ ਸੁਣ ਰਹੇ ਪ੍ਰੋਗਰਾਮ, ਦੇਖੋ ਹਰ ਇੱਕ ਤੱਕ ਮੈਸੇਜ ਜਾਂਦਾ। ਇੱਕ ਇਹਨਾਂ ਨੇ ਗੱਲ ਕੀਤੀ ਸੀ ਜਰਨੈਲ ਦੀ, ਵੀ ਜਿਹੜਾ ਜਰਨੈਲ ਮੈਦਾਨੇ ਜੰਗ ਦੇ ਵਿੱਚ ਆਪਣੀਆਂ ਫੌਜਾਂ ਨੂੰ ਲੀਡ ਕਰਦਾ, ਉਹ ਅਗਵਾਈ ਕਰਦਾ ਆ, ਉਹ ਇੱਕ ਰਣਨੀਤੀ ਹੁੰਦੀ ਆ ਉਹਦੀ,
ਠੀਕ ਨਹੀਂ, ਚਾਹੇ ਵਿਚਾਰਧਾਰਕ ਜੰਗ ਆ ਜਾਂ ਹਥਿਆਰਬੰਦ ਜੰਗ ਆ, ਰਾਈਟ। ਇਹ ਜੰਗਾਂ ਦਾ ਸੁਭਾਅ ਇੱਕੋ ਜਿਹਾ ਹੁੰਦਾ, ਠੀਕ ਨਹੀਂ। ਹੁਣ ਜੇ ਵਿਚਾਰਧਾਰਕ ਜੰਗ ਵੀ ਹੈ, ਉੱਥੇ ਵੀ ਰਣਨੀਤੀਆਂ ਹੁੰਦੀਆਂ ਬਈ ਜਦੋਂ ਅਸੀਂ ਟਕਰਾਅ ਹੁੰਦਾ, ਜੇ ਅਸੀਂ 2 ਸਟੈਪ ਅੱਗੇ ਨੂੰ ਜਾਂਦੇ ਆ ਤਾਂ ਹੋ ਸਕਦਾ ਸਾਨੂੰ 1 ਸਟੈਪ ਪਿੱਛੇ ਨੂੰ ਵੀ ਆਉਣਾ ਪੈ ਸਕਦਾ, ਹੋ ਸਕਦਾ ਸਾਨੂੰ 2 ਸਟੈਪ ਅੱਗੇ ਜਾ ਕੇ ਸਾਨੂੰ 2 ਸਟੈਪ ਵੀ ਬੈਕ ਆਉਣਾ ਪੈ ਸਕਦਾ, ਠੀਕ ਨਹੀਂ। ਪਰ ਅਸੀਂ ਜਿੱਥੇ ਹੈਗੇ ਉੱਥੇ ਤਾਂ ਹੈਗੇ ਹੀ ਹੈਗੇ ਆ ਨਾ। ਜੇ 3 ਸਟੈਪ ਅੱਗੇ ਨੂੰ ਗਏ, 2 ਸਟੈਪ ਅੱਗੇ ਪਿੱਛੇ ਨੂੰ ਆ ਗਏ, 1 ਸਟੈਪ ਤਾਂ ਅੱਗੇ ਨੂੰ ਅਸੀਂ ਵੱਧ ਗਏ ਨਾ। ਜੇ 3 ਸਟੈਪ ਅੱਗੇ ਨੂੰ ਗਏ ਆ, ਰਣਨੀਤੀ ਆ ਜਿਹੜੀ ਕੋਚ ਕਹੀ ਆ, ਉਹ ਕਹਿੰਦਾ ਵੀ 2 ਸਟੈਪ ਪਿੱਛੇ ਹੋ ਜਾਓ, ਤਾਂ 1 ਸਟੈਪ ਤੇ ਤੁਸੀਂ ਫੇਰ ਕਬਜ਼ਾ ਕਰ ਗਏ, ਠੀਕ ਨਹੀਂ। ਕਹਿਣ ਤੋਂ ਭਾਵ ਵੀ ਇਹ ਰਣਨੀਤੀਆਂ, ਮੈਂ 1 ਮਿੰਟ ਮੈਂ ਤਾਂ ਇਹ ਗੱਲ ਕਰਨੀ ਚਾਹੁੰਦਾ ਬਈ ਸਾਡੇ ਜਿਹੜੇ ਨੌਜਵਾਨ ਆ ਉਹਨਾਂ ਨੂੰ ਇਹੋ ਜਿਹੀਆਂ ਮੜਮੜੀਆਂ ਗੱਲਾਂ ਤੇ ਆਪਣੇ ਲੀਡਰਾਂ ਦੇ ਉੱਪਰ ਸ਼ੰਕਾ, ਉਹਨਾਂ ਨੂੰ ਗਦਾਰ ਕਹਿਣ ਲੱਗ ਪੈਣਾ। ਉਹ ਲਓ ਜੀ, ਤੁਸੀਂ ਤਾਂ ਕਹਿੰਦੇ ਸੀ ਕਿ ਵੀ ਅਸੀਂ ਰਿੰਗ ਰੋਡ ਤੇ ਜਾ ਕੇ ਰੂਟ ਪਰੇਡ ਕੱਢਣੀ ਆ, ਤੁਸੀਂ ਸਟੈਪ ਬੈਕ ਕਿਉਂ ਹੋਏ ਆ, ਤੁਸੀਂ ਕਹਿ ਕੇ ਗੱਲ ਮੁੱਕਰ ਗਏ ਆ। ਫਿਰ ਇਹ ਕੋਈ ਗੱਲਾਂ ਨਹੀਂ ਹੁੰਦੀਆਂ ਕਰਨ ਵਾਲੀਆਂ। ਦੇਖੋ, ਉਹ ਵਿਚਾਰਧਾਰਕ ਜੰਗ ਆ, ਜੇ ਉਹਨਾਂ ਨੇ ਉਹ ਟਕਰਾਅ ਨਹੀਂ ਆਪਾਂ ਕਰਨਾ, ਸ਼ਾਂਤੀਪੂਰਵਕ ਪਰੇਡ ਸੀਗੀ, ਉਹਨਾਂ ਨੇ ਉਹ ਰੂਟ ਨਹੀਂ ਦਿੱਤਾ, ਤੁਸੀਂ ਸੰਘਰਸ਼ ਕਰੀ ਗਏ, ਉਹਨਾਂ ਨੇ ਹੋਰ ਰੂਟ ਦੇ ਦਿੱਤਾ, ਠੀਕ ਨਹੀਂ। ਅਖੀਰ ਨੂੰ ਲਿਆ ਤਾਂ ਹੈਗਾ ਹੀ ਆ ਨਾ, ਰੂਟ ਤਾਂ ਲਿਆ ਹੀ ਲਿਆ। ਇਹਦੇ ਵਿੱਚ ਮੈਂ ਐਡ ਕਰ ਦਿਆਂ, ਕੱਲ ਪਰਸੋਂ ਦੀ ਇੱਕ ਫੌਜੀ ਵੀਰ ਦੀ ਵੀਡੀਓ ਚੱਲ ਰਹੀ ਆ, ਉਹਨੇ ਮੋਦੀ ਬਾਰੇ ਬੜੇ ਚਾਨਣੇ ਪਾਇਆ ਵੀ ਮੋਦੀ ਪਹਿਲਾਂ ਨਿੱਕਾ ਹੁੰਦਾ ਵੀ ਚੋਰ ਸੀਗਾ, ਮਾਂ ਦਾ ਸੋਨਾ ਸਾਨਾ ਚੋਰੀ ਕਰਕੇ ਚਲ ਗਿਆ, 300 ਰੁਪਏ ਵਾਲਾ ਇੱਕ ਬਟੂਆ ਚੋਰੀ ਕੀਤਾ, 6 ਮਹੀਨੇ ਕੈਦ ਕੱਟੀ ਇਹਨੇ, ਇਹ ਔਨ ਰਿਕਾਰਡ ਆ ਇਹ ਸਾਰਾ ਕੁਛ। ਉਸ ਫੌਜੀ ਦੀ ਇੱਕ ਗੱਲ ਬੜੀ ਵਧੀਆ ਲੱਗੀ ਮੈਨੂੰ, ਉਹ ਕਹਿੰਦਾ ਫੌਜ ਦਾ ਕੰਮ ਹੁੰਦਾ ਕਿ ਜਦੋਂ ਤੁਸੀਂ ਕੋਈ ਰਣਨੀਤੀ ਬਣਾ ਲਈ ਆ, ਜੰਗ ਦੇ ਵਿੱਚ ਕੂਚ ਕਰ ਗਏ ਆ, ਜੰਗ ਦੇ ਵਿੱਚ ਚੜ੍ਹਾਈ ਕਰ ਗਏ ਆ, ਉਹ ਰਣਨੀਤੀ ਤੁਹਾਡੀ ਬਹੁਤੀ ਕਾਮਯਾਬ ਦਿਸ ਨਹੀਂ ਰਹੀ, ਤੁਹਾਡੇ ਫੌਜੀ ਜ਼ਿਆਦਾ ਉਹਨਾਂ ਲਾਸ ਹੋ ਰਹੇ ਆ, ਮਰ ਰਹੇ ਆ, ਤੇ ਤੁਸੀਂ ਉਸ ਰਣਨੀਤੀ ਨੂੰ ਉਸ ਮੌਕੇ ਦੇ ਉੱਤੇ ਹੀ ਚੇਂਜ ਕਰਕੇ ਇੱਕ ਵਧੀਆ ਰਣਨੀਤੀ ਜਿਹੜੀ ਘੜ ਸਕਦੇ ਆ। ਜੇ ਤੁਸੀਂ ਉੱਥੇ ਨਹੀਂ ਘੜ ਸਕਦੇ ਤਾਂ ਤੁਸੀਂ ਥੋੜਾ ਪਿੱਛੇ ਆ ਜਾਓ, ਪਿੱਛੇ ਆ ਕੇ ਅਗਲਿਆਂ ਨੂੰ ਮੌਕਾ ਦੇ ਦਿਓ। ਉਹਨਾਂ ਸਮਝਣਾ ਵੀ ਹਾਰ ਗਏ ਆ ਤਾਂ ਭੱਜ ਗਏ, ਜਿੱਦਾਂ 26 ਜਨਵਰੀ ਨੂੰ ਟਰੈਕਟਰ ਕੁਛ ਗਏ ਸੀਗੇ ਤੇ ਵਾਪਸ ਆ ਗਏ ਪੰਜਾਬ ਨੂੰ, ਹਰਿਆਣੇ ਨੂੰ, ਤੇ ਗੌਰਮੈਂਟ ਨੇ ਸਮਝ ਲਿਆ ਵੀ ਹਾਰ ਗਏ। ਉਹ ਕਹਿੰਦਾ ਵੀ ਥੋੜਾ ਜਿਹਾ ਪਿੱਛੇ ਆ ਕੇ ਡਬਲ ਪਾਵਰ ਤਿਆਰ ਕਰੋ, ਡਬਲ ਐਮੀਨੇਸ਼ਨ ਲਵੋ, ਡਬਲ ਤਰ੍ਹਾਂ ਦੀ ਵਧੀਆ ਤਰੀਕੇ ਦੀ ਰਣਨੀਤੀ ਹੋਰ ਘੜ ਕੇ ਤਾਂ ਦੁਬਾਰਾ ਫੇਰ ਅਟੈਕ ਕਰੋ। ਤੇ ਹੁਣ ਜੇ 26 ਜਨਵਰੀ ਨੂੰ ਕੋਈ ਰਣਨੀਤੀ ਨਹੀਂ ਕਾਮਯਾਬ ਸੀਗੀ ਜਾਂ ਉਹ ਲੋਕਾਂ ਨੂੰ, ਮੁਲਕ ਦਿਆਂ ਨੂੰ ਨਹੀਂ ਪਸੰਦ ਆਈ, ਤੇ ਇਹ ਜੰਗ ਦੇ ਵਿੱਚ ਇਹੋ ਜਿਹੀਆਂ ਗੱਲਾਂ ਜਾਇਜ਼ ਹੁੰਦੀਆਂ ਕਿ ਤੁਹਾਡੀ ਰਣਨੀਤੀ ਕਾਮਯਾਬ ਨਹੀਂ, ਉਹਨੂੰ ਚੇਂਜ ਕਰਨਾ। ਹਾਂਜੀ, ਇਹ ਕੋਈ ਐਡੀ ਵੱਡੀ ਮਾੜੀ ਗੱਲ ਵੀ ਨਹੀਂ ਹੋਈ ਕਿ ਕਿਸੇ ਨੇ ਉੱਤੇ ਝੰਡਾ ਚੜਾਤਾ। ਮੈਂ ਤਾਂ ਕਹਾਂਗੇ ਉਸੇ ਨਿਸ਼ਾਨ ਸਾਹਿਬ ਦੀ ਬਦੌਲਤ ਹੀ ਇਹ ਲਾਲ ਕਿਲ੍ਹਾ ਸਾਡੇ ਕੋਲ ਆ, ਉਸ ਨਿਸ਼ਾਨ ਸਾਹਿਬ ਦੀ ਬਦੌਲਤ ਹੀ ਇਹ ਤਿਰੰਗਾ ਜਿੱਤਿਆ ਗਿਆ। ਜੇ ਨਿਸ਼ਾਨ ਸਾਹਿਬ ਹੁੰਦਾ ਹੀ ਨਾ ਤੇ ਤਿਰੰਗਾ ਹੀ ਨਹੀਂ ਆਉਂਦਾ ਜੀ। ਬਿਲਕੁਲ, ਨੌਜਵਾਨਾਂ ਨੂੰ ਵੀ ਸਮਝ ਤੋਂ ਕੰਮ ਲੈਣਾ ਚਾਹੀਦਾ ਬਈ ਇਹ ਨਹੀਂ ਵੀ ਉਹ ਲੀਡਰਾਂ ਨੇ ਤਾਂ ਜੀ ਸਟੇਜ ਤੋਂ ਆਹ ਗੱਲ ਦਾ ਪਹਿਲਾਂ ਐਲਾਨ ਕੀਤਾ ਸੀਗਾ, ਉਹ ਸਟੈਪ ਬੈਕ ਕਿਉਂ ਹੋ ਗਏ ਆ, ਇਹਦਾ ਜੀ ਵੀ ਡਰ ਗਏ ਆ, ਇਹ ਡਰਪੋਕ ਆ। ਦਰਅਸਲ ਸਾਡੇ ਮੁਲਕ ਦੇ, ਪਾਕਿਸਤਾਨ ਬੰਗਲਾਦੇਸ਼ ਦੇ ਮੁਲਕ ਦੇ ਲੋਕਾਂ ਦੇ ਵਿੱਚ ਕ੍ਰਿਕਟ ਨੇ ਇੱਕ ਐਸਾ ਜਿਹਾ ਇੱਕ ਜੀਨਸ ਪੈਦਾ ਕਰ ਦਿੱਤਾ ਹੈ ਕਿ ਇਹਨਾਂ ਨੂੰ ਸਿਰਫ ਤੇ ਸਿਰਫ ਆਪਣੀ ਟੀਮ ਤੋਂ ਜਿੱਤ ਹੀ ਚਾਹੀਦੀ ਹੈ। ਇਹ ਕ੍ਰਿਕਟ ਨੇ ਕੀਤਾ, ਇਹ ਸਾਡੇ ਬੱਚਿਆਂ ਦੇ ਦਿਮਾਗ ਦੇ ਵਿੱਚ ਇਹ ਕ੍ਰਿਕਟ ਨੇ ਕੀਤਾ ਵੀ ਅਸੀਂ ਤਾਂ ਜਿੱਤਣੇ। ਹੁਣ ਇਹੀ ਚੀਜ਼ ਅਸੀਂ ਉਹ ਲੜਾਈ 'ਚ ਵੀ ਲੈ ਲੈਂਦੇ ਆ ਵੀ ਇਹ ਜਿਹੜੀ ਲੜਾਈ ਹਰ ਹਾਲਤ ਜਿੱਤਣੀ। ਹੋ ਸਕਦਾ ਇੱਕ ਟਾਈਮ, ਇੱਕ ਦਿਨ, 2 ਹਫ਼ਤੇ, 1 ਮਹੀਨਾ ਤਾਂ ਅਸੀਂ ਨਹੀਂ ਜਿੱਤ ਸਕਦੇ, ਉਹਨੂੰ ਦੁਬਾਰਾ ਨਵੀਂ ਰਣਨੀਤੀ ਘੜੋ, ਨਵੇਂ ਪਲੇਟਫਾਰਮ ਦੇ ਉੱਤੇ ਨਵੇਂ ਤਰੀਕੇ ਦੇ ਨਾਲ, ਜੋਸ਼ ਦੇ ਨਾਲ ਦੁਬਾਰਾ ਅਟੈਕ ਕਰੋ ਉਸ ਚੀਜ਼ ਦੇ ਉੱਤੇ। ਇਹ ਹੋਣਾ ਚਾਹੀਦਾ। ਤੁਹਾਡੀ ਗੱਲ ਇਹੀ ਆਪਾਂ ਨੌਜਵਾਨਾਂ ਨੂੰ ਇਹੀ ਆਪਾਂ ਸਲਾਹ ਦਿੰਨੇ ਵੀ ਤੁਸੀਂ ਘਬਰਾਇਆ ਨਾ ਕਰੋ, ਏਦਾਂ ਨਹੀਂ ਹੁੰਦੀ। ਦੇਖੋ, ਨਾਲੇ ਕੁਛ ਕੁ ਸੰਬੋਧਕ ਸ਼ਬਦ ਹੁੰਦੇ ਆ ਹਰਪਾਲ ਸਿੰਘ ਜੀ, ਤੇਜਾਂ ਤੋਂ ਅਸੀਂ ਲੈਕਚਰ ਦੇ ਵਿੱਚ ਸੰਬੋਧਕ ਸ਼ਬਦ ਬੋਲਦੇ ਆ ਬਈ ਮੋਦੀ ਦੀ ਹਿੱਕ ਦੇ ਉੱਪਰ ਦੀਵਾ ਬਾਲਾਂਗੇ, ਮੋਦੀ ਦੀ ਧੌਣ ਤੇ ਗੋਡਾ ਰੱਖਾਂਗੇ, ਉਹਦੇ ਹਲਕ 'ਚ ਫਾਨਾ ਦੇਵਾਂਗੇ, ਸਿਸਟਮ ਨੂੰ ਜਿੱਦਾਂ ਅੱਗੇ ਗਾਣੇ ਵੀ ਗਾਏ ਆ, ਹਿਲਾ ਦਿਓ ਦਿੱਲੀ। ਅਸੀਂ ਵੀ ਇੱਕ ਟਰੈਕ ਕੱਢਿਆ ਸੀਗਾ, ਘੇਰ ਕੇ ਰੱਖਿਓ ਦਿੱਲੀ ਨੂੰ, ਇੱਥੇ ਟਰੈਕਟਰ ਮੱਗੇ ਮਾਰਨਗੇ, ਰਾਈਟ। ਇੱਥੇ ਮਤਲਬ ਇੱਕ ਸੰਬੋਧਕ ਸ਼ਬਦ ਆ। ਦਿੱਲੀ ਨੂੰ ਅਸੀਂ ਤਾਂ ਪਹਾੜ ਵੀ ਹਿਲਾ ਦਈਦਾ, ਦਿੱਲੀ ਸਾਡੇ ਮੂਹਰੇ ਕੀ ਆ, ਇੱਕ ਸੰਬੋਧਕ ਸ਼ਬਦ ਆ। ਜੇ ਕਹੀਏ ਵੀ ਇਹ ਏਦਾਂ ਤਾਂ ਅਸੀਂ ਕਰਨ ਗਏ ਹੀ ਨਹੀਂ ਉੱਥੇ ਵੀ ਅਸੀਂ ਸੱਚਮੁੱਚ ਦੀ ਧੌਣ ਤੇ ਗੋਡਾ ਰੱਖਣਾ, ਅਸੀਂ ਸੱਚਮੁੱਚ ਉਹਦੇ
ਜਾ ਕੇ ਦੀਵਾ ਬਾਲ ਕੇ ਰੱਖਣਾ ਉਹਦੀ ਹਿੱਕ ਦੇ ਉੱਪਰ। ਇਹ ਸੰਬੋਧਕ ਸ਼ਬਦ ਆ, ਇਹ ਇਹਨਾਂ ਦਾ ਮਤਲਬ ਹੁੰਦਾ ਕਿ ਅਸੀਂ ਜੋਸ਼ ਤੇ ਹੋਸ਼ ਇਕੱਠਾ ਕਾਇਮ ਰੱਖਣਾ ਆ, ਠੀਕ ਨੇ। ਇਹ ਨਹੀਂ ਕਹਿਣਾ ਚਾਹੀਦਾ ਵੀ ਨਹੀਂ ਲੀਡਰਾਂ ਨੇ ਮੇਨ ਸਟੇਜ ਤੋਂ ਇਹ ਐਲਾਨ ਕੀਤੇ ਸੀਗੇ, ਨਹੀਂ ਅਸੀਂ ਤਾਂ ਆ ਕੁਝ ਕਰਨਾ ਹੀ ਸੀਗਾ ਉੱਥੇ, ਇਹ ਡਰ ਗਏ ਆ, ਸਾਨੂੰ ਨਹੀਂ ਕਰਨ ਨਹੀਂ ਦਿੱਤਾ। ਇਸ ਕਰਕੇ ਇਹ ਰਣਨੀਤੀਆਂ ਹੁੰਦੀਆਂ ਆ, ਤੇ ਆਪਣੇ ਨੌਜਵਾਨਾਂ ਨੂੰ ਅਸੀਂ ਇਹੀ ਬਾਰ-ਬਾਰ ਬੇਨਤੀ ਕਰਦੇ ਵੀ ਤੁਸੀਂ ਆਪਣੇ ਜਿਹੜੇ ਤੁਹਾਡੇ ਲੀਡਰ ਅਗਵਾਈ ਕਰਦੇ ਆ ਉਹਨਾਂ ਦੇ ਉੱਪਰ ਮਾੜੀ ਗੱਲ ਦੇ ਉੱਪਰ ਇਲਜ਼ਾਮਬਾਜ਼ੀ ਜਾਂ ਦੁਸ਼ਮਣਬਾਜ਼ੀ ਨਾ ਲਾਉਣੀ ਸ਼ੁਰੂ ਕਰ ਦਿਆ ਕਰੋ, ਹੋਸ਼ ਤੋਂ ਕੰਮ ਲਿਆ ਕਰੋ। ਜੀ ਹਰਪਾਲ ਜੀ। ਜੇ ਤੁਸੀਂ ਕਹੋ ਤੇ ਮੈਂ ਕੁਝ ਐਡ ਕਰਾਂ? ਜੀ ਬਿਲਕੁਲ, ਕਿਉਂਕਿ ਤੁਹਾਡੇ ਟੌਪਿਕ ਸਾਰੇ ਗਾਹ ਨਿਕਲ ਗਏ ਤੇ ਮੈਂ ਪਿੱਛੇ ਫਿਰਦਾ ਜੀ। ਆਓ ਜੀ ਤੁਸੀਂ ਨਾਲ ਰਲੋ। ਜਿਹੜੀ ਤੁਸੀਂ ਆਪਣੇ ਭਾਜੀ ਨੇ ਗੱਲ ਕੀਤੀ ਸੀ ਆਪਣੇ ਹਰਭਜਨ ਸਿੰਘ ਜੀ ਨੇ, ਤੇ ਤੁਸੀਂ ਵੀ ਗੱਲ ਕੀਤੀ ਸੀਗੀ, ਮੈਂ ਜੋ ਉੱਥੇ ਖੜਾ ਕਿ ਪ੍ਰਮਾਤਮਾ ਨਾਲ ਖੜਾ ਹਨਾ ਇਸ ਉਹਦੇ ਵਿੱਚ ਆ ਕੇ ਜੀ, ਤੇ ਉਹਦੇ ਚ ਮੈਂ ਇਹ ਐਡ ਕਰਨਾ ਚਾਹਣਾ ਕਿ ਬਿਲਕੁਲ ਸਹੀ ਗੱਲ ਹੈ ਇਹ, ਪ੍ਰਮਾਤਮਾ ਹਮੇਸ਼ਾ ਸੱਚ ਨਾਲ ਖੜਦਾ ਜੀ ਜੀ। ਤੇ ਦੂਸਰਾ ਹੈ ਕਿ ਆਪਾਂ ਕਹਿੰਦੇ ਆ ਆਮ ਤੌਰ ਤੇ ਕਹਿੰਦੇ ਹੁੰਦੇ ਆ ਵੀ ਪ੍ਰਮਾਤਮਾ ਜੋ ਕਰਦਾ ਹੈ ਠੀਕ ਕਰਦਾ ਹੈ। ਇਹ ਅਲੱਗ ਗੱਲ ਹੈ ਕਿ ਪ੍ਰਮਾਤਮਾ ਜੋ ਕਰਦਾ ਹੈ, ਜੋ ਪ੍ਰਮਾਤਮਾ ਦੀ ਦੂਰਅੰਦੇਸ਼ੀ ਜਾਂ ਜਿੱਥੋਂ ਤੱਕ ਪ੍ਰਮਾਤਮਾ ਦੇਖ ਰਿਹਾ ਹੁੰਦਾ ਆਪਾਂ ਉੱਥੋਂ ਤੱਕ ਦੇਖ ਨਹੀਂ ਸਕਦੇ ਹੁੰਦੇ। ਆਪਾਂ ਉਹਨਾਂ ਛੋਟੀਆਂ ਚੀਜ਼ਾਂ 'ਚ ਰਹਿ ਜਾਂਦੇ ਹਾਂ ਕਿ ਪ੍ਰਮਾਤਮਾ ਨੇ ਮਾੜਾ ਕਰਤਾ, ਪਰ ਫਿਰ ਆਪਾਂ ਤਸੱਲੀ ਦਿੰਦੇ ਹਾਂ ਚਲੋ ਪ੍ਰਮਾਤਮਾ ਨੇ ਕੀਤਾ, ਵਧੀਆ ਗੱਲ ਵੀ ਇਹਦਾ ਤਸੱਲੀ ਵੀ ਹੋ ਜਾਂਦੀ ਹੈ। ਸੋ ਜਿਹੜੀ ਤੁਸੀਂ ਟਕੈਤ ਦੀ ਗੱਲ ਕਰ ਰਹੇ ਸੀ, ਜਾਂ ਜਿਹੜੀ 26 ਜਨਵਰੀ ਦੇ ਜੋ ਵੀ ਰੌਲਾ ਪਿਆ, ਜਿੱਥੋਂ ਪਹਿਲਾਂ ਸਾਨੂੰ ਡਰ ਪੈ ਗਿਆ ਕਿ ਇਹ ਖਤਮ, ਉਸ ਦਿਨ ਐ ਲੱਗਿਆ ਸੀ ਕਿ ਅੰਦੋਲਨ ਖਤਮ ਹੋ ਗਿਆ ਕਿਉਂਕਿ ਹੁਣ ਗੱਲ ਦੂਜੇ ਪਾਸੇ ਤੁਰ ਪੈਣੀ ਹੈ। ਮੈਂ ਕਹਿੰਦਾ ਕਿ ਜਦੋਂ ਕਹਿੰਦੇ ਆ ਕਿ ਪ੍ਰਮਾਤਮਾ ਕਰਦਾ ਸਭ ਠੀਕ ਕਰਦਾ, ਪ੍ਰਮਾਤਮਾ ਨੇ ਵੀ ਉਸ ਦਿਨ ਜੋ ਕੀਤਾ ਸ਼ਾਇਦ ਠੀਕ ਹੀ ਕੀਤਾ ਸੀ, ਕਿਉਂਕਿ ਉਸ ਇੱਕ ਘਟਨਾ ਨੇ ਜਿੱਥੇ ਤੇ ਪਹਿਲਾਂ ਇੱਕ ਡਰ ਪੈਦਾ, ਸਾਡੇ ਵਿੱਚ ਵੀ ਡਰ ਪੈਦਾ ਹੋ ਗਿਆ, ਕਿਉਂਕਿ ਜਦੋਂ ਤੁਹਾਡੇ ਵਿੱਚ ਕਈ ਵਾਰੀ ਗੁਮਾਨ ਆ ਜਾਂਦਾ, ਘਮੰਡ ਆ ਜਾਂਦਾ, ਜਿੱਦਾਂ ਹੁਣ ਬਹੁਤ ਹੋ ਗਏ ਸਾਡੇ ਟਰੈਕਟਰ, ਇੰਨੇ ਲੱਖ ਟਰੈਕਟਰ ਹੋ ਗਏ, ਇੰਨੇ ਜਿਹੜੇ ਆ ਗਏ ਸੀ ਤਾਂ ਦਿੱਲੀ ਜੋ ਤੁਸੀਂ ਕਿਹਾ ਦਿੱਲੀ ਜਿੱਤ ਲਈ, ਦਿੱਲੀ ਪੱਟ ਲਈ, ਉਸ ਨੂੰ ਥੋੜਾ ਜਿਹਾ ਇੱਕ ਦਿਨ ਵਾਸਤੇ ਜਾਂ ਕੁਝ ਚੰਦ ਘੰਟਿਆਂ ਵਾਸਤੇ ਅਸੀਂ ਠੰਡੇ ਜਿਹੇ ਹੋ ਗਏ, ਡਰ ਗਏ। ਉਸ ਤੋਂ ਬਾਅਦ ਪਰ ਲੇਕਿਨ ਚਿੰਗਾਰੀ ਉੱਥੋਂ ਹੀ ਨਿਕਲੀ, ਉਹਦੇ ਕਰਕੇ ਸਾਨੂੰ ਡਰ ਲੱਗਿਆ ਕਿ ਸਾਡਾ ਸੈਬੋਟਾਜ ਹੋ ਗਿਆ ਅੰਦੋਲਨ ਔਰ ਦੂਜੇ ਪਾਸੇ ਨਾ ਚਲੇ ਜੇ, ਜਾਂ ਮੀਡੀਆ ਨੇ ਗਲਤ ਪਾਸੇ ਦਿਖਾਉਣਾ ਸ਼ੁਰੂ ਕਰ ਦਿੱਤਾ। ਔਰ ਉਸ ਤੋਂ ਬਾਅਦ ਫਿਰ ਪਰਮਾਤਮਾ ਨੇ ਬਹੁਤ ਸੋਹਣੀ ਗੱਲ ਕੀਤੀ ਕਿ ਟਕੈਤ ਨੂੰ ਫੜ ਉਹਨਾਂ ਨੇ ਗਲਤੀ ਕਰਤੀ, ਕਿਉਂਕਿ ਕਹਿੰਦੇ ਆ ਜਦੋਂ ਪਰਮਾਤਮਾ ਚਾਹੁੰਦਾ ਫਿਰ ਦੂਜੇ ਉਹਦੀ ਮੱਤ ਮਾਰ ਦਿੰਦਾ। ਉਦੋਂ ਸਰਕਾਰ ਦੀ ਮੱਤ ਮਾਰੀ ਗਈ ਜਿਹੜੀ ਉਸਨੇ ਉਸਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ, ਜਾਂ ਜਿਹੜਾ ਉਹਨਾਂ ਨੇ ਇਹ ਕੋਸ਼ਿਸ਼ ਕੀਤੀ ਕਿ ਇਹਨੂੰ ਖਾਲਿਸਤਾਨ ਦਾ ਨਾਮ ਦੇ ਦਿੱਤਾ ਜਾਵੇ, ਸਿੱਖਾਂ ਦਾ ਨਾਮ ਦੇ ਦਿੱਤਾ ਜਾਵੇ, ਉਹ ਵੀ ਸੋਹਣੀ ਹੋਈ ਕਿਉਂਕਿ ਉਸ ਫਿਰ ਉਹਦੇ ਟਕੈਤ ਦੇ ਉਸ ਇੱਕ ਅਥਰੂ ਨੇ ਜੋ ਜੋਸ਼ ਜਿਹੜਾ ਇੱਕਦਮ ਅਸੀਂ ਸਹਿਮ ਗਏ ਸੀ, ਉਹਨੂੰ ਡਬਲ ਦੁੱਗਣੇ ਤਿਗਣੇ ਜੋਸ਼ ਨਾਲ ਸਾਡੇ ਵਿੱਚ ਨਾ ਸਿਰਫ ਸਾਡੇ ਵਿੱਚ ਭਰਤਾ, ਬਲਕਿ ਜਿਹੜੇ ਲੋਕ ਨਹੀਂ ਵੀ ਜੁੜੇ ਸੀ ਯੂਪੀ ਵਾਲੇ ਪਾਸਿਓਂ ਜਾਂ ਹੋਰ ਅੱਗੇ ਵੱਧ ਜਾਈਏ, ਉਹ ਲੋਕ ਵੀ ਜੋੜ ਦਿੱਤੇ। ਔਰ ਜੋ ਝੰਡੇ ਦੀ ਘਟਨਾ ਕਰਕੇ ਜਿਹੜਾ ਗੋਦੀ ਮੀਡੀਆ ਅਜੇ ਤੱਕ ਨਹੀਂ ਦਿਖਾ ਰਿਹਾ ਸੀ, ਹਾਲਾਂਕਿ ਉਹਨਾਂ ਨੇ ਦਿਖਾਇਆ ਝੰਡੇ ਵਾਲੀ ਗੱਲ ਨੂੰ, ਪਰ ਹੌਲੀ ਹੌਲੀ ਕਰਕੇ ਲੋਕਾਂ ਨੂੰ ਪਤਾ ਚੱਲ ਲੱਗ ਗਿਆ ਕਿ ਕਿਸਾਨ ਅੰਦੋਲਨ ਚੱਲ ਰਿਹਾ, ਉਹਦੇ ਕਰਕੇ ਹੌਲੀ ਹੌਲੀ ਹੁਣ ਕਿਸਾਨ ਅੰਦੋਲਨ ਨੂੰ ਵੀ ਜਗ੍ਹਾ ਮਿਲਣੀ ਸ਼ੁਰੂ ਹੋ ਗਈ ਹੈ। ਇਹ ਮੈਂ ਗੱਲ ਕਰ ਰਿਹਾ ਸੀ। ਦੂਜੀ ਤੁਸੀਂ ਗੱਲ ਕੀਤੀ ਸੀਗੀ ਭਾਜੀ ਨੇ ਵੀ ਸਰਕਾਰ ਦੀ ਚਾਲ ਹੁੰਦੀ ਹੈ ਇਹ ਡਿਵਾਈਡ ਐਂਡ ਰੂਲ ਦੀ ਗੱਲ ਕੀਤੀ ਸੀਗੀ, ਸੋ ਉਹਦੇ ਵਿੱਚ ਮੈਂ ਇਹ ਐਡ ਕਰਨਾ ਚਾਹੁੰਦਾ ਕਿ ਬਿਲਕੁਲ ਸਹੀ ਗੱਲ ਹੈ ਕਿ ਸਰਕਾਰਾਂ ਦਾ ਸਿਰਫ ਭਾਰਤ ਦੀ ਸਰਕਾਰ ਨਹੀਂ, ਸਮੇਂ ਦੀਆਂ ਸਰਕਾਰਾਂ ਦਾ 3 ਮੰਸ਼ੇ ਹੁੰਦੇ ਆ ਕਿਸੇ ਅੰਦੋਲਨ ਨੂੰ, ਕਿਸੇ ਕ੍ਰਾਂਤੀ ਨੂੰ ਕਿੱਦਾਂ ਦਬਾਉਣਾ ਹੈ। ਇੱਕ ਤੇ ਤੁਹਾਡੀ ਪਹਿਲੀ ਗੱਲ ਕਿ ਉਹਦੇ ਵਿੱਚ ਉਹਨੂੰ ਡਿਵਾਈਡ ਕਰ ਦਿਓ, ਉਹਦੇ ਵਿੱਚ ਕੁਝ ਭੈਠੀਏ ਭੇਜ ਦਿਓ ਆਪਣੇ, ਉਹ ਪੁਰਾਣੇ ਜ਼ਮਾਨੇ 'ਚ ਜਸੂਸ ਕਹਿੰਦੇ ਸੀ ਉਹਨਾਂ ਨੂੰ, ਜਾਂ ਉਹ ਭੇਜਦੇ ਸੀ, ਨਾਲੇ ਤੇ ਉਹ ਪਤਾ ਲਾਉਂਦੇ ਸੀ ਉੱਥੇ ਚੱਲ ਕੀ ਰਿਹਾ ਹੈ, ਨਾਲੇ ਉਹ ਕਹਿੰਦੇ ਸੀ ਤੁਸੀਂ ਇਹਨਾਂ ਦਾ ਦਿਮਾਗ ਦੂਜੇ ਪਾਸੇ ਨੂੰ ਕਰਕੇ 2 ਫਾੜ ਕਰ ਦਿਓ, 3 ਫਾੜ ਕਰ ਦਿਓ। ਦੂਜਾ ਹੈਗਾ ਉਹਨਾਂ ਦਾ ਨਿਸ਼ਾਨਾ ਬਦਲ ਦਿਓ, ਜਿਸ ਨਿਸ਼ਾਨੇ ਤੇ ਜਾ ਰਹੇ ਆ, ਸਾਡਾ ਨਿਸ਼ਾਨਾ ਕਿਸਾਨ ਅੰਦੋਲਨ ਦਾ ਇਹ ਹੈ ਕਿ ਅਸੀਂ 3 ਕਾਨੂੰਨ ਵਾਪਸ ਕਰਨੇ ਆ। ਹੁਣ ਨਿਸ਼ਾਨਾ ਬਦਲ ਕਿਵੇਂ ਗਿਆ? ਹੁਣ ਨਿਸ਼ਾਨਾ ਇਸ ਕਰਕੇ ਬਦਲ ਗਿਆ ਕਿ ਜਦੋਂ ਉਹ ਘਟਨਾ ਹੋਈ 26 ਜਨਵਰੀ ਦੀ, ਝੰਡੇ ਦੀ ਜੋ ਘਟਨਾ ਹੋਈ, ਉਹਦੇ ਬਾਅਦ ਲੋਕੀ ਫੜ ਲਏ, ਅੰਦਰ ਕਰ ਲਏ, ਤਸੀਹੇ ਦਿੱਤੇ, ਉਹਦੇ ਕਰਕੇ ਹੀ ਉਹ ਟਕੈਤ ਦੀ ਰੈਲੀ ਉੱਤੇ ਅਟੈਕ ਹੋਇਆ, ਉਹਨੂੰ ਖਦੇੜਨ ਦੀ ਯਤਨ ਕੀਤਾ, ਪਰ ਉਹ ਡਟ ਕੇ ਖੜਾ ਹੋ ਗਿਆ, ਚਟਾਨ ਬਣ ਕੇ ਖੜਾ ਹੋ ਗਿਆ। ਉਹ ਸਿਰਫ ਉਸ ਵਕਤ ਉਹਦੇ ਵਿੱਚ ਮੈਂ ਇੱਕ ਹੋਰ ਗੱਲ ਐਡ ਕਰ ਦਿਆਂ, ਮੈਂ ਵਿਸ਼ੇ ਤੋਂ ਨਾ ਭਟਕਾਂ, ਉਹਦੇ ਕਰਕੇ ਜਿਹੜਾ ਉਸਨੇ ਸਿੱਖਾਂ ਦਾ ਸਾਥ ਦਿੱਤਾ ਉਹਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ।
लेकिन वो ਜਿਹੜਾ ਸਾਥ है ना वो उसने किसे लालसा किसे प्रसिद्धि खटन करके या लीडरशिप ਦੀ ਬਾਗਡੋਰ ਸੰਭਾਲਣ ਕਰਕੇ नहीं ਕੀਤਾ। ਉਹ ਉਸ वक्त ਦਾ ਉਹਦਾ ਦਿਲ ਦਾ ਜਜ਼ਬਾ ਸੀ ਤੇ ਦਿਲ ਚੋਂ ਉਹ ਉਬਾਰ ਉੱਠਿਆ। ਉਸ ਵਕਤ ਉਹ ਸਿਰਫ ਕੋਈ ਦੀਪ ਸਿੱਧੂ ਵਾਂਗੂ ਜਾਂ ਕਿਸੇ ਵਾਂਗੂ ਲੀਡਰ ਨਹੀਂ ਸੀ ਬਣਨਾ ਚਾਹੁੰਦਾ। ਉਹਨੇ ਇਹ ਕਿਹਾ ਸੀ ਕਿ ਇਹ ਜੋ ਹੋ ਰਿਹਾ ਹੈ ਤੇ ਬਹੁਤ ਗਲਤ ਹੋ ਰਿਹਾ ਹੈ। ਮੈਂ ਤਾਂ ਇੱਥੇ ਮਰ ਜਾਊਗਾ, ਮੈਂ ਤਾਂ ਪਾਣੀ ਵੀ ਨਹੀਂ ਇੱਥੋਂ ਪੀਊਂਗਾ ਜਦੋਂ ਤੱਕ ਮੈਂ ਇੱਥੇ ਮੈਂ ਵਾਪਸ ਨਾ ਇਹਨੂੰ ਸ਼ੁਰੂ ਕਰਦਾ। ਔਰ ਉਸਦਾ ਅੰਜਾਮ ਤੁਸੀਂ ਦੇਖ ਲਿਆ। ਸੋ ਉਹ ਇੱਕ ਸੀਗਾ ਕਿ ਉਹਨਾਂ ਨੇ ਫੁੱਟ ਪਾਉਣ ਦੀ ਕੋਸ਼ਿਸ਼ ਕੀਤੀ। ਦੂਸਰਾ ਸੀਗਾ ਕਿ ਹੁਣ ਨਿਸ਼ਾਨਾ ਕਿਵੇਂ ਭਟਕਿਆ। ਨਿਸ਼ਾਨਾ ਇਸ ਕਰਕੇ ਭਟਕਿਆ ਕਿ ਹੁਣ ਸਾਡੇ ਤੋਂ ਸਾਡਾ ਅੱਧਾ ਟਾਈਮ, ਅੱਧਾ ਸਮਾਂ, ਅੱਧਾ ਪੈਸਾ, ਅੱਧਾ ਦਿਮਾਗ ਇਸ ਪਾਸੇ ਲੱਗ ਰਿਹਾ ਹੈ ਕਿ ਜਿਹੜੇ ਉਹਨਾਂ ਨੇ ਬੰਦੇ, ਸਾਡੇ ਲੋਕ, ਸਾਡੇ ਕ੍ਰਾਂਤੀਕਾਰੀ ਅੰਦੋਲਨਕਾਰੀ ਫੜ ਲਏ ਹੈ, ਉਹਨਾਂ ਨੂੰ ਕਿੱਦਾਂ ਛੁਡਾਇਆ ਜਾਵੇ, ਉਹਨਾਂ ਦੀ ਕਿੱਦਾਂ ਪੈਰਵਾਈ ਕੀਤੀ ਜਾਵੇ। ਜਿਹੜੇ ਮਰ ਕੇ ਉਹਨਾਂ ਦੇ ਭੋਗਾਂ ਤੇ ਜਾਣਾ, ਉਹਨਾਂ ਦੇ ਪਰਿਵਾਰਾਂ ਨੂੰ ਸਾਂਤਵਨਾ ਦੇਣੀ, ਉਹਨਾਂ ਦੇ ਪਰਿਵਾਰਾਂ ਨੂੰ ਸਹਾਇਤਾ ਕਰਨੀ। ਸੋ ਸਾਡੇ ਜਿਹੜੇ ਅੰਦੋਲਨ ਦਾ ਬਹੁਤ ਵੱਡਾ ਹਿੱਸਾ ਉਸ ਪਾਸੇ ਲੱਗ ਗਿਆ। ਤੇ ਇਹ ਤੋਂ ਮਤਲਬ ਭਾਵ ਇਹ ਹੈ ਕਿ ਸਾਡਾ ਨਿਸ਼ਾਨਾ ਜਿਹੜਾ ਇੱਕ ਸਿੱਧਾ ਨਿਸ਼ਾਨਾ ਸੀਗਾ ਨਾ, ਉਹ ਨਿਸ਼ਾਨਾ ਸਾਡਾ ਹੁਣ ਦੋ ਪਾਸੇ ਹੋ ਗਿਆ। ਹੁਣ ਅਸੀਂ ਦੋ ਪਾਸੇ ਗਏ। ਤੀਜੀ ਉਹ ਕਰਦੇ ਹੁੰਦੇ ਆ ਕਿ ਇਸ ਨੂੰ ਪ੍ਰੋਲੋਂਗ ਕਰੋ। ਸਰਕਾਰਾਂ ਦੀ ਇਹ ਕੋਸ਼ਿਸ਼ ਹੁੰਦੀ ਹੈ ਕਿ ਇਸ ਨੂੰ ਲੰਬਾ ਖਿੱਚ ਦਿਓ, ਇਹਨਾਂ ਨੂੰ ਲਾਰੇ ਲਾਈ ਰੱਖੋ, ਇਹਨਾਂ ਨੂੰ ਤਸੱਲੀਆਂ ਜਿਹੀਆਂ ਦੇਈ ਰੱਖੋ, ਝੂਠੀਆਂ ਤਸੱਲੀਆਂ ਦੇਈ ਰੱਖੋ। ਉਹਦੇ ਨਾਲ ਕੀ ਹੁੰਦਾ ਕਿ ਜਦੋਂ ਕੋਈ ਚੀਜ਼ ਲੰਬੀ ਪੈ ਜਾਂਦੀ ਹੈ, ਉਤਸ਼ਾਹ ਘਟ ਜਾਂਦਾ। ਤੁਸੀਂ ਆਪ ਹੀ ਅਮੂਮਨ ਲਾ ਲਓ, ਜਿਹੜਾ ਹੁਣ ਪਹਿਲੇ ਮਹੀਨੇ ਜੋ ਜਲਵਾ, ਜੋ ਜੋਸ਼ ਹੈ, ਸਭ ਟਰੈਕਟਰ ਉਧਰ ਤੁਰੇ ਹੈ। ਅੱਗੇ ਨੂੰ ਹੁਣ ਆਪਣੀ ਹਾੜੀ ਆਉਣੀ ਹੈ, ਸੌਣੀ ਆਉਣੀ ਹੈ, ਲੋਕਾਂ ਨੇ ਆਪਣੇ ਘਰ ਵੀ ਪਾਲਣੇ ਆ, ਪਰਿਵਾਰ ਵੀ ਪਾਲਣੇ ਆ, ਪੇਟ ਵੀ ਪਾਲਣੇ ਆ। ਉਹ ਜੋ ਲੰਬਾ ਹੋ ਗਿਆ ਤਾਂ ਫਿਰ ਅੱਧੇ ਦਿਲ ਛੱਡ ਜਾਂਦੇ ਆ। ਸੋ ਸਾਡਾ ਹੁਣ ਕੋਸ਼ਿਸ਼ ਇਹ ਚਾਹੀਦੀ ਹੈ ਕਿ ਨਿਸ਼ਾਨੇ ਨੂੰ, ਮੇਨ ਨਿਸ਼ਾਨਾ ਸਾਡਾ ਉਹ ਕਾਨੂੰਨ ਵਾਪਸ ਲੈਣ ਦਾ ਹੋਣਾ ਚਾਹੀਦਾ ਹੈ। ਹਾਂ, ਜਿਹੜੀ ਇਹ ਅਤਿਆਚਾਰ ਹੋ ਗਏ ਨੇ, ਜਿਹੜੇ ਪੁਲਿਸ ਨੇ ਫੜ ਲਏ ਨੇ, ਤਸ਼ੱਦਦ ਕਰ ਰਹੇ ਨੇ, ਉਹਨਾਂ ਦੀ ਪੈਰਵਾਈ ਹੁਣ ਕਰਨੀ ਪੈਣੀ ਹੈ। ਇਹ ਸਾਡੇ ਸਿਰ ਦੇ ਉੱਤੇ ਇੱਕ ਐਕਸਟਰੀ ਪੰਡ, ਜਿਹੜੀ ਦੋ ਪੰਡਾਂ ਇਕੱਠੀਆਂ ਚੱਕਣੀਆਂ ਪੈਣੀਆਂ, ਪਰ ਆਪਣੇ ਉਹਦੇ ਚੋਂ ਉਲਝਣਾ ਨਹੀਂ। ਤੇ ਤੀਸਰਾ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਕਿ ਜਿਹੜੀ ਸਰਕਾਰਾਂ ਹੁੰਦੀਆਂ ਇਹ ਚਾਣਕਿਆ ਨੀਤੀ ਖੇਡਦੀਆਂ। ਚਾਣਕਿਆ ਨੀਤੀ ਚ ਮੈਂ ਆਪਣੇ ਲੋਕਾਂ ਨੂੰ, ਆਪਣੇ ਅੰਦੋਲਨਕਾਰੀਆਂ ਨੂੰ ਇਹ ਕਹਿਣਾ ਚਾਹਣਾ, ਜੇ ਸਰਕਾਰਾਂ ਚਾਣਕਿਆ ਨੀਤੀ ਖੇਡ ਸਕਦੀਆਂ ਤੇ ਅਸੀਂ ਅੰਦੋਲਨਕਾਰੀ, ਅਸੀਂ ਕਿਸਾਨ, ਅਸੀਂ ਇੱਕ ਆਮ ਇਨਸਾਨ, ਆਮ ਆਦਮੀ, ਅਸੀਂ ਵੀ ਚਾਣਕਿਆ ਨੀਤੀ ਖੇਡ ਸਕਦੇ ਹਾਂ। ਸਾਨੂੰ ਵੀ, ਜਿਵੇਂ ਇੰਦਰਜੀਤ ਸਿੰਘ ਨੇ ਗੱਲ ਕੀਤੀ, ਕਿ ਲੋੜ ਪਵੇ ਤਾਂ 2 ਕਦਮ ਅੱਗੇ ਜਾਣਾ ਹੈ, ਲੋੜ ਪਵੇ ਤਾਂ 1 ਕਦਮ ਪਿੱਛੇ ਵੀ ਹਟਣਾ ਹੈ, ਲੋੜ ਪਵੇ ਤਾਂ 1 ਕਦਮ ਖੱਬੇ ਪਾਸੇ ਵੀ ਜਾਣਾ ਹੈ, ਲੋੜ ਪਵੇ ਤਾਂ ਸੱਜੇ ਪਾਸੇ ਵੀ ਜਾਣਾ ਹੈ। ਸੋ ਸਾਨੂੰ ਇਹ ਸਾਰੀਆਂ ਚੀਜ਼ਾਂ ਮਿਲਾ ਕੇ ਕਰਨੀਆਂ ਪੈਣੀਆਂ। ਜੋਸ਼ ਦੀ ਜਗ੍ਹਾ ਹੋਸ਼ ਨਾਲ ਕੰਮ ਲੈਣਾ ਪੈਣਾ, ਵਿਉਂਤ ਬਣਾਉਣੀ ਪੈਣੀ ਹੈ, ਇਕੱਠਿਆ ਕਰਨਾ ਪੈਣਾ, ਏਕਾ ਕਰਨਾ ਪੈਣਾ। ਔਰ ਜਿੱਥੇ ਲੋੜ ਪਈ ਜੋਸ਼ ਦੀ, ਉੱਥੇ ਉਸ ਜੋਸ਼ ਦੀ ਜਿਹੜੀ ਉਹ ਚਿੰਗਿਆਰੀ ਹੈ, ਉਹਦੇ ਉੱਤੇ ਵੀ ਆਪਾਂ ਉਹਨੂੰ ਵੀ ਹਵਾ ਦੇਵਾਂਗੇ। ਉਹ ਕਿਉਂਕਿ ਜਿਵੇਂ ਤੁਸੀਂ, ਮੈਨੂੰ ਗੱਲ ਯਾਦ ਆਈ, ਜਦੋਂ ਕੋਈ ਵੀ ਚੁੱਲ੍ਹਾ ਹੈ ਜਾਂ ਕੋਈ ਭੱਠੀ ਹੈ ਜਿੱਥੇ ਦਾਣੇ ਭੁੰਨਦੇ ਆ, ਜਦੋਂ ਲਗਾਤਾਰ ਤੁਸੀਂ ਬਾਲਣ ਨਹੀਂ ਪਾਉਂਦੇ, ਉਹ ਭੱਠੀ ਠੰਡੀ ਹੋ ਜਾਂਦੀ ਹੈ। ਸੋ ਸਾਨੂੰ ਜੋਸ਼ ਦੀ ਉਹ ਚਿੰਗਿਆਰੀ, ਉਹ ਬਾਲਣ ਤੇ ਹਮੇਸ਼ਾ ਨਾਲ ਦੀ ਨਾਲ ਪਾਉਂਦੇ ਹੀ ਰਹਿਣਾ ਪਏਗਾ। ਔਰ ਸਮੇਂ ਦੀ ਲੋੜ ਇਹ ਹੈ ਕਿ ਨਿਸ਼ਾਨਾ ਨਾ ਪਾਸੇ ਤੇ ਜਾਵੇ ਤੇ ਏਕਤਾ ਨਾ ਟੁੱਟੇ। ਇਹੀ ਮੈਂ ਇਸ ਵਕਤ ਕਹਿਣਾ ਚਾਹਾਂਗਾ। ਵੀਰ ਜੀ, ਇਹਦੇ ਵਿੱਚ ਥੋੜਾ ਜਿਹਾ ਮੈਂ ਐਂਟਰ ਕਰਦਿਆਂ ਹੋਰ, ਇਹ ਭਾਜੀ ਹੋਣਾ ਦਾ ਬਹੁਤ ਸੋਹਣਾ ਸੀਗਾ ਜਿੰਨਾ ਵੀ ਇਹਨਾਂ ਨੇ ਦੱਸਿਆ, ਬਹੁਤ ਹੀ ਪੋਜ਼ਿਟਿਵ ਸੀ। ਜੇ ਅਸੀਂ ਗਲਤੀਆਂ ਕੀਤੀਆਂ ਨਾ, ਧਰਨਾਕਾਰੀ ਦੇ ਆਗੂਆਂ ਨੇ ਗਲਤੀਆਂ ਕੀਤੀਆਂ ਜਾਂ ਸਾਡੇ ਮੁੰਡੇ ਨੌਜਵਾਨਾਂ ਨੇ ਗਲਤੀਆਂ ਕੀਤੀਆਂ, ਤੇ ਗਲਤੀਆਂ ਗੌਰਮੈਂਟ ਨੇ ਵੀ ਬਹੁਤ ਜ਼ਬਰਦਸਤ ਕੀਤੀਆਂ ਸ਼ੁਰੂਆਤ ਤੋਂ। ਇਹ ਤੁਹਾਨੂੰ ਮੈਂ 1 ਮਿੰਟ ਦੇ ਵਿੱਚ ਸਾਰੀਆਂ ਹੀ ਦੱਸ ਦੇਣਾ ਤਾਂ ਤੁਹਾਨੂੰ ਲੜੀਵਾਰ ਸਮਝ ਆ ਜੂਗੀ। ਜਦੋਂ ਪੰਜਾਬ ਦੇ ਵਿੱਚ ਰੇਲਾਂ ਰੋਕੋ ਅਸੀਂ ਬੈਠੇ ਸੀ ਰੇਲਾਂ ਦੇ ਉੱਤੇ, ਉਦੋਂ ਬਹੁਤ ਸਾਰੇ ਲੀਡਰਾਂ ਦੀ ਤੇ ਬਹੁਤ ਸਾਰੇ ਸਾਡੇ ਤਬਕੇ ਦੀ ਡਿਮਾਂਡ ਸੀ ਕਿ ਇਹਦੇ ਵਿੱਚ ਸੋਧ ਕਰੋ ਕਾਨੂੰਨਾਂ 'ਚ। ਉਦੋਂ ਖਤਮ ਨੂੰ ਥੋੜੇ ਜਿਹਾ ਬੋਲਦੇ ਸੀ ਵੀ ਖਤਮ ਕਰੋ, ਜ਼ਿਆਦਾਤਰ ਸੀਗੇ ਵੀ ਸੋਧ ਹੋ ਜਾਂਦਾ, ਗੌਰਮੈਂਟ ਉਦੋਂ ਹੀ ਸੋਧ ਕਰ ਦਿੰਦੀ। ਇਹ ਇੱਥੋਂ ਤੱਕ ਗੱਲ ਜਾਣੀ ਨਹੀਂ ਸੀ, ਉੱਥੇ ਗਲਤੀ ਕਰ ਗਈ ਗੌਰਮੈਂਟ। ਫਿਰ ਇਹਨਾਂ ਨੇ ਗਲਤੀ ਕੀਤੀ ਜਦੋਂ ਲੋਕ ਤੁਰ ਪਏ ਟਰੈਕਟਰ ਲੈ ਕੇ ਤੇ ਸੜਕਾਂ ਦੇ ਵਿੱਚ JCB ਦੇ ਨਾਲ ਖੱਡੇ ਪੱਟੇ, ਉਹ ਪੱਟਣੇ ਨਹੀਂ ਚਾਹੀਦੇ। ਉਹਦੇ ਨਾਲ ਕੀ ਨੁਕਸਾਨ ਹੋਇਆ ਗੌਰਮੈਂਟ ਦਾ ਕਿ ਜਿਹੜੇ ਨੌਜਵਾਨ ਮੁੰਡੇ ਸੀ ਉਹ ਭੜਕ ਗਏ, ਗੁੱਸੇ 'ਚ ਆ ਗਏ, ਔਰ ਜੇ ਉਹ ਖੱਡੇ ਨਾ ਪੱਟਦੇ ਤਾਂ ਸਿੱਧਾ ਸਟੇਡੀਅਮ 'ਚ ਜਿੱਥੇ ਮਰਜ਼ੀ ਲੈ ਜਾਂਦੇ ਇਹਨਾਂ ਨੂੰ। ਮੋਰੇ ਪੁਲਿਸ ਦੀਆਂ ਗੱਡੀਆਂ ਲਾਉਂਦੇ, ਜੀਪਾਂ ਲਾਉਂਦੇ, ਜਿਪਸੀਆਂ ਲਾਉਂਦੇ, ਮੋਰੇ ਪਿੱਛੇ ਆਪਣੇ ਜਿਹੜੇ ਅੰਦੋਲਨਕਾਰੀ ਉਹਨਾਂ ਨੂੰ ਸਿੱਧੇ ਜਿਹੜੇ ਮਰਜ਼ੀ ਜਿਹੜੀ ਗਰਾਊਂਡ ਪਈ ਆ ਉੱਥੇ ਜਾ ਕੇ ਤਾੜ ਲੈਂਦੇ। ਇਹ ਮੌਕਾ ਗਵਾਤਾ ਗੌਰਮੈਂਟ ਨੇ।
ਤੀਜਾ ਮੌਕਾ ਜਿਹੜਾ ਹੁਣ ਇਹ ਗ੍ਰਿਫਤਾਰੀਆਂ ਤੇ ਆ ਗਿਆ ਆ ਜਿਹੜਾ ਸਭ ਤੋਂ ਵੱਡੀ ਬੰਜਰ ਗਲਤੀ ਗਵਰਨਮੈਂਟ ਕਰਨ ਜਾ ਰਹੀ ਹੈ। ਜਦੋਂ ਬੰਦਾ ਕੋਈ ਚਾਹੇ ਲੱਖਾ ਸਿਧਾਣਾ ਚਾਹੇ ਦੀਪ ਸਿੱਧੂ ਆ, ਅੱਜ ਸਾਡੇ ਪਹਿਲੇ ਬਾਦਲ ਦਾ ਟੱਬਰ ਲਾ ਲਓ, ਬਜ਼ੁਰਗ ਬਾਦਲ ਜਿਹੜੇ ਆ ਜਾਂ ਹੋਰ ਲੀਡਰ ਵੀ ਜਿੰਨੇ ਆ, ਉਹ ਜੇਲ੍ਹਾਂ ਦੇ ਵਿੱਚ ਜਾ ਕੇ ਚਾਹੇ ਸੱਚੇ ਚਾਹੇ ਝੂਠੇ ਵੱਡੇ ਲੀਡਰ ਹੋ ਕੇ ਬਾਹਰ ਨਿਕਲੇ ਆ। ਉਹਨਾਂ ਦੀ ਬਿਲਕੁਲ ਸਹੀ ਹੈ, ਉਹਨਾਂ ਦੀ ਜਿਹੜੀ ਪਬਲਿਕ ਦੇ ਵਿੱਚ ਸੀਗੀ ਉਹ ਘਟੀ ਨਹੀਂ ਵਧੀ। ਇਹ ਦੋ ਵੀ ਹੁਣ ਇਹ ਦੋ ਬੰਦੇ ਵੀ ਮੈਂ ਤੁਹਾਨੂੰ ਦੱਸ ਦੇਣਾ, ਅੱਜ ਦੱਸ ਦੇਣਾ, ਇਹ ਦੋ ਬੰਦੇ ਵੀ ਜਾਨੀ ਹੁਣ ਹੋ ਸਕਦਾ ਗਾਂ ਰਾਜੇਵਾਲ ਹੋਣਾ ਤੋਂ ਵੀ ਅਗਲੇ ਮੇਨ ਲੀਡਰ ਹੋ ਕੇ ਬਾਹਰ ਨਿਕਲਣ। ਗੱਲ ਸਹੀ ਆ, ਬਿਲਕੁਲ ਬਿਲਕੁਲ ਦਮ ਇਹ ਗਵਰਨਮੈਂਟ ਦੀਆਂ ਗਲਤੀਆਂ। ਗਵਰਨਮੈਂਟ ਬਹੁਤ ਥੋੜੇ ਦੇ ਵਿੱਚ ਇੰਨਾ ਸਾਡੇ ਮੁਲਕ ਦਾ ਨੁਕਸਾਨ ਨਹੀਂ ਹੋ ਸਕਦਾ ਸੀ। ਕਿਸਾਨਾਂ ਦੀ GDP ਜਿਹੜੀ ਆ 4-5 ਤੇ ਪਹੁੰਚੀ ਸੀ, ਉਹ ਜਿਹੜੀ 1.5 ਤੇ ਆ ਗਈ, ਉਹ ਨਹੀਂ ਗਿਰ ਸਕਦੀ। ਇਹ ਜੇ ਪਹਿਲੀਆਂ ਗੱਲਾਂ ਦੇ ਵਿੱਚ ਹੀ ਇਹ ਲੋਕ ਮੰਨ ਲੈਂਦੇ ਕਿਸਾਨਾਂ ਦੀ, ਤਾਂ ਥੋੜੇ ਜਿਹੀਆਂ ਗੱਲਾਂ ਦੇ ਵਿੱਚ ਹੀ ਸਾਰਾ ਕੁਝ ਨਿਬੜ ਜਾਣਾ। ਜੀ 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 ਬਿਲਕੁਲ ਗੱਲ ਤੁਹਾਡੀ ਸਹੀ ਆ। ਦੂਜੀ ਗੱਲ ਆਪਣੇ ਜਿਹੜੀ ਤੁਸੀਂ ਇੱਕ ਪਹਿਲਾਂ ਗੱਲ ਦੱਸੀ ਸੀਗੀ ਆਪਣੇ ਅਲਾਇੰਸ ਦੇ ਜਿਹੜੇ ਮਾਲ ਆ, ਸਟਿਲ ਜਿਹੜਾ ਤੁਸੀਂ ਬੰਦ ਕਰਾਇਆ ਸੀਗਾ ਅਲਾਇੰਸ ਦਾ ਮਾਲ, ਉਹ ਸਟਿਲ ਬੰਦ ਆ ਤੇ ਬਾਈਕਾਟ ਕਿਵੇਂ ਚੱਲ ਰਿਹਾ ਜਿਹੜਾ ਉਹਨਾਂ ਦੇ ਪ੍ਰੋਡਕਟ ਵਗੈਰਾ ਇਸ ਵੇਲੇ? ਉਹਨਾਂ ਲੋਕਾਂ ਨੇ ਨਾ ਜਿਹੜੇ ਉਹਨਾਂ ਦੇ ਜ਼ਰੂਰੀ ਸੀ, ਜਿੱਦਾਂ ਐਗ ਹੁੰਦੇ ਆ ਜਾਂ ਕੋਈ ਠੰਡੇ ਠੁੰਡੇ ਜਿਹੜੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਖਰਾਬ ਹੋਣ ਵਾਲੀਆਂ ਸੀਗੀਆਂ, ਉਹ ਤਾਂ ਪਹਿਲੇ ਹਫ਼ਤਿਆਂ ਦੇ ਵਿੱਚ 1 ਮਹੀਨਾ ਉਹਨਾਂ ਨੇ ਜਦੋਂ ਦੇਖਿਆ 15-20 ਦਿਨ ਹੋ ਗਿਆ, ਉਹਨਾਂ ਨੂੰ ਸੀਗਾ ਵੀ ਅੱਜ ਖੁੱਲ ਜੂ ਕੱਲ ਖੁੱਲ ਜੂ। ਉਹਦੇ ਬਾਵਜੂਦ ਜਦੋਂ ਖੁੱਲਿਆ ਨਾ ਤਾਂ ਉਹਨਾਂ ਨੇ ਉਹ 20-25 ਰੁਪਏ ਨੂੰ ਸੇਲ ਇਜਾਜ਼ਤ ਲੈ ਕੇ ਨਾ ਉੱਥੋਂ ਧਾਰੀ ਹੋਣਾ ਦੀ, ਉਹ ਆਪਣਾ ਵੀ ਇਹ ਮੁੜ ਕੇ ਮੁਸ਼ਕ ਮਾਰ ਲਾਪੂ ਅੰਦਰੋਂ ਸਮਾਨ, ਤੇ ਉਹ ਫਿਰ ਇਜਾਜ਼ਤ ਦੇਤੀ। ਅਸੀਂ ਵੀ ਵਾਕਿਆ ਵੀ ਕਿਸੇ ਦੇ ਮੂੰਹ 'ਚ ਪਊਗਾ ਗਰੀਬ ਦੇ। ਉਹ ਜਿਹੜਾ ਉਸਲੇ 120-25 ਰੁਪਏ ਨੂੰ ਕਰੇਟ ਸੀਗਾ ਅੰਡਿਆਂ ਦਾ, ਉਹ 20 ਰੁਪਏ ਨੂੰ ਕਰ ਦਿੱਤਾ। ਜਿਹੜੀ ਬੋਤਲ 80-90 ਦੀ ਸੀਗੀ ਉਹ 25 ਦੀ ਕਰ ਦਿੱਤੀ। ਉਹ ਕਰਕੇ ਤੇ ਉਹ ਸਮਾਨ ਉਹਨਾਂ ਨੇ ਕੱਢ ਲਿਆ ਸੀ, ਵੇਚ ਲਿਆ ਸੀ। ਜੀ ਜੀ ਹੁਣ ਮੈਨੂੰ ਜਦੋਂ ਪਤਾ ਲੱਗਾ, ਜਦੋਂ ਅਸੀਂ ਸਟਾਰਟਿੰਗ ਵਿੱਚ ਦਿੱਲੀ ਸਿੰਘੂ ਮੋਰਚੇ ਬੀਜੀ ਹੋ ਗਏ 15-20 ਦਿਨ ਵਾਸਤੇ, ਉਦੋਂ ਉਹਨਾਂ ਨੇ ਜਿਹੜਾ ਮੋਟਾ ਸਮਾਨ ਸੀ ਉਹਦੇ ਪਿਛਲੇ ਪਾਸੇ ਗੇਟ ਸੀ ਮਨਜ਼ੂਰ ਵਾਲਾ, ਉੱਥੋਂ ਦੀ ਕੱਢ ਕੇ ਉਹ ਸਾਰਾ ਸੇਲ ਸੂਲ ਅੱਧੇ ਪੌਣੇ ਮੁੱਲ ਦੇ ਵਿੱਚ ਕਰ ਚੁੱਕੇ, ਤੇ ਹੁਣ ਉਹ ਖਾਲੀ ਹੋ ਗਿਆ ਮਾਲ, ਅੰਦਰ ਹੈ ਨਹੀਂ ਕੁਝ ਵੀ। ਹੁਣ ਇੱਥੇ ਜਿਹੜਾ ਸਾਡੇ ਕੋਲ ਮਨਸੂਰ ਵਾਲਾ ਮਾਲ ਆ, ਇਹਦਾ ਤੇ ਇਹ ਸੋਚੀ ਬੈਠੇ ਆ ਵੀ ਹੁਣ ਦੁਬਾਰਾ ਹੋ ਸਕਦਾ ਇਹ ਖੁੱਲੇ ਹੀ ਨਾ, ਬੰਦ ਹੀ ਬਿਲਕੁਲ ਪੱਕਾ। ਉਹ ਜਿਹੜੇ ਚਲਾਉਣਾ ਚਾਹੁੰਦਾ ਸੀ ਉਹੀ ਭੱਜ ਗਿਆ ਇੱਥੋਂ। ਜੀ 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 ਹਰਪਾਲ ਸਿੰਘ ਜੀ। ਹਾਂਜੀ ਹਾਂਜੀ, ਮੈਂ ਇੱਕ ਮਿੰਟ ਵਿੱਚੋਂ ਕੁਝ ਕੈਮਰਾ ਆਫ ਆ, ਸੈਟਿੰਗ ਜੀ ਖਰਾਬ ਹੋ ਗਈ ਸੀ, ਉਹ ਠੀਕ ਆ। ਹਾਂਜੀ ਠੀਕ ਹੈ, ਨਹੀਂ ਕੈਮਰਾ ਔਨ ਕਰੋ ਖਾਲੀ। ਹਾਂ ਹੋ ਗਿਆ। ਹਰਪਾਲ ਸਿੰਘ ਜੀ, ਪਿਛਲੇ ਦਿਨੀ ਪ੍ਰਧਾਨ ਮੰਤਰੀ, ਚਲੋ PM ਪ੍ਰਧਾਨ ਮੰਤਰੀ ਉਸ ਜਿਹੜੀ ਉਹ ਪਦਵੀ ਆ ਉਹਦੇ ਲਾਇਕ ਤਾਂ ਨਹੀਂ ਹੈਗਾ ਬੰਦਾ ਆ, ਪਰ ਉਹ ਚਲੋ ਪਦਵੀ ਤਾਂ ਬੜੀ ਮਹਾਨ ਆ ਨਾ PM ਦੀ, ਪਰ ਉਸ ਬੰਦੇ ਨੇ ਪਿਛਲੇ ਦਿਨੀ ਬੜੇ ਘਟੀਆ ਸ਼ਬਦ ਬੋਲੇ ਜਿਹੜੇ ਸਾਡੇ ਵੀਰ, ਸਾਡੀਆਂ ਭੈਣਾਂ, ਭਰਾ, ਬਜ਼ੁਰਗ ਅੰਦੋਲਨ ਕਰ ਰਹੇ ਆ, ਉਹਨਾਂ ਨੂੰ ਇੱਕ ਸ਼ਬਦ ਵਰਤਿਆ ਪਰਜੀਵੀ ਮਤਲਬ ਕਹਿ ਲਈਏ ਵੀ ਕੀੜੇ, ਢੇਡ, ਜਿੱਦਾਂ ਆਪਾਂ ਕਹਿ ਲਈਏ ਵੀ ਉਹ ਚੀਜ਼, ਉਹੋ ਜਿਹਾ ਕੀੜਾ ਜਿਹੜਾ ਰੋਜੀ ਰੋਟੀ ਦੀ ਖਾਤਰ ਕੁਛ ਵੀ ਕਰਨ ਨੂੰ ਤਿਆਰ ਹੋ ਜਾਵੇ, ਮਤਲਬ ਇਹੋ ਜਿਹਾ ਘਟੀਆ ਸ਼ਬਦ ਵਰਤਿਆ। ਤੁਹਾਡਾ ਉਹਦੇ ਬਾਰੇ ਕੀ ਵਿਚਾਰ ਹੈ? ਇਹਨਾਂ ਤੋਂ ਪਹਿਲਾਂ ਕਮਾੜੀ ਜੀ ਗੱਲ ਵਿੱਚ ਐਡ ਕਰਨਾ ਵੀ ਕਰਦੇ ਆ ਕਿ ਸ਼ਾਬਾਸ਼ ਮੋਦੀ ਦੇ, ਕਿ ਸਾਡੀ ਬਾਣੀ ਜਿਹੜੀ ਆ ਨਾ, ਉਹਦੇ ਸ਼ਬਦ ਹੌਲੀ ਹੌਲੀ ਸੱਚ ਹੁੰਦੇ ਜਾ ਰਹੇ ਇਸ ਬੰਦੇ ਦੀ ਵਜ੍ਹਾ ਨਾਲ। ਉਹਦੇ ਵਿੱਚ ਇੱਕ ਸ਼ਬਦ ਆਉਂਦਾ ਕਿ ਕੁੱਤਾ ਰਾਜ ਬਿਠਾਲੀਏ ਮੁੜ ਚੱਕੀ ਚੱਟੈ। ਇਹਨੇ ਉਹ ਸ਼ਬਦ ਬਿਲਕੁਲ ਸਾਡੇ ਸਾਹਮਣੇ ਸਾਬਤ ਕਰਕੇ ਰੱਖ ਦਿੱਤਾ ਵੀ ਇੱਕ ਕੁੱਤੇ ਕਿਸਮ ਦਾ ਬੰਦਾ, ਕੁੱਤੇ ਵਾਲੀ ਸੋਚ ਵਾਲਾ ਬੰਦਾ, ਉਹਨੂੰ ਤੁਸੀਂ ਅਗਰ ਗੱਦੀ ਤੇ ਬਿਠਾ ਦਿੰਦੇ ਆ ਤਾਂ ਰਾਤ ਨੂੰ ਜਾ ਕੇ ਚੱਕੀ ਜ਼ਰੂਰ ਚੱਟਦਾ। ਉਹ ਦੱਸੋ ਜੀ ਭਾਜੀ ਬਾਕੀ ਆਪਣੇ ਵਿਚਾਰ ਦਿਓ। ਫਿਰ ਚੱਕੀ ਚੱਟੇ ਸੱਪੇ ਦੁੱਧ ਪਿਆ ਲਈਏ, ਐਵੇਂ ਉਹ ਅਗਲਾ ਲਾਈਨ ਮੈਨੂੰ ਵੀ ਯਾਦ ਨਹੀਂ, ਸੱਪੇ ਦੁੱਧ ਪਿਆ ਲਈਏ ਮੁੱਖ ਵੇਖ ਸੱਟੇ ਏਦਾਂ ਕੁਛ ਆਇਆ ਹੋਇਆ। ਵੇਖ ਉਹ ਸੱਟੇ ਵੀ ਸੱਪ ਨੂੰ ਵੀ ਭਾਵੇਂ ਦੁੱਧ ਜਿੰਨਾ ਮਰਜ਼ੀ ਬੁਲਾ ਲਵੋ, ਉਹਨੇ ਯਾਰੇ ਸਿੱਟਣੀ ਆ ਮੂੰਹ ਦੇ ਵਿੱਚੋਂ। ਹਾਂਜੀ ਹਾਂਜੀ, ਜਿਹੜੇ ਮੋਦੀ ਬਾਰੇ, ਪ੍ਰਧਾਨ ਮੰਤਰੀ ਮੋਦੀ ਹੈ, ਉਹਦੇ ਬਾਰੇ ਤੁਸੀਂ ਕਿੰਨਾ ਮਾੜਾ ਕਹਿ ਲੋਗੇ, ਕਿੱਥੋਂ ਤੱਕ ਕਹਿ ਲੋਗੇ? ਸ਼ਬਦਾਂ ਦੀ ਘਾਟ ਪੈ ਜਾਣੀ ਹੈ ਤੇ ਉਸ ਪਾਸੇ ਮਤਲਬ ਸਮਾਂ ਬਰਬਾਦ ਕਰਨ ਵਾਲੀ ਗੱਲ ਹੋਗੀ।
ਪਰ ਅਸੀਂ ਇੱਕ ਸ਼ਬਦ ਚੁਣਿਆ ਸੀ ਉਹਨਾਂ ਲਈ। ਹਾਂਜੀ ਹਾਂਜੀ, ਮੈਂ ਉੱਤੇ ਆ ਰਿਹਾ। ਪਰ ਜੀ ਪਿਛਲੇ ਪ੍ਰੋਗਰਾਮ 'ਚ ਅਸੀਂ ਇੱਕ ਸ਼ਬਦ ਚੁਣਿਆ ਸੀਗਾ, ਉਹ ਤੁਹਾਨੂੰ ਕਿੱਦਾਂ ਉੱਤੇ ਮੈਂ ਗੱਲ ਕਰ ਰਿਹਾ, ਉੱਤੇ ਗੱਲ ਕਰ ਰਿਹਾ। ਮੈਂ ਕਿਹਾ ਮੋਦੀ ਤੇ ਨਾ ਗੱਲ ਕਰੀਏ, ਪਰਜੀਵੀ ਦਾ ਜਿਹੜਾ ਸ਼ਬਦ ਚੁਣਿਆ ਉਹਨੇ, ਉਹਦੀ ਮੈਂ ਗੱਲ ਕਰ ਰਿਹਾ। ਲੇਕਿਨ ਉਸ ਤੋਂ ਪਹਿਲਾਂ ਮੋਦੀ ਕਿੰਨਾ ਮਾੜਾ ਹੈ ਉਹਦੇ ਵਾਸਤੇ ਆਪਣੇ ਸ਼ਬਦ ਘੱਟ ਪੈ ਜਾਣੇ ਆ, ਬਖਾਨ ਨਹੀਂ ਕਰ ਸਕਦੇ। ਤੇ ਪਰਜੀਵੀ ਜਿਹੜਾ ਬੋਲਿਆ ਉਹਦੇ ਬਾਰੇ ਸ਼ਾਇਦ ਤੁਸੀਂ ਸਾਰਿਆਂ ਨੇ ਮੇਰੇ ਖਿਆਲ 'ਚ ਪਾਰਲੀਮੈਂਟ ਦੇ ਵਿੱਚ, ਰਾਜ ਸਭਾ ਦੇ ਵਿੱਚ, ਉੱਥੇ ਭਾਰਤ ਦੀ ਇਹਦੇ ਉੱਤੇ ਮੇਰੇ ਖਿਆਲ 'ਚ 10-15 ਕੇ ਲੀਡਰ ਇਹੋ ਜਿਹੇ ਉੱਥੇ ਸੀਗੇ, ਬਲਕਿ ਹਰੇਕ ਪਾਰਟੀ ਤੋਂ ਹੀ, ਕਾਂਗਰਸ ਤੋਂ ਵੀ ਤੇ ਆਪਣੇ ਕਮਿਊਨਿਸਟਾਂ ਤੋਂ ਵੀ ਤੇ ਹੋਰ ਕੋਈ ਜਿਹੜੀਆਂ ਕਿਸਾਨਾਂ ਦੀ ਸਮਾਜਵਾਦੀ ਪਾਰਟੀ ਜਾਂ ਹੋਰ ਪਾਰਟੀਆਂ, ਮੈਨੂੰ ਸਾਰਿਆਂ ਦਾ ਨਾਮ ਨਹੀਂ ਪਤਾ। ਉਹਨਾਂ ਸਾਰਿਆਂ ਨੇ ਪਰਜੀਵੀ ਦਾ ਸ਼ਬਦ ਜਿਹੜਾ ਉਹਨੇ ਵਰਤਿਆ ਸੀ ਉਹਦੇ ਉੱਤੇ ਇੰਨੀਆਂ ਕੁ ਲਾਹਨਤਾਂ ਪਾਈਆਂ, ਇੰਨੀਆਂ ਕੁ ਲਾਹਨਤਾਂ ਪਾਈਆਂ ਕਿ ਜਿਹੜੀਆਂ ਆਪਾਂ ਉਹਨਾਂ ਦਾ ਜ਼ਿਕਰ ਕਰਨ ਲੱਗ ਪਈਏ ਤਾਂ ਆਪਣੇ ਕੋਲ ਸਮੇਂ ਦੀ ਘਾਟ ਹੋ ਜਾਏਗੀ। ਮੈਂ ਉਹਦੇ ਬਾਰੇ ਇਹ ਕਹਿਣਾ ਚਾਹਾਂਗਾ ਕਿ ਪਰਜੀਵੀ ਜਿਹੜੀ ਉਹ ਕਿਸਾਨਾਂ ਨੂੰ ਪਰਜੀਵੀ ਕਹਿ ਰਿਹਾ ਹੈ, ਉਸ ਨੂੰ ਪਹਿਲਾਂ ਆਪਣੇ ਮੂੰਹ ਦੇ ਉੱਤੇ, ਆਪਣੇ ਮੂੰਹ ਤੇ ਚਪੇੜਾਂ ਮਾਰਨੀਆਂ ਚਾਹੀਦੀਆਂ ਕਿ ਬੀਜੇਪੀ ਤੋਂ ਵੱਡਾ ਪਰਜੀਵੀ ਹੋਰ ਕਿਹੜਾ ਹੋ ਸਕਦਾ। ਉਹ ਇੱਕ ਪਰਜੀਵੀ ਤਾਂ ਕੋਈ ਇੱਕ ਜਿਹੜਾ ਹਰੇਕ ਪਰਜੀਵੀ ਦੀ ਇਹ ਖਾਸੀਅਤ ਹੈ ਕਿ ਉਹਨੇ ਇੱਕ ਜਿਹੜਾ ਪਰਜੀਵੀ ਆ, ਇੱਕ ਪਰਜੀਵੀ ਹੁੰਦਾ ਜਿਹੜਾ ਇੱਕ ਦਰਖਤ ਦੇ ਉੱਤੇ ਹੁੰਦਾ ਪਰਜੀਵੀ, ਉਹ ਪੱਤੇ ਹੁੰਦੇ ਆ। ਇੱਕ ਦਰਖਤ ਵੀ ਹੈ ਜਿਹੜਾ ਉਹ ਜੰਤੂਆਂ ਨੂੰ, ਕੀੜੇ ਮਕੌੜਿਆਂ ਨੂੰ ਖਾ ਜਾਂਦਾ। ਦੂਜੇ ਪਾਸੇ ਦੂਜੇ ਪਰਜੀਵੀ ਜਿਹੜੇ ਜੰਤੂ ਹੈ ਉਹ ਕਿਸੇ ਦੇ ਆਪਣੀਆਂ ਚਿਚੜਾਂ ਹੋਈਆਂ ਜਾਂ ਕੋਈ ਹੋਇਆ, ਉਹ ਦੂਜਿਆਂ ਤੇ ਚੜ ਕੇ ਖੂਨ ਚੂਸਦੀਆਂ। ਸੋ ਹਰੇਕ ਪਰਜੀਵੀ ਦੀ ਇੰਨੀ ਕਿਤੇ ਮਰਿਆਦਾ ਹੁੰਦੀ ਆ, ਉਹਦਾ ਕੋਈ ਇੱਕ ਸਥਾਨ ਹੁੰਦਾ, ਕੋਈ ਇੱਕ ਉਹਦਾ ਰਿਸੋਰਸ ਹੁੰਦਾ ਵੀ ਉੱਥੇ ਜਾ ਕੇ ਉਹਨੇ ਖੂਨ ਚੂਸਣਾ ਜਾਂ ਉਹਨੇ ਖਾਣਾ। ਇਹਦਾ ਤਾਂ ਕੋਈ ਦੀਨ-ਇਮਾਨ ਹੀ ਹੈ ਨਹੀਂ। ਇਹ ਤਾਂ ਪਰਜੀਵੀ ਭਾਰਤੀ ਜਨਤਾ ਪਾਰਟੀ ਜਾਂ ਮੋਦੀ ਤੇ ਇੱਕ ਇਹੋ ਜਿਹਾ ਪਰਜੀਵੀ ਹੈ ਜਿਹਨੇ ਕੋਈ ਜਗ੍ਹਾ ਨਹੀਂ ਛੱਡੀ। ਉਹਨੇ ਤਾਂ ਜਿਹੜਾ ਖੂਨ ਚੂਸਣਾ ਕਿ ਚਲੋ ਇਹਦਾ ਚੂਸ ਲਿਆ, ਉਹਦਾ ਚੂਸ ਲਿਆ, ਉਹਨੇ ਤਾਂ ਮਤਲਬ ਨਾ ਤਾਂ ਖੂਨ ਚੂਸਣ ਦੀ ਉਹਦੇ ਵਿੱਚ, ਹਾਂ ਇਹ ਜ਼ਰੂਰ ਕਹਿ ਸਕਦੇ ਹਾਂ ਉਹ 'ਚ ਭੇਦਭਾਵ ਨਹੀਂ ਕੀਤਾ ਉਹਨੇ ਕੋਈ ਭੇਦਭਾਵ ਨਹੀਂ ਕੀਤਾ ਖੂਨ ਚੂਸਣ 'ਚ ਵੀ ਇਹਦਾ ਚੂਸਣਾ, ਇਹਦਾ ਨਹੀਂ ਚੂਸਣਾ। ਦੂਸਰੇ ਪਾਸੇ ਔਰ ਸਿਰਫ ਉਸਨੇ ਇਨਸਾਨਾਂ ਦਾ ਖੂਨ ਨਹੀਂ ਚੂਸਿਆ, ਉਹਨੇ ਤਾਂ ਪੂਰੇ ਭਾਰਤ ਦੇ ਜਿਹੜਾ ਜੋ ਉਹਦੀ ਇਕਨੋਮੀ ਹੈ, ਭਾਰਤ ਦੀ ਇਕਨੋਮੀ ਹੈ, ਭਾਰਤ ਦੇ ਬੈਂਕ ਹੈ, ਭਾਰਤ ਦੀਆਂ ਜੋ ਵੀ ਕਾਰਪੋਰੇਸ਼ਨ ਨੇ, ਭਾਰਤ ਦੇ ਫਾਰਮਰ ਹੈ, ਕਰਮਚਾਰੀ ਹੈ, ਉਹਦਾ ਸਭ ਦਾ ਹੀ ਖੂਨ ਚੂਸ ਰਿਹਾ। ਉਹ ਤਾਂ ਆਪਣੇ ਜੋ ਵੀ ਸਰਕਾਰ ਦੀ ਕਰੋ, 에ਅਰਲਾਈਨ ਹੋ ਗਈ, ਰੇਲਵੇ ਹੋ ਗਈ, ਸੰਚਾਰ ਵਿਭਾਗ ਹੋ ਗਿਆ, ਜੋ ਵੀ ਤੁਸੀਂ ਨਾਮ ਲੈ ਸਕਦੇ, ਸਾਰਿਆਂ ਨੂੰ ਵੇਚਣ ਤੇ ਲਾਇਆ। ਉਹ ਜਿਹੜਾ ਵੇਚਣ ਤੇ ਲਾਇਆ ਉਹ ਇੱਕ ਤਰ੍ਹਾਂ ਪਰਜੀਵੀ ਦਾ ਕੰਮ ਕਰ ਰਿਹਾ। ਉਹਦੇ ਨਾਲ ਪਰਜੀਵੀ 2-4 ਹੋਰ ਪਰਜੀਵੀ ਇਕੱਠੇ ਕਰਕੇ ਇੱਕ ਪਰਜੀਵੀ ਤਾਂ ਇੱਕ ਦਰਖਤ ਨੂੰ ਚੂਸੇਗਾ ਜਾਂ ਇੱਕ ਮੱਝ ਨੂੰ ਜਾਂ ਇੱਕ ਭੇਡ ਨੂੰ ਚੂਸੇਗਾ। ਇਹ ਤਾਂ ਪੂਰੀ ਦੁਨੀਆ ਨੂੰ 130 ਕਰੋੜ ਬੰਦਿਆਂ ਨੂੰ ਚੂਸ ਰਹੇ ਨੇ। ਸੋ ਇਹਦੇ ਬਾਰੇ ਮੈਂ ਇੰਨਾ ਹੀ ਕਹਾਂਗਾ ਕਿ ਇਸ ਤੋਂ ਮਾੜਾ ਉਦਾਹਰਨ, ਉਹ ਕਹਿੰਦੇ ਨਾ ਵੀ ਭਾਜੀ ਨੇ ਵੀ ਕਿਹਾ ਸੀਗਾ ਕਿ ਪ੍ਰਮਾਤਮਾ ਬੰਦੇ ਨੂੰ ਨਹੀਂ ਮਾਰਦਾ, ਪ੍ਰਮਾਤਮਾ ਬੰਦੇ ਦੀ ਮੱਤ ਮਾਰ ਦਿੰਦਾ ਔਰ ਉਹ ਮੱਤ ਮਾਰੀ ਤੇ ਫਿਰ ਇਹੋ ਜਿਹੇ ਫੈਸਲੇ ਲੈਂਦਾ ਹੈ ਕਿ ਉਹ ਜਿਹੜਾ ਮਹਾਕਾਲ ਹੁੰਦਾ ਹੈ ਉਹ ਕਹਿੰਦਾ ਵੀ ਠੀਕ ਹੈ ਹੁਣ ਤੂੰ ਲਈ ਜਾਂਦਾ ਤੇ ਤੇਰੇ ਜਿਸ ਵਕਤ ਮੈਂ ਜਦੋਂ ਤੂੰ ਆਪਣੇ ਅੱਤ ਤੇ ਪਹੁੰਚਿਆ ਉਦੋਂ ਫਿਰ ਮਹਾਕਾਲ ਨੇ ਆ ਹੀ ਜਾਣਾ। ਉਹ ਜਨਤਾ ਦੇ ਰੂਪ ਚ ਆਵੇ, ਕਿਸਾਨਾਂ ਦੇ ਰੂਪ ਚ ਆਵੇ, ਅੰਦੋਲਨਾਂ ਦੇ ਰੂਪ ਚ ਆਵੇ ਜਾਂ ਕੋਈ ਕੁਦਰਤੀ ਪ੍ਰਕੋਪੀ ਦੇ ਰੂਪ ਵਿੱਚ ਆਵੇ। ਇਹ ਗੱਲ ਤੁਹਾਡੀ ਸਹੀ ਆ ਵੀ ਪਿਛਲੀ ਵਾਰੀ ਦਰਅਸਲ ਅਸੀਂ ਇਹਦੇ ਗੱਲਾਂ ਕਰਦੇ ਕਿਹਾ ਵੀ ਜੇ ਉਹ ਅੰਦੋਲਨਕਾਰੀਆਂ ਨੂੰ ਪਰਜੀਵੀ ਕਹਿੰਦਾ ਕਿਸਾਨਾਂ ਮਜ਼ਦੂਰਾਂ ਨੂੰ ਤੇ ਉਹਨੂੰ ਕਹੋ ਇਹ ਗਿੱਦੜ ਦਾ ਗੂੰ ਆ। ਗਿੱਦੜ ਦਾ ਗੂੰ ਅਸਮਾਨ ਦੇ ਵਿੱਚ ਚੜਿਆ ਆ ਵੀ ਉਹ ਬਦਬੂ ਪੈਦਾ ਕਰ ਰਿਹਾ ਸਾਰੇ ਵਾਤਾਵਰਨ ਦੇ ਵਿੱਚ, ਤਾਂ ਠੀਕ ਨਹੀਂ। ਤੇ ਭਾਜੀ ਹੁਣੀ ਕਹਿੰਦੇ ਵੀ ਗੱਲ ਇਹ ਸਹੀ ਗੱਲ ਆ ਵੀ ਗਿੱਦੜ ਦਾ ਗੂੰ ਹੀ ਕਹਿਣਾ ਚਾਹੀਦਾ। ਪਰ ਅੱਜ ਮੈਨੂੰ ਇਹ ਲੱਗਾ ਤੁਸੀਂ ਇੱਕ ਗੱਲ ਹੋਰ ਕੀਤੀ ਆ ਬਈ ਜਿਹੜੇ ਪਰਜੀਵੀ ਹੁੰਦੇ ਆ ਜਿੱਦਾਂ ਚਿੱਚੜ ਹੋਏ ਜਾਂ ਹੋਰ ਜੂਆਂ ਵਗੈਰਾ ਹੋਈਆਂ ਜਾਂ ਹੋਰ ਵੀ ਚਲੋ ਉਹਨਾਂ ਦੇ ਵੀ ਅਸੂਲ ਹੁੰਦੇ ਆ, ਉਹ ਵੀ ਉਹਨਾਂ ਨੂੰ ਵੀ ਉਹ ਇਹ ਹੁੰਦਾ ਵੀ ਅਸੀਂ ਇਹਦਾ ਖੂਨ ਚੂਸਣਾ ਇੱਕ ਚੀਜ਼ ਦਾ। ਏਦਾਂ ਨਾ ਇਹ ਅਸੂਲ ਹਰ ਇੱਕ ਜਾਨਵਰ ਦੇ ਹੈਗੇ ਆ। ਜਿੱਦਾਂ ਸ਼ੇਰ ਦਾ ਵੀ ਆ, ਉਹਨੂੰ ਵੀ ਪਤਾ ਮੈਂ ਕਿਹੜਾ ਮੀਟ ਖਾਣਾ, ਕਿਹੜੇ ਜਾਨਵਰ ਦਾ ਮੈਂ ਸ਼ਿਕਾਰ ਕਰਨਾ ਆ, ਰਾਈਟ। ਕੁਛ ਕੁ ਜਾਨਵਰ ਇਹੋ ਜਿਹਾ ਆਇਆ ਵੀ ਜਿਹੜਾ ਵੀ ਮੋਹਰੇ ਆ ਗਿਆ ਉਹਨੂੰ ਬਸ ਵਡਾਂਗਾ ਹੀ ਕਰੀ ਜਾਓ ਉਹਦਾ। ਜਿੱਦਾਂ ਇੱਕ ਲੱਗੜ ਬੱਗਾ ਹੁੰਦਾ ਜੰਗਲ ਚ ਦੇਖਣ, ਲੱਗੜ ਬੱਗੇ ਨੀ ਹੈਗੇ, ਹੀਨੋ ਜਿਹੜੇ ਹੁੰਦੇ ਆ, ਉਹ ਏਡਾ ਖਤਰਨਾਕ ਆ। ਢਿੱਡ ਬੜਸਾਰਾ ਉਹਦਾ, ਮੂੰਹ ਤਿੱਖਾ ਜਿਹਾ ਆ ਤੇ ਪੂਛ ਡੁੰਡੀ ਜਿਹੀ ਆ। ਉਹ ਰੱਜਦਾ ਵੀ ਹੈ ਨਹੀਂ, ਦੇਖਣ ਨੂੰ ਛੋਟਾ ਜਿਹਾ ਵੀ ਲੱਗਦਾ ਪਰ ਢਿੱਡੇ ਢਿੱਡ ਆ। ਉਹ ਜਿਹੜਾ ਵੀ ਜਾਨਵਰ ਮੋਹਰੇ ਆਈ ਜਾਂਦਾ ਬਸ ਉਹਨੂੰ ਪਾੜਦਾ ਹੀ ਜਾਂਦਾ, ਖਾਈ ਜਾਂਦਾ। ਇਹ ਮੇਰੇ ਖਿਆਲ ਨਾਲ ਇਹਨੂੰ ਜੇ ਕੰਪੇਅਰ ਉਹਨਾਂ ਕਰੀਏ ਕੀ ਖਿਆਲ ਆ?
ਦੇਖਣ ਨੂੰ ਵੀ ਲਿਬੜਿਆ ਤਿਬੜਿਆ ਲੱਗਦਾ ਉਹ। ਤੁਹਾਡੀ ਜਿਹੜੀ ਤੁਲਨਾ ਹੈ, ਤੁਲਨਾ ਕਾਫੀ ਹੱਦ ਤੱਕ ਸਹੀ बैठती है कि भी ਇਹ ਇੱਕ ਐਸਾ ਮੋਦੀ, ਇੱਕ ਐਸਾ ਪਰਜੀਵੀ ਹੈ, ਜਾਂ ਮੈਂ ਕੱਲੇ ਮੋਦੀ ਨੂੰ ਨਹੀਂ ਕਹੂੰਗਾ, ਕਿਉਂਕਿ ਇਹ ਕੱਲਾ ਮੋਦੀ ਦਾ ਇੰਨਾ ਦਿਮਾਗ ਨਹੀਂ ਹੋ ਸਕਦਾ ਕਿ ਜਿਹੜਾ ਚਾਹ ਵੇਚਣ ਵਾਲਾ ਹੁੰਦਾ ਨਾ, ਉਹ ਦਿਮਾਗ ਉਹਨਾਂ ਦਾ ਥੋੜਾ ਇਦਾਂ ਇੰਨਾ ਕੀ ਹੁੰਦਾ ਹੈ, ਉਹਦੇ ਪਿੱਛੇ ਬਹੁਤ ਵੱਡਾ ਜਿਹੜਾ ਹੱਥ ਹੈ RSS ਦਾ ਜਾਂ ਜੋ ਵੀ ਉਹਨਾਂ ਦਾ, ਇਹ ਸਾਰਾ ਦਿਮਾਗ ਕੰਮ ਕਰ ਰਿਹਾ। ਪਰ ਹਾਂ, ਮੋਦੀ ਦੀ ਤੁਲਨਾ ਜਿਹੜੀ ਤੁਸੀਂ ਕੀਤੀ ਹੈ ਲੱਕੜ ਬੱਗੇ ਨਾਲ, ਇਹ ਕਾਫੀ ਹੱਦ ਤੱਕ ਸਹੀ ਤੁਲਨਾ ਹੈ। ਪਰ ਮੈਂ ਇੱਕ ਹੋਰ ਇਹ ਵੀ ਜੋੜਾਂਗਾ ਕਿ ਲੱਕੜ ਬੱਗਾ ਵੀ ਚਲੋ ਆਪਦੀ ਜ਼ਰੂਰਤ ਨੂੰ, ਉਹਦੀ ਜ਼ਰੂਰਤ ਹੈ, ਉਹਦੀ ਭੁੱਖ ਹੈ, ਤਾਂ ਕਰਕੇ ਕਰਦਾ ਹੈ। ਜਿਹੜੇ ਜਿੰਨੇ ਵੀ ਜਾਨਵਰ ਹੈ, ਅਗਰ ਸ਼ੇਰ ਸ਼ਿਕਾਰ ਕਰਦਾ ਹੈ, ਪਰਮਾਤਮਾ ਨੇ ਸ਼ੇਰ ਨੂੰ ਬਣਾਇਆ ਇਸ ਤਰ੍ਹਾਂ ਦਾ ਹੈਗਾ ਕਿ ਉਹ ਮਾंस ਨਾਲ ਹੀ ਜਿੰਦਾ ਰਹਿ ਸਕਦਾ ਹੈ, ਉਹ ਘਾਹ ਖਾ ਕੇ ਜਿੰਦਾ ਨਹੀਂ ਰਹਿ ਸਕਦਾ। ਇੱਕ ਗਾਂ ਹੈ ਜਿਹੜੀ ਉਹ ਘਾਹ ਖਾ ਕੇ ਜਿੰਦਾ ਰਹਿ ਸਕਦੀ ਹੈ, ਉਹ ਮਾंस ਖਾ ਕੇ ਨਹੀਂ ਜਿੰਦਾ ਰਹਿ ਸਕਦੀ। ਇਸ ਤੋਂ ਹਿਸਾਬ ਨਾਲ ਉਹਨੇ ਬੰਦੇ ਦੇ ਦੰਦ, ਜਿਹੜੇ ਸ਼ੇਰ ਦੇ ਦੰਦ ਹੈ, ਉਹਦੇ ਪਾੜਨ ਵਾਲੇ ਦੰਦ ਹੋਰ ਹੈ, ਖਾਣ ਵਾਲੇ ਦੰਦ ਹੋਰ ਹੈ, ਤੇ ਪ੍ਰਮਾਤਮਾ ਨੇ ਉਸ ਨੂੰ ਮਾंस ਖਾਣ ਵਾਸਤੇ ਬਣਾਇਆ ਤੇ ਉਸ ਤਰ੍ਹਾਂ ਦੇ ਦੰਦ ਦਿੱਤੇ ਆ। ਇਨਸਾਨ ਨੂੰ ਦੰਦ ਇਸ ਤਰ੍ਹਾਂ ਦੇ ਦਿੱਤੇ ਆ ਕਿ ਉਹ ਮਾंस ਖਾਣ ਵਾਸਤੇ ਨਹੀਂ ਹੈ। ਇਸੇ ਤਰ੍ਹਾਂ ਦੂਜੇ ਪਸ਼ੂ ਹੈ, ਮੱਝਾਂ ਗਾਈਆਂ, ਇਹ ਵੀ ਮਾंस ਖਾਣ ਵਾਸਤੇ ਨਹੀਂ ਹੈ। ਸੋ ਮੈਂ ਉੱਥੇ ਗੱਲ ਤੇ ਵਾਪਸ ਆਵਾਂ ਕਿ ਲੱਕੜ ਬੱਗਾ ਵੀ ਇੰਨਾ ਕਿਤੇ ਜ਼ਰੂਰ ਹੈ, ਆਪਣੀ ਮਜਬੂਰੀ ਨਾਲ, ਆਪਦੀ ਭੁੱਖ ਨਾਲ, ਆਪਣੀ ਜ਼ਰੂਰਤ ਨਾਲ ਪਾਲਦਾ ਹੈ। ਔਰ ਇਹ ਜਿਹੜਾ ਲੱਕੜ ਬੱਗਾ ਇਹੋ ਜਿਹਾ ਹੈ, ਇਹ ਜ਼ਰੂਰਤ ਨਾਲ ਨਹੀਂ, ਇਹ ਆਪਣੀ ਹਉਮੈ ਦੇ ਨਾਲ, ਝੂਠੀ ਹਉਮੈ ਦੇ ਨਾਲ, ਜਿਹੜੀ ਕੱਲ ਨੂੰ ਨਹੀਂ ਰਹਿਣੀ ਇਹਦੇ ਨਾਲ। ਜਿੰਨੇ ਵੀ ਹੰਕਾਰੀ ਹੋਏ ਹੈ, ਉਹ ਜਦੋਂ ਹੰਕਾਰ ਹੁੰਦੇ ਆ, ਉਹ ਕਹਿੰਦੇ ਅਸੀਂ ਰੱਬ ਆ, ਲੇਕਿਨ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਸੇ ਰੱਬ ਨੇ ਤੁਹਾਡਾ ਆ ਕੇ ਹੰਕਾਰ ਤੋੜਨਾ ਹੈ। ਦੇਰ ਹੋਵੇ ਸਵੇਰ ਹੋਵੇ, ਤੁਹਾਡਾ ਹੰਕਾਰ ਟੁੱਟਣਾ ਹੈ। ਕਹਿੰਦੇ ਨਾ, ਉਹਦੇ ਪ੍ਰਮਾਤਮਾ ਦੇ ਘਰ ਦੇਰ ਹੈ, ਅੰਧੇਰ ਨਹੀਂ ਹੈ। ਇਹ ਗੱਲ ਬਿਲਕੁਲ ਤੁਹਾਡੇ, ਮੈਨੂੰ ਗੱਲ ਯਾਦ ਆ ਗਈ ਇੱਥੇ ਕੈਡ ਕਰਦੇ, ਤੁਸੀਂ ਗੱਲ ਕੀਤੀ ਵੀ ਦੋ ਜਾਨਵਰ ਆ, ਸ਼ੇਰ ਆ ਜਾਂ ਗਾਂ ਆ, ਉਹਨੇ ਘਾਹ ਖਾਣਾ ਆ, ਜਾਂ ਜਿਹੜਾ ਮਾਸਾਹਾਰੀ ਉਹਨੇ ਮਾंस ਖਾਣਾ ਆ। ਉਹ ਇੱਥੇ ਗੱਲ ਕਿ ਮੈਨੂੰ ਯਾਦ ਆ ਗਈ ਆ ਵੀ ਜੇ ਗਾਂ ਜਿਹੜਾ ਸ਼ਾਕਾਹਾਰੀ ਜਾਨਵਰ ਆ ਆਪਣੇ ਖਾਲਸਾ ਜੀ, ਉਹਦੇ ਵੀ ਦੋ ਚੈਂਬਰ ਕੁਦਰਤ ਨੇ ਬਣਾਏ ਹੋਆ, ਰਾਈਟ, ਢਿੱਡ ਦੇ ਵਿੱਚ, ਪੇਟ ਦੇ ਵਿੱਚ ਦੋ ਚੈਂਬਰ ਆ। ਉਹ ਪਹਿਲਾਂ ਨਿਕਲਦੇ ਰਹਿੰਦੇ ਆ, ਪੱਠਾ ਖਾਂਦੇ ਰਹਿੰਦੇ, ਰਾਤ ਨੂੰ ਬੈਠੇ ਜਗਾਲੀ ਕਰਦੇ ਆ, ਦੋ ਚੈਂਬਰ। ਚਲੋ ਸ਼ੇਰ ਜਾਨਵਰ ਜਿਹੜੇ ਆ ਉਹ ਚੀਜ਼ ਚਿੱਥ ਕੇ ਖਾਂਦੇ ਆ, ਉਹਨਾਂ ਦੇ ਦੋ ਚੈਂਬਰ ਨਹੀਂ ਅੰਦਰੋਂ ਆਲਰੇਡੀ ਡਾਈਜੈਸਟ ਹੁੰਦਾ। ਸਵਾਲ ਇਹ ਪੈਦਾ ਹੁੰਦਾ ਵੀ ਇਸ ਲੱਕੜ ਬੱਗੇ ਦੇ ਅੰਦਰ ਕਿੰਨੇ ਚੈਂਬਰ ਹੋਣਗੇ? ਚੈਂਬਰ ਤੇ ਨਹੀਂ ਚੈਂਬਰ ਗੱਲ ਯਾਦ ਆ ਗਈ, ਚੈਂਬਰ ਇਹਦੇ ਕੋਲ ਵੀ ਦੋ ਹੀ ਆ, ਇੱਕ ਅੰਬਾਣੀ ਤੇ ਇੱਕ ਅਡਾਣੀ, ਇੱਕ ਅੰਬਾਣੀ ਤੇ ਇੱਕ ਅਡਾਣੀ, ਦੋ ਚੈਂਬਰ ਇਹਦੇ ਵੀ ਹੈਗੇ। ਨਹੀਂ ਮੈਂ ਭਜਨ ਸਿੰਘ ਜੀ, ਕਿੰਨੇ ਚੈਂਬਰ ਹੋਣਗੇ ਇਹਦੇ ਢਿੱਡ ਚ? ਮੇਰਾ ਖਿਆਲ ਢਿੱਡ ਸਾਰਾ ਵੱਡਾ ਚੈਂਬਰ ਹੀ ਹੋਣਾ, ਵੀ ਜੋ ਕੁਛ ਆਉਂਦਾ ਤੁਰਿਆ ਆਉਣ ਦਿਓ। ਲੱਗਦਾ ਤਾਂ ਇਹੀ ਲੱਗਦਾ ਵੀ ਰੇਲਵੇ ਵੀ ਖਾ ਲਈ, ਕਿਲਾ ਵੀ ਖਾ ਲਿਆ, ਸਕੂਲ ਵੀ ਖਾ ਲਿਆ, ਕੋਈ ਦੇਸ਼ ਦਾ ਕੋਈ ਡਿਪਾਰਟਮੈਂਟ ਹੈਗਾ ਆ ਵੀ, ਜਾਂ ਹਵਾਈ ਜਹਾਜ਼ ਵੀ ਖਾ ਲਿਆ, ਉਹ ਸਾਰਾ ਕੁਛ ਮਤਲਬ ਹਰ ਚੀਜ਼ ਨੂੰ ਨਿਕਲਦਾ ਜਾ ਰਿਹਾ। ਇਸ ਬੰਦੇ ਦੀ ਵਜ੍ਹਾ ਦੇ ਨਾਲ ਇੱਕ ਜਿਹੜੀ ਸਾਡੇ ਮੁਲਕ ਦੀ ਪੋਜੀਸ਼ਨ ਆ ਰਹੀ ਆ ਪਿਛਲੇ 2-3 ਦਿਨ ਤੋਂ, ਉਹ ਮੈਂ ਤੁਹਾਨੂੰ ਚਾਨਣਾ ਪਾ ਦਿਆਂ ਕਿ ਜਿਹੜਾ ਆਮ ਇਨਸਾਨ ਦੇ ਰੋਟੀ ਪਾਣੀ ਖਾਣ ਦੇ, ਰਹਿਣ ਦੇ ਜਿਹੜੇ ਰਸੂਖ ਹੁੰਦੇ ਆ, ਉਹਨਾਂ ਦੇ ਵਿੱਚ ਪਾਕਿਸਤਾਨ 67ਵੇਂ ਨੰਬਰ ਤੇ ਆ, ਔਰ ਅਸੀਂ 140ਵੇਂ ਨੰਬਰ ਤੇ ਚੱਲ ਗਏ ਆ। ਬੱਲੇ 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 ਬੱਲੇ, ਬਾਪ ਬੜੀ ਤਰੱਕੀ ਕੀਤੀ। ਇਹ ਜਾਨੀ ਔਨ ਰਿਕਾਰਡ ਹੈ ਕਿ ਪਾਕਿਸਤਾਨ ਵਿੱਚ ਲੋਕਾਂ ਨੂੰ ਸਾਡੇ ਨਾਲੋਂ ਜ਼ਿਆਦੀਆਂ ਅੱਛੀਆਂ ਸਹੂਲਤਾਂ ਪ੍ਰਾਪਤ ਹੋ ਰਹੀਆਂ ਗਵਰਨਮੈਂਟ ਤੋਂ। ਉਹ 67ਵੇਂ ਨੰਬਰ ਤੇ ਆ ਗਿਆ। ਅਸੀਂ ਇੰਨਾ ਕੁ ਗਿਰ ਗਿਆ, ਇਹਦਾ ਨੀਤੀਆਂ ਜਿਹੜੀਆਂ ਇੰਨੀਆਂ ਫੇਲ ਨੀਤੀਆਂ ਵਾਲਾ ਬੰਦਾ ਸਾਬਤ ਹੋ ਗਿਆ ਕਿ ਅਸੀਂ ਦੱਸਦੇ ਆ ਵੀ 31ਵੇਂ ਨੰਬਰ ਤੇ ਹੁੰਦਾ ਸੀ, ਉੱਥੋਂ ਉੱਠ ਕੇ 140ਵੇਂ ਨੰਬਰ ਤੇ ਚੱਲ ਗਏ। ਇੰਦਰਜੀਤ ਸਿੰਘ ਜੀ, ਮੈਨੂੰ ਇੱਕ ਗੱਲ ਹੋਰ ਯਾਦ ਆਈ, ਜਿਹੜੀ ਆਪਾਂ ਗੱਲ ਕਰਦੇ ਸੀ ਰਾਜਨੀਤੀ ਦੀ, ਰਣਨੀਤੀ ਦੀ, ਚਾਣਕਿਆ ਨੀਤੀ ਦੀ, ਤੇ ਜਿਹੜੀਆਂ ਸਰਕਾਰਾਂ ਹੁੰਦੀਆਂ ਨਾ, ਮੈਂ ਜਿਹੜੀ ਗੱਲ ਕਰ ਰਹੀ ਸੀ, ਉਹਨਾਂ ਦੇ ਤਿੰਨ, ਉਹ ਜਦੋਂ ਕੋਈ ਅੰਦੋਲਨ ਉਹਨਾਂ ਨੇ ਫੇਲ ਕਰਨਾ ਹੁੰਦਾ ਹੈ ਤੇ ਤਿੰਨ ਚੀਜ਼ਾਂ ਕਰਦੀਆਂ। ਡਿਵਾਈਡ ਐਂਡ ਰੂਲ ਜਿਹੜਾ ਹੈਗਾ ਬਹੁਤ ਪੁਰਾਣਾ ਅੰਗਰੇਜ਼ਾਂ ਦਾ ਜ਼ਮਾਨੇ ਦਾ ਹੈ, ਤੇ ਉਸ ਤੋਂ ਮਤਲਬ ਉਸ ਅੰਦੋਲਨ ਨੂੰ ਪ੍ਰੋਲੋਂਗ ਕਰ ਦਿਓ, ਤੇ ਤੀਜਾ ਹੈਗਾ ਉਹਨੂੰ ਡਿਵਾਈਡ ਕਰ ਦਿਓ, ਨਿਸ਼ਾਨੇ ਤੋਂ ਭਟਕਾ ਦਿਓ। ਉਹਦੇ ਵਿੱਚ ਮੈਂ ਇੱਕ ਵਾਰੀ ਫੇਰ ਦੁਬਾਰਾ ਇਹ ਗੱਲ ਦੇ ਉੱਤੇ ਜ਼ੋਰ ਦੇਣੀ ਚਾਹੂੰਗਾ ਤੁਹਾਡੇ ਮਾਧਿਅਮ ਦੇ ਜ਼ਰੀਏ, ਜਿਹੜੇ ਵੀ ਸੁਣ ਰਹੇ ਨੇ, ਕਿ ਮੈਂ ਇੱਕ ਐਗਜ਼ਾਮਪਲ ਦਿੰਨਾ ਜਿਹੜਾ ਮੈਂ ਕਈ ਜਗ੍ਹਾ ਤੇ ਦੇ ਚੁੱਕਿਆ, ਕਿ ਜਦੋਂ 1978 ਦੇ ਵਿੱਚ, ਉਸ ਵਕਤ ਸਿੱਖ ਹਿੰਦੂ ਦੀ ਕੋਈ ਪ੍ਰੋਬਲਮ ਨਹੀਂ ਸੀ,
ਉਹਦੇ ਵਿੱਚ ਕੋਈ ਹੋਰ ਹਿੰਦੂ ਮੁਸਲਮਾਨ ਸਿੱਖ ਹਿੰਦੂ ਕੋਈ ਪ੍ਰੋਬਲਮ ਨਹੀਂ ਸੀ। ਆਪਾਂ ਨੂੰ ਆਜ਼ਾਦ ਹੋਏ ਅਜੇ 30 ਸਾਲ ਹੋਏ ਸੀ ਅਮੂਮਨ, ਅਜੇ ਲੋਕੀ ਆਪਣੇ ਪੈਰਾਂ ਤੇ ਖੜੇ ਹੋ ਰਹੇ ਸੀ। ਉਦੋਂ ਪ੍ਰੋਬਲਮ ਆਈ ਸੀਗੀ ਹਮ ਦੋ ਹਮਾਰੇ ਦੋ, ਆਬਾਦੀ ਵੱਧ ਰਹੀ ਹੈ, ਗਰੀਬੀ ਵੱਧ ਰਹੀ ਹੈ, ਮਤਲਬ ਇਸ ਚੀਜ਼ ਦੇ ਪ੍ਰੋਬਲਮਾਂ ਸੀਗੀਆਂ। ਲੇਕਿਨ ਜਿਹੜੀਆਂ ਸਰਕਾਰਾਂ, ਫਿਰ ਉਹਨਾਂ ਨੇ ਇਹ ਸਰਕਾਰ ਨੇ ਸ਼ੁਰੂ ਕੀਤਾ, ਉਹਨਾਂ ਨੇ ਹਿੰਦੂ ਮੁਸਲਮਾਨ ਚ ਵੱਖ ਪਾਇਆ, ਭੇਦਭਾਵ ਉਹਨਾਂ ਨੂੰ ਵੰਡਿਆ, ਹਿੰਦੂ ਸਿੱਖਾਂ ਨੂੰ ਵੰਡਿਆ। 1984 ਦਾ ਜੋ ਵੀ ਹੋਇਆ, ਜੋ ਕਾਰਾ ਹੋਇਆ, ਮੈਂ ਉਹਦਾ ਐਗਜ਼ਾਮਪਲ ਦਿੰਦਾ ਹੁੰਦਾ ਕਿ ਸਾਡਾ ਜਿਹੜਾ 1978 ਦੇ ਵਿੱਚ ਅਨੰਦਪੁਰ ਸਾਹਿਬ ਦਾ ਜਿਹੜਾ ਮਤਾ ਸੀ, ਨਿਰੰਕਾਰੀਆਂ ਤੋਂ ਜਿਹੜੀ ਗੱਲ ਸ਼ੁਰੂ ਹੋਈ ਸੀ, ਅਸੀਂ 2-4 ਗੱਲਾਂ ਮੰਗੀਆਂ ਸੀ, ਕੋਈ ਵੱਡੀਆਂ ਗੱਲਾਂ ਨਹੀਂ ਸੀ। ਕਹਿੰਦੇ ਸੀ ਕਿ ਅੰਮ੍ਰਿਤਸਰ ਹਰਿਮੰਦਰ ਸਾਹਿਬ ਦੇ ਵਿੱਚ ਇੱਕ ਰੇਡੀਓ ਟਰਾਂਸਮਿਟਰ ਲਾ ਦਿਓ ਤਾਂ ਕਿ ਸਾਡੀ ਬਾਣੀ ਦਾ ਪ੍ਰਸਾਰਣ ਹੋ ਸਕੇ। ਪਾਣੀਆਂ ਦੀ ਗੱਲ ਸੀਗੀ, ਖੁਦ ਮੁਖਤਿਆਰ ਰਾਜਾਂ ਦੇ ਖੁਦ ਮੁਖਤਿਆਰੀ ਦੀ ਗੱਲ ਸੀਗੀ, ਤੇ ਹੋਰ ਇੱਕ ਦੋ ਛੋਟੇ ਮੋਟੇ ਚੰਡੀਗੜ੍ਹ ਜਿਹੜਾ ਪੰਜਾਬ ਨੂੰ ਦੇ ਦਿਓ, ਜਿਹੜੇ ਹੋਰ ਜਿੱਥੇ ਪੰਜਾਬੀ ਭਾਸ਼ੀ ਜਿਹੜੇ ਇਲਾਕੇ ਆ ਉਹ ਸਾਨੂੰ ਵਾਪਸ ਦੇ ਦਿਓ, ਪੰਜਾਬ ਨੂੰ ਦੇ ਦਿਓ, ਇੰਨੀਆਂ ਗੱਲਾਂ ਸੀ। ਔਰ ਜਿਹੜੀਆਂ ਕਿ ਇਹਨਾਂ ਨੇ ਸਾਰੀਆਂ ਦੀਆਂ ਸਾਰੀਆਂ ਮੰਨ ਵੀ ਲਈਆਂ। ਬਾਅਦ ਚ ਸਿਰਫ ਪਾਣੀ ਦਾ ਮਸਲਾ ਮਾੜਾ ਜਿਹਾ ਰਹਿ ਗਿਆ, ਬਾਕੀ ਸਾਰੀਆਂ ਗੱਲਾਂ ਇਹਨਾਂ ਨੇ ਮੰਨ ਲਿਆ ਰਾਜੀਵ ਗਾਂਧੀ ਦੇ ਟਾਈਮ ਤੇ, ਉਹ ਮੰਨ ਵੀ ਲਈਆਂ। ਪਰ ਇਹਨਾਂ ਨੇ ਕੀ ਕੀਤਾ, ਦੇਖੋ ਜਿਹੜਾ ਸਾਡਾ ਉਦੋਂ ਅਨੰਦਪੁਰ ਸਾਹਿਬ ਦਾ ਮਤਾ ਸੀ, ਇਹਨਾਂ ਨੇ ਸਾਨੂੰ ਕਿੱਦਾਂ ਉੱਥੋਂ ਪਾਸੇ ਨੂੰ ਕੀਤਾ। ਇਹਨਾਂ ਨੇ ਬਲੂ ਸਟਾਰ ਆਪਰੇਸ਼ਨ ਕੀਤਾ, ਹਿੰਦੂ ਸਿੱਖਾਂ ਚ ਪਾੜ ਪਾਤਾ। ਉਦੋਂ ਬਾਅਦ ਸਿੱਖਾਂ ਦੇ ਨਾਲ ਮੁਸਲਮਾਨਾਂ ਦੇ ਨਾਲ ਇਹਨਾਂ ਦੀ ਹਮੇਸ਼ਾ ਤੋਂ ਚੱਲਦੀ ਰਹੀ ਹੈ, ਸਿੱਖ ਮੰਜੇ ਦੀ ਸਿੱਖਾਂ ਨਾਲ ਪਾੜ ਪਾਤਾ। ਉਹਦੇ ਵਿੱਚ ਇੰਨਾ ਤਸ਼ੱਦਦ ਕੀਤਾ 2 ਸਾਲ ਪੰਜਾਬ ਦੇ ਉੱਤੇ, ਤਾਂ ਜਦੋਂ ਫੌਜ ਰਹੀ ਹੈ। ਔਰ ਉਹਦਾ ਜਿਹੜਾ ਸੰਤਾਪ ਅਸੀਂ ਹਟਾਇਆ, ਅਗਲੇ ਪਤਾ ਨਹੀਂ 15-20 ਸਾਲ ਤਸ਼ੱਦਦ ਹੁੰਦਾ ਰਿਹਾ KPS ਗਿੱਲ ਦੇ ਸਮੇਂ। ਉਹਦੇ ਵਿੱਚ ਦੇਖੋ ਇਹਨਾਂ ਨੇ ਫਿਰ ਕੀ ਹੋਇਆ, ਇਹਨਾਂ ਨੇ ਨਿਸ਼ਾਨਾ ਮੋੜਤਾ। ਅਸੀਂ ਹੁਣ ਉਹ ਬਜਾਏ ਉਸ ਮੰਗਾਂ ਨੂੰ ਮੰਗਣ ਦੇ, ਉਸ ਵਕਤ ਦੀ ਗੱਲ ਕਰ ਰਿਹਾ 1990 ਦੀ, 1987 ਦੀ, 1992 ਦੀ, ਅਸੀਂ ਮੰਗਾਂ ਜਿਹੜੀਆਂ ਸੀ ਉਹ ਤੇ ਭੁੱਲ ਗਏ। ਅਸੀਂ ਤਾਂ ਸਿਰਫ ਦਿੱਲੀ ਦੰਗਿਆਂ ਦਾ ਇਨਸਾਫ ਮੰਗਣ ਦੇ ਉੱਤੇ ਲਾਤਾ। ਪਿਛਲੇ 36 ਸਾਲ ਤੋਂ ਅਸੀਂ ਦਿੱਲੀ ਦੰਗਿਆਂ ਦਾ ਇਨਸਾਫ ਮੰਗ ਰਹੇ ਹਾਂ। ਅਸੀਂ ਮੰਗ ਨਹੀਂ ਰਹੇ, ਸਾਨੂੰ ਮੰਗਣ ਲਾ ਦਿੱਤਾ ਗਿਆ। ਬਿਲਕੁਲ। ਔਰ ਅਸੀਂ ਜਿਹੜਾ ਉਹ ਨਿਸ਼ਾਨਾ ਸੀ ਉਹ ਉੱਥੋਂ ਵੰਝ ਗਏ, ਮਤਲਬ ਉੱਥੋਂ ਅਸੀਂ ਦੂਰ ਹੋ ਗਏ। ਸੋ ਇਸੇ ਕਰਕੇ ਮੈਂ ਸਾਰਿਆਂ ਨੂੰ ਇਹ ਗੁਜ਼ਾਰਿਸ਼ ਕਰਦਾ ਕਿ ਜਿਹੜੇ ਦੀਪ ਸਿੱਧੂ ਵਰਗੇ ਆ, ਲੱਖੇ ਵਰਗੇ ਆ, ਜਾਂ ਹੋਰ ਛੋਟੀਆਂ ਮੋਟੀਆਂ ਪਾਰਟੀਆਂ ਨੇ, ਕੋਈ ਕਾਮਰੇਡੀ ਦੀ ਤੁਸੀਂ ਗੱਲ ਕੀਤੀ, ਇਹ ਸਾਰੀਆਂ ਉਹਨਾਂ ਦੀਆਂ ਚਾਲਾਂ ਨੇ, ਇਹ ਸਾਰੀਆਂ ਸਾਨੂੰ ਭਟਕਾ ਰਹੀਆਂ ਨੇ। ਸਾਨੂੰ ਆਪਣੇ ਨਿਸ਼ਾਨੇ ਤੋਂ ਨਹੀਂ ਹਟਣਾ ਚਾਹੀਦਾ। ਅਸੀਂ ਸਿਰਫ ਇੱਕੋ ਨਿਸ਼ਾਨਾ ਲਓ ਕਿ ਅਸੀਂ ਇਹ 3 ਬਿੱਲ ਰੱਦ ਕਰਵਾਉਣੇ ਆ, ਗੱਲ ਖਤਮ। ਉਹਦੇ ਵਿੱਚ ਕੋਈ ਐਸ ਰਸਤੇ ਜਾਂਦਾ, ਕੋਈ ਐਸ ਰਸਤੇ ਜਾਂਦਾ, ਕਹਿੰਦੇ ਰਸਤੇ ਜਿੰਨੇ ਮਰਜ਼ੀ ਹੋਣ, ਮੰਜ਼ਿਲ ਇੱਕ ਹੀ ਹੈ। ਬਸ ਜੀ, ਬਿਲਕੁਲ। ਧੰਨਵਾਦ ਤੁਹਾਡਾ, ਬਹੁਤ ਸ਼ੁਕਰੀਆ। ਤੇ ਤਕਰੀਬਨ ਆਪਣਾ ਹੋ ਗਿਆ ਜੀ, ਪ੍ਰੋਗਰਾਮ ਕੰਪਲੀਟ ਹੋ ਗਿਆ, ਟਾਈਮ ਵੀ। ਤੇ ਉਮੀਦ ਕਰਦੇ ਆ ਵੀ ਆਪਣੇ ਜਿੰਨੇ ਵੀ ਸੱਜਣ ਮਿੱਤਰ ਦੋਸਤ ਨਾਲ ਜੁੜੇ ਸੀਗੇ, ਸਾਰਿਆਂ ਨੂੰ ਗੱਲਾਂ ਬਾਤਾਂ ਵਧੀਆ ਲੱਗੀਆਂ ਹੋਣਗੀਆਂ। ਤੇ ਜਿਹੜੀ ਗੱਲ ਨਹੀਂ ਵਧੀਆ ਲੱਗੀ ਥੱਲੇ ਕਮੈਂਟ ਕਰਕੇ ਦੱਸ ਸਕਦੇ ਆ, ਆਪਾਂ ਸੁਧਾਰ ਕਰਾਂਗੇ। ਡਿਸਕਸ਼ਨ ਸੀ ਅਗਾਂਹ ਵਧੂ ਸੋਚ ਵਾਲੀ। ਤੇ ਅਖੀਰ ਤੇ ਆਪਾਂ ਇਹੀ ਕਹਾਂਗੇ ਕਿ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵਲਾਏ, ਹਰ ਨਾਮੇ ਕੀ ਹੋਵੋ ਜੋੜੀ, ਗੁਰਮੁਖ ਬੈਸੋ ਸਭਾ ਵਿਛਾਏ। ਵੀ ਜੇ ਕੋਈ ਮਨ ਦੇ ਵਿੱਚ ਗੱਲਬਾਤ ਨਹੀਂ ਵਿਚਾਰ ਮਿਲਦੇ, ਅਗਰ ਅਸੀਂ ਗੁਰੂ ਦੇ ਸਿੱਖ ਕਹਾਉਂਦੇ ਆ, ਤੇ ਜੇ ਗੁਰੂ ਦੇ ਸਿੱਖ ਕਹਾਉਂਦੇ ਫਿਰ ਸਾਡਾ ਹੱਕ ਬਣਦਾ, ਫਿਰ ਗੁਰੂ ਦਾ ਹੁਕਮ ਮੰਨੋ, ਬੈਠ ਕੇ ਉੱਤੇ ਵਿਚਾਰ ਕਰੋ। ਜੇ ਕਿਹੜੇ ਵਿਚਾਰ ਕੋਈ 19-21 ਦਾ ਫਰਕ ਆ, ਉਹਨੂੰ ਗੱਲਬਾਤ ਦੇ ਨਾਲ ਦੂਰ ਕਰਨ ਦੀ ਕੋਸ਼ਿਸ਼ ਕਰੋ, ਨਾ ਕਿ ਸੋਸ਼ਲ ਮੀਡੀਆ ਵਿੱਚ ਜਾਂ ਮੀਡੀਆ ਵਿੱਚ ਜਾਂ ਗਰਾਊਂਡ ਤੇ ਜੁੰਡੋ ਜੁੰਡੀ ਹੋ ਕੇ ਇੱਕ ਦੂਜੇ ਤੇ ਦੂਸ਼ਣਬਾਜ਼ੀ ਕਰਕੇ ਆਪਣਾ ਜਲੂਸ ਨਾ ਕੱਢੋ। ਅਖੀਰ ਤੇ ਮੈਂ ਤਾਂ ਇਹੀ ਹੱਥ ਜੋੜ ਕੇ ਬੇਨਤੀ ਹੈ ਜੀ ਹਰਪਾਲ ਸਿੰਘ ਜੀ, ਕਿ ਆਪਣਾ ਜਲੂਸ ਨਾ ਕੱਢੋ। ਇਸ ਵੇਲੇ ਤੁਸੀਂ ਉਸ ਪੋਜੀਸ਼ਨ 'ਚ ਪਹੁੰਚ ਚੁੱਕੇ ਹੋ ਕਿ ਇੱਕ ਵੱਡੇ ਅੰਦੋਲਨ ਦੀ ਅਗਵਾਈ ਮੋਢੀ ਬਣੇ ਆ। ਮੋਢੀ ਬਣ ਕੇ ਹੀ ਚੱਲੋ, ਅਗਵਾਈ ਕਰਦੇ ਚੱਲੋ। ਹੁਣ ਜਦੋਂ ਤੁਹਾਡੇ ਗਲਾਂ ਦੇ ਵਿੱਚ ਹਾਰ ਪੈਣ ਦਾ ਟਾਈਮ ਆ ਰਿਹਾ, ਮੈਡਲ ਪੈਣ ਦਾ ਟਾਈਮ ਆ ਰਿਹਾ, ਹੁਣ ਉਹਨਾਂ ਮੈਡਲ ਪਾਉਣ ਵਾਸਤੇ ਆਪਣਾ ਰੈਪੂਟੇਸ਼ਨ ਪੂਰਾ ਕਾਇਮ ਰੱਖੋ, ਨਾ ਕਿ ਇੱਕ ਦੂਜੇ ਦੇ ਉੱਪਰ ਦੂਸ਼ਣਬਾਜ਼ੀ ਕਰਕੇ, ਇੱਕ ਦੂਜੇ ਦੀਆਂ ਲੱਤਾਂ ਖਿੱਚ ਕੇ, ਆਪਸ ਵਿੱਚ ਪਾਟੋ ਧਾੜ ਦੇ ਵਿੱਚ ਪੈ ਕੇ, ਸਾਰੀ ਬਣੀ ਬਣਾਈ ਗੇਮ ਦੀ ਅਖੀਰ ਤੇ ਕਿਤੇ ਸਿਰ 'ਚ ਖੇਹ ਪਾਉਣ ਵਾਲੀ ਗੱਲਾਂ ਨਾ ਕਰੋ। ਮੈਂ ਤਾਂ ਇਹ ਬੇਨਤੀ ਕਰਦਾ। ਕਿਉਂ ਜੀ ਹਰਪਾਲ ਜੀ? ਬਿਲਕੁਲ ਜੀ, ਮੈਂ ਵੀ ਇਹੀ ਆਖਿਰ ਦੇ ਵਿੱਚ ਇਹੀ ਕਹਿਣਾ ਚਾਹਾਂਗਾ ਕਿ ਸਿਰਫ 2 ਗੱਲਾਂ, ਇੱਕ ਤਾਂ ਏਕਾ ਬਣਾ ਕੇ ਰੱਖੋ, ਔਰ ਦੂਸਰਾ ਆਪਣੇ ਜਿਵੇਂ ਅਰਜੁਨ ਦੀ ਅੱਖ, ਅਰਜੁਨ ਦੀ ਜਿਹੜਾ
ਆਖੋ ਮੱਛੀ ਦੀ ਜਿਹੜੀ ਉਹ ਤੀਰ ਸੀ ਉਹਦੀ ਅੱਖ ਤੇ ਰੱਖਣਾ ਸੀਗਾ, ਮੱਛੀ ਹਿਲਦੀ ਹੈ ਪਰ ਤੁਸੀਂ ਮੱਛੀ ਹਿਲਦੀ ਰਹੇਗੀ, ਲੇਕਿਨ ਤੁਸੀਂ ਅੰਦਾਜ਼ਾ ਲਾਉਣਾ, ਤੁਸੀਂ ਆਪਣੀ ਰਣਨੀਤੀ ਏਦਾਂ ਦੀ ਬਣਾਉਣੀ ਹੈ, ਵਿਉਂਤਬੰਦੀ ਏਦਾਂ ਦੀ ਕਰਨੀ ਹੈ ਕਿ ਮੱਛੀ ਹਿਲਦੀ ਹੋਈ ਉਹਦੀ ਅੱਖ 'ਚ ਜਾ ਕੇ ਤੀਰ ਮਾਰਨਾ। ਮਤਲਬ ਤੁਸੀਂ ਆਪਣੇ ਆਪ ਨੂੰ ਫੋਕਸ ਰੱਖਣਾ ਔਰ ਇਸ ਦੇ ਵਿੱਚ ਏਕਾ ਰੱਖਣਾ। ਇਹਦੇ ਵਿੱਚ ਬੜੇ ਸਾਰੇ ਤੁਹਾਨੂੰ ਨਾਮ ਆਏ ਨੇ, ਕੋਈ ਦੀਪ ਸਿੱਧੂ, ਕੋਈ ਲੱਖਾ ਸਿਧਾਣਾ, ਕੋਈ ਯੋਗੇਂਦਰ ਯਾਦਵ, ਕੋਈ ਕਾਮਰੇਡ, ਕੋਈ ਰਾਜੇਵਾਲ, ਕੋਈ ਸੰਯੁਕਤ ਮੋਰਚਾ, ਕੋਈ ਰਾਕੇਸ਼ ਟਿਕੈਤ, ਬਹੁਤ ਸਾਰੇ ਨਾਮ ਹੈ। ਹਰ ਇੱਕ ਬੰਦਾ ਆਪੋ ਆਪਣੇ ਤਰੀਕੇ ਨਾਲ ਇਹਦੇ ਉੱਤੇ ਕਦਮ ਇਸ ਪਾਸੇ ਵਧਾ ਰਿਹਾ। ਹੁਣ ਜਦੋਂ ਮੰਜ਼ਿਲ ਨਜ਼ਦੀਕ ਹੈ, ਕਹਿੰਦੇ ਨਾ ਜਦੋਂ ਮੰਜ਼ਿਲ ਨਜ਼ਦੀਕ ਹੁੰਦੀ ਹੈ ਉਦੋਂ ਰਾਹੀ ਦੇ ਪੈਰ ਡਗਮਗਾਉਣ ਲੱਗ ਪੈਂਦੇ ਆ। ਇਹ ਹੁਣ ਪੈਰ ਡਗਮਗਾਉਣੇ ਨਹੀਂ ਚਾਹੀਦੇ, ਮੰਜ਼ਿਲ ਬਹੁਤ ਨਜ਼ਦੀਕ ਪਹੁੰਚ ਚੁੱਕੀ ਹੈ, ਅਸੀਂ ਮੰਜ਼ਿਲ ਤੇ ਪਹੁੰਚਣਾ ਹੈ, ਝੰਡਾ ਜਾ ਕੇ ਗੱਡਣਾ ਹੈ ਔਰ ਉਹ ਸਾਰਾ ਕੁਝ ਹੋਏਗਾ ਏਕੇ ਦੇ ਨਾਲ, ਨਿਸ਼ਾਨੇ ਦੇ ਨਾਲ, ਸਾਰੇ ਰਲ ਮਿਲ ਕੇ। ਕੋਈ ਜਿਵੇਂ ਇੰਦਰਜੀਤ ਸਿੰਘ ਜੀ ਨੇ ਕਿਹਾ, ਕਿਸੇ ਦੇ ਉੱਤੇ ਕਿੱਚੜ ਨਾ ਉਛਾਲੋ। ਸੋਸ਼ਲ ਮੀਡੀਆ ਬਹੁਤ ਪਾਸੇ ਨੂੰ ਖਿੱਲਰ ਜਾਂਦਾ ਹੈ, ਹਰੇਕ ਬਹੁਤ ਸਾਰੇ ਰਸਤੇ ਬਣ ਜਾਂਦੇ ਆ, ਲੇਕਿਨ ਤੁਹਾਡਾ ਰਸਤਾ ਇੱਕੋ ਹੀ ਹੈ, ਰਸਤਾ ਜਿੱਤ ਵੱਲ, ਏਕੇ ਦੇ ਨਾਲ, ਨਿਸ਼ਾਨੇ ਦੇ ਨਾਲ। ਬਿਲਕੁਲ ਬਿਲਕੁਲ ਹਰਪਾਲ ਜੀ, ਉਹੀ ਮੈਂ ਗੱਲ ਫੇਰ ਦੁਬਾਰੇ ਇਹਨਾਂ ਨੂੰ ਇੱਕ ਵਾਰੀ ਆਪਾਂ ਉਦਾਹਰਨ ਦੇ ਦਈਏ ਵੀ ਜਦੋਂ ਰੇਲ ਗੱਡੀ ਚੱਲਦੀ ਹੈ, ਰਾਈਟ, ਜਿਹੜਾ ਇੰਜਣ ਉਹਨੂੰ ਖਿੱਚਦਾ ਉਸ ਰੇਲ ਗੱਡੀ ਦੇ ਡੱਬਿਆਂ ਨੂੰ, ਉਹੀ ਇੰਜਣ ਜਿਹੜਾ ਮੰਜ਼ਿਲ ਤੇ ਧੁਰ ਲਗਾ ਦੇਵੇ, ਉਸੇ ਹੀ ਇੰਜਣ ਨੂੰ ਇੱਕ ਸਫਲ ਇੰਜਣ ਮੰਨਿਆ ਜਾਂਦਾ, ਇੱਕ ਸਕਸੈਸਫੁਲ ਇੰਜਣ ਮੰਨਿਆ ਜਾਂਦਾ। ਜਾਂ ਕਹਿ ਲਈਏ ਵੀ ਜਿੱਦਾਂ ਜੰਗ ਦੇ ਵਿੱਚ ਜਿਹੜੇ ਫਾਈਟਰ ਹੁੰਦੇ ਆ, ਰਾਈਟ, ਜੈਟ ਹੁੰਦੇ ਆ, ਉਹੀ ਮਿਊਜ਼ੀਅਮ ਦੇ ਵਿੱਚ, ਅਜਾਇਬ ਘਰਾਂ ਦੇ ਵਿੱਚ ਸਜਾਏ ਜਾਂਦੇ ਆ, ਜਿਹੜੇ ਦੁਸ਼ਮਣ ਦੇ ਪਾਲੇ 'ਚ ਜਾ ਕੇ ਉੱਥੇ ਉਹਦਾ ਮਲੀਆਮੇਟ ਕਰਕੇ ਸਫਲਤਾਪੂਰਵਕ ਜਿੱਤ ਪ੍ਰਾਪਤ ਕਰਕੇ ਵਾਪਸ ਆ ਜਾਣ। ਜਿਹੜੇ ਵਿਚਾਲੇ ਡਗਮਗਾ ਜਾਣ, ਜਿਹੜੇ ਵਿਚਾਲੇ ਥੜਕ ਜਾਣ, ਜਿਹੜੇ ਵਿਚਾਲੇ ਇੰਜਣ ਧੂਆਂ ਮਾਰ ਜਾਣ, ਉਹਨਾਂ ਇੰਜਣਾਂ ਨੂੰ ਕੋਈ ਪੁੱਛਦਾ ਨਹੀਂ, ਅਗਲੇ ਚੱਕ ਕੇ ਕਵਾੜਖਾਨੇ 'ਚ ਸਿੱਟ ਦਿੰਦੇ ਆ। ਇਸ ਕਰਕੇ ਬੇਨਤੀ ਇਹੀ ਆ ਕਿ ਤੁਸੀਂ ਉਹ ਇੰਜਣ ਆ, ਇਸ ਰੇਲ ਗੱਡੀ ਨੂੰ ਖਿੱਚ ਕੇ ਲਿਜਾ ਰਹੇ ਆ ਕਿ ਜਿਹਨੂੰ ਤੁਸੀਂ ਮੰਜ਼ਿਲ ਤੇ ਤੁਸੀਂ ਹੀ ਲਗਾਉਣਾ ਆ। ਫਿਰ ਤੁਹਾਨੂੰ ਉਸ ਜੈਟ ਦੀ ਤਰ੍ਹਾਂ, 에ਅਰ ਫਾਈਟਰ ਦੀ ਤਰ੍ਹਾਂ ਇਤਿਹਾਸ ਰੂਪੀ ਮਿਊਜ਼ੀਅਮ ਦੇ ਅਜਾਇਬ ਘਰ ਦੇ ਵਿੱਚ ਸਦਾ ਸਦਾ ਲਈ ਸਜਾ ਕੇ ਰੱਖਿਆ ਜਾਵੇਗਾ ਔਰ ਇਤਿਹਾਸ ਦੇ ਸੁਨਹਿਰੀ ਪੰਨਿਆਂ ਤੇ ਤੁਹਾਡਾ ਨਾਂ ਜਿਹੜਾ ਦਰਜ ਕੀਤਾ ਜਾਵੇ। ਠੀਕ ਹੈ ਜੀ, ਬਿਲਕੁਲ ਜੀ, ਠੀਕ। ਤੇ ਇਜਾਜ਼ਤ ਲਈਏ ਫਿਰ ਆਪਾਂ ਹੁਣ ਜੀ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।